ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ 139 ਅੰਗ ਤੋਂ ਇਹ ਮਾਝ ਰਾਗ ਦੇ ਵਿੱਚ ਜਿਹੜੀ ਪਹਿਲੀ ਪਾਤਸ਼ਾਹੀ ਦੀ ਗੁਰੂ ਨਾਨਕ ਦੇਵ ਜੀ ਦੀ ਵਾਰ ਹੈਗੀ ਆ, ਉਹਦੀ 5ਵੀਂ ਪੌੜੀ ਜਿਹੜੀ ਹੈ, ਉਸ ਤੋਂ ਪਹਿਲਾਂ ਸ਼ਲੋਕ ਹੈਗੇ ਉਹ ਲੈਣ ਲੱਗੇ ਆ ਜੀ। ਇਹ ਮਹਾਰਾਜ ਮਿਹਰ ਕਰਨ ਇਹ ਸੰਗਤ ਦੇ ਵਿੱਚ ਜਿਹੜਾ ਹੈਗਾ ਇਹ ਬ੍ਰਹਮ ਵਿਚਾਰ ਜਿਹੜੀ ਹੈਗੀ ਆ, ਇਹਨੂੰ ਸੰਗਤ ਦੇ ਵਿੱਚ ਖੋਲ੍ਹਣ, ਆਹੀ ਉਪਰਾਲਾ ਹੈਗਾ, ਇਹੀ ਬੇਨਤੀ ਹੈਗੀ ਸਾਡੀ। ਹੋਰ ਕੋਈ ਪ੍ਰਯੋਜਨ ਨਹੀਂ ਹੈ ਸਾਡਾ, ਕੋਈ ਕਿਸੇ ਕਿਸਮ ਦਾ ਜਿਹੜਾ ਹੈਗਾ ਸਾਨੂੰ ਕੋਈ ਨਾ ਸਾਨੂੰ ਜਿਹੜਾ ਹੈਗੇ ਕੋਈ ਵਡਿਆਈ ਚਾਹੀਦੀ ਹੈ, ਨਾ ਕੋਈ ਹੋਰ ਕੋਈ ਕਿਸੇ ਕਿਸਮ ਦੀ। ਸਾਡਾ ਸਿਰਫ ਇੰਨਾ ਹੀ ਹੈ ਵੀ ਮਹਾਰਾਜ ਜਿਹੜੇ ਹੈਗੇ ਇਹ ਗਿਆਨ ਦੇਣ, ਔਰ ਗਿਆਨ ਜਿਹੜਾ ਹੈਗਾ ਇਹ ਜਿਹੜਾ ਹੈਗਾ ਇਹਦੀ ਬੁਝਾਰਤ ਜਿਹੜੀ ਹੈਗੀ ਇਹ ਸਾਨੂੰ ਬੁਝਾਉਣ, ਤਾਂ ਕਿ ਅਸੀਂ ਜਿਹੜਾ ਹੈਗਾ ਇਸ ਨੂੰ ਗਿਆਨ ਨੂੰ ਲੈ ਕੇ ਜਿਹੜਾ ਹੈਗਾ ਆਪਣੇ ਆਪ 'ਚ ਸੁਧਾਰ ਕਰ ਸਕੀਏ, ਔਰ ਜਿਹੜਾ ਹੈਗਾ ਇਹਦੇ ਅਨੁਸਾਰ ਜਿਹੜਾ ਹੈਗਾ ਯਾਤਰਾ ਕਰਕੇ, ਔਰ ਜਿਸ ਪਰਪਸ ਜਿਸ ਮਕਸਦ ਵਾਸਤੇ ਮਾਲਕ ਪਰਮਾਤਮਾ ਨੇ ਇਹ ਸਰੀਰ ਦਿੱਤਾ ਆ, ਉਹ ਮਕਸਦ ਜਿਹੜਾ ਪੂਰਾ ਕਰ ਸਕੀਏ। ਇੰਨੀ ਹੈਗੀ ਭਾਈ ਸਾਡੀ ਇੰਨੀ ਬੇਨਤੀ ਹੈ। ਔਰ ਵਿਚਾਰ ਕਰਦੇ ਹੋਏ ਜਾਂ ਕੁਛ ਜਿਹੜਾ ਹੈਗਾ ਇਹ, ਕਿਉਂਕਿ ਆਪਾਂ ਵੀ ਯਾਤਰੂ ਹੈਗੇ ਆ ਭਾਈ, ਕੋਈ ਹਉਮੈ ਦੇ ਬੋਲ ਜਿਹੜੇ ਹੈਗੇ ਆ, ਕੋਈ ਇਸ ਤਰ੍ਹਾਂ ਹੋਏ ਕਿਸੇ ਨੂੰ ਕੋਈ ਬੋਲ ਜਿਹੜਾ ਹੈਗਾ ਨਾ ਚੰਗਾ ਲੱਗੇ, ਉਹ ਸਾਡਾ ਆਪਣਾ ਪਰਸਨਲ ਜਿਹੜਾ ਹੈਗਾ, ਸਾਡੀ ਆਪਣੀ ਮੱਤ ਹੈਗੀ ਆ, ਉਹਨੂੰ ਡ੍ਰੌਪ ਕਰ ਦੇਣਾ, ਛੱਡ ਦੇਣਾ ਉਹਨੂੰ, ਅਤੇ ਗੁਰੂ ਦੀ ਮੱਤ ਜਿਹੜੀ ਹੈਗੀ ਜੋ ਬ੍ਰਹਮ ਮੱਤ ਹੈਗੀ ਆ ਉਹਨੂੰ ਗ੍ਰਹਿਣ ਕਰ ਲੈਣਾ ਜੀ। ਬਸ ਇੰਨੀ ਕੀ ਬੇਨਤੀ ਕਬੂਲ ਕਰਨਾ। ਸ਼ਲੋਕ ਮਹੱਲਾ ਪਹਿਲਾ। ਕੂੜ ਬੋਲ ਮੁਰਦਾਰ ਖਾਏ, ਅਵਰੀ ਨੂੰ ਸਮਝਾਵਣ ਜਾਏ। ਦੇਖੋ ਹੁਣ ਜਿਹੜਾ ਹੈਗਾ ਇੱਥੇ ਪਹਿਲੀ ਪਾਤਸ਼ਾਹੀ ਦਾ ਸ਼ਲੋਕ ਹੈਗਾ, ਔਰ 2 ਲਾਈਨਾਂ ਹੋ ਰਿਹਾ। ਮੁੱਠਾ ਆਪ ਮੁਹਾਏ ਸਾਥੈ, ਨਾਨਕ ਐਸਾ ਆਗੂ ਜਾਪੈ। ਕਹਿੰਦੇ ਆਗੂ ਜਿਹੜੇ ਹੈਗੇ ਸੋ ਕਾਲਡ ਮਤਲਬ ਜਿਹੜੇ ਹੈਗੇ ਆਪੋਂ ਬਣੇ ਬੈਠੇ ਜਿਹੜੇ ਹੈਗੇ ਆ ਆਗੂ, ਬ੍ਰਹਮ ਗਿਆਨੀ, ਜਿਹੜੇ ਧਰਮ ਦੇ ਠੇਕੇਦਾਰ ਜਿਹੜੇ ਹੈਗੇ, ਧਰਮ ਦੇ ਰਸਤੇ 'ਤੇ ਜਿਹੜੇ ਹੈਗੇ ਗਿਆਨ ਦਿੰਦੇ ਆ, ਪਬਲਿਕ ਨੂੰ ਸੰਗਤ ਨੂੰ ਜਿਹੜਾ ਹੈਗਾ ਮਿਸਗਾਈਡ ਕਰਦੇ ਆ, ਕਰਮ ਕਾਂਡ ਦਰਾਉਂਦੇ ਆ। ਕਹਿੰਦੇ ਕੂੜ ਬੋਲ ਮੁਰਦਾਰ ਖਾਏ। ਪਹਿਲਾਂ ਤਾਂ ਜਿਹੜਾ ਹੈਗਾ ਆਪ ਹੀ ਝੂਠ ਦੇ ਨਾਲ ਲੱਗਿਆ ਹੋਇਆ ਹੈ, ਕੂੜ ਬੋਲ ਰਿਹਾ ਹੈ, ਝੂਠ ਬੋਲ ਰਿਹਾ ਹੈ, ਅੰਦਰ ਕੁਛ ਹੈਗਾ ਬਾਹਰ ਕੁਛ ਹੈਗਾ। ਕੂੜ ਬੋਲ ਮੁਰਦਾਰ ਖਾਏ। ਮੁਰਦਾਰ ਕਹਿੰਦੇ ਆ ਭਾਈ ਜਿਹੜਾ ਮੁਰਦਾ ਹੈਗਾ, ਇਹਦਾ ਮਤਲਬ ਮੁਰਦਾਰ ਖਾਣਾ ਚੰਗੀ ਗੱਲ ਨਹੀਂ ਹੈ। ਮਾਸ ਖਾਣਾ, ਮੀਟ ਖਾਣਾ, ਮੁਰਦਾ ਨੂੰ ਖਾਣਾ ਚੰਗੀ ਗੱਲ ਨਹੀਂ ਹੈ। ਤਾਂ ਹੀ ਮਹਾਰਾਜ ਕਹਿੰਦੇ ਆ ਭਾਈ ਜੇ ਤੂੰ ਮੀਟ ਨਹੀਂ ਖਾਂਦਾ, ਜੇ ਤੂੰ ਮੁਰਦਾਰ ਨਹੀਂ ਖਾਂਦਾ, ਤੇ ਪਿਆਰਿਆ ਜੇ ਤੂੰ ਝੂਠ ਬੋਲ ਰਿਹਾ ਨਾ, ਤੇ ਤਾਂ ਵੀ ਤੂੰ ਮੁਰਦਾਰ ਖਾ ਰਿਹਾ ਹੈ, ਤਾਂ ਵੀ ਖਾ ਰਿਹਾ ਆ। ਕੂੜ ਬੋਲ ਮੁਰਦਾਰ ਖਾਏ। ਇਹਦਾ ਮਤਲਬ ਝੂਠ ਬੋਲਣਾ ਤਾਂ ਸਾਰਿਆਂ ਨੂੰ ਪਤਾ ਵੀ ਝੂਠ ਬੋਲਣਾ ਜਿਹੜਾ ਹੈਗਾ ਗਲਤ ਹੈਗਾ, ਮਾੜਾ ਕੰਮ ਹੈਗਾ, ਤੇ ਫਿਰ ਮੁਰਦਾਰ ਖਾਏ ਕਿਉਂ ਕਹਿ ਰਹੇ? ਮੁਰਦਾਰ ਖਾਏ ਦਾ ਮਤਲਬ ਮੀਟ ਖਾਣਾ, ਮਾਸ ਖਾਣਾ, ਕਿਸੇ ਨੂੰ ਜਿਹੜਾ ਹੈਗਾ ਕੱਟ ਕੇ ਵੱਢ ਕੇ, ਕਿਸੇ ਨੂੰ ਤਕਲੀਫ ਦੇ ਕੇ, ਖਾਲੀ ਸਵਾਦ ਦੇ ਵਾਸਤੇ ਆਪਾਂ ਨੇ ਭੋਜਨ ਕਰਨਾ, ਇਹ ਵੀ ਜਿਹੜਾ ਹੈਗਾ ਗਲਤ ਆ। ਜੇ ਚੰਗਾ ਹੁੰਦਾ ਤੇ ਫਿਰ ਜਿਹੜਾ ਹੈਗਾ ਇਹ ਕੂੜ ਬੋਲ ਨੂੰ ਉਹਦੇ ਨਾਲ ਕੰਪੇਅਰ ਕਿਉਂ ਕਰਦੇ ਮਹਾਰਾਜ? ਕੂੜ ਬੋਲ ਮੁਰਦਾਰ ਖਾਏ, ਦੇਖੋ ਕੰਪੈਰੀਜ਼ਨ ਕਰ ਰਹੇ ਮਹਾਰਾਜ, ਕਹਿ ਰਹੇ ਭਾਈ ਤੂੰ ਨਹੀਂ ਖਾ ਰਿਹਾ ਨਾ, ਤਾਂ ਵੀ ਤੂੰ ਜਿਹੜਾ ਖਾ ਰਿਹਾ ਆ ਪਿਆਰਿਆ। ਜੇ ਤੂੰ ਝੂਠ ਬੋਲ ਰਿਹਾ ਹੈ ਤੇ ਤੂੰ ਮੁਰਦਾਰ ਖਾ ਰਿਹਾ ਹੈ। ਅਵਰੀ ਨੂੰ ਸਮਝਾਵਣ ਜਾਏ, ਤੇ ਦੂਸਰਿਆਂ ਨੂੰ ਤੂੰ ਸਮਝਾਉਣ ਜਾ ਰਿਹਾ ਹੈ, ਦੂਸਰਿਆਂ ਨੂੰ ਉਪਦੇਸ਼ ਕਰ ਰਿਹਾ ਹੈ, ਦੂਸਰਿਆਂ ਨੂੰ ਗਿਆਨ ਵੰਡ ਰਿਹਾ ਹੈ। ਆਪ ਤੂੰ ਜਿਹੜਾ ਹੈਗਾ ਉਹ ਗਿਆਨ ਤੇਰੇ ਅੰਦਰ ਕੰਮ ਹੀ ਨਹੀਂ ਕਰ ਰਿਹਾ, ਆਪ ਤੂੰ ਗਿਆਨ ਨੂੰ ਲੈ ਹੀ ਨਹੀਂ ਰਿਹਾ। ਮੁੱਠਾ ਆਪ ਮੁਹਾਏ ਸਾਥੇ, ਕਹਿੰਦੇ ਤੂੰ ਤਾਂ ਆਪ ਹੀ ਲੁੱਟਿਆ ਜਾ ਰਿਹਾ ਹੈ। ਦੂਜਿਆਂ ਨੂੰ ਕਹਿ ਰਿਹਾ ਵੀ ਇਸ ਤਰੀਕੇ ਨਾਲ ਆਪਣਾ ਧਨ ਜਿਹੜਾ ਹੈਗਾ ਬਚਾ ਲਓ, ਆਹ ਤਰੀਕਾ ਆ, ਆਹ ਹੈਗੀ ਭਗਤੀ। ਦੂਜਿਆਂ ਨੂੰ ਜਿਹੜਾ ਹੈਗਾ ਤੂੰ ਜਿਹੜਾ ਹੈਗਾ ਭਗਤੀ ਦਿਲਾ ਰਿਹਾ ਹੈ, ਔਰ ਆਪ ਜਿਹੜਾ ਹੈਗਾ ਤੂੰ ਲੁੱਟਿਆ ਜਾ ਰਿਹਾ ਹੈ। ਨਾਨਕ ਐਸਾ ਆਗੂ ਜਾਪੈ, ਕਹਿੰਦੇ ਇਹੋ ਜਿਹੇ ਆਗੂ ਹੈਗੇ ਭਾਈ
ਇਹ ਸੰਸਾਰ ਦੇ ਵਿੱਚ ਇਹੋ ਜਿਹੇ ਆਗੂ ਹੈਗੇ ਆ, ਇਹਨਾਂ ਤੋਂ ਬਚ ਕੇ ਰਹਿਣਾ ਪਊਗਾ। ਸ਼ਲੋਕ ਮਹੱਲਾ ਪਹਿਲਾ। ਕੂੜ ਬੋਲ ਮੁਰਦਾਰ ਖਾਏ, ਅਵਰੀ ਨੂੰ ਸਮਝਾਵਣ ਜਾਏ, ਮੁੱਠਾ ਆਪ ਮੁਹਾਇ ਸਾਥੈ। ਸਾਥੈ ਮਤਲਬ ਸਾਥ, ਜਿਨ੍ਹਾਂ ਨੂੰ ਤੂੰ ਗਿਆਨ ਦੇ ਰਿਹਾ ਹੈ, ਜਿਹੜੇ ਤੇਰੇ ਸਾਥੀ ਹੈ, ਜਿਹੜੇ ਤੇਰੀ ਗੱਲ ਸੁਣ ਰਹੇ ਆ। ਨਾਨਕ ਐਸਾ ਆਗੂ ਜਾਪਾ ਹੈ। ਹਾਂਜੀ ਸੁਖਵਿੰਦਰ ਜੀ। ਹਾਂਜੀ, ਉਹ ਗੁਰਬਾਣੀ ਤੋਂ ਕਹਿੰਦੀ ਅਵਰ ਉਪਦੇਸ਼ ਆਪ ਨਾ ਕਰੇ, ਆਵਤ ਜਾਵਤ ਜਨਮੈ ਮਰੈ, ਆਵਤ ਜਾਵਤ ਜਨਮੈ ਮਰੈ। ਤੇ ਉਹ ਕਹਿੰਦੇ ਇੱਕ ਹੋਰ ਵੀ ਕਹਿੰਦੇ ਕਿ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ। ਬਿਲਕੁਲ, ਇਹ ਅੱਗੇ ਆਊਗਾ, ਅਗਲੇ ਇਸੇ ਦੇ ਵਿੱਚ ਆਊਗਾ। ਹਾਂਜੀ ਹਾਂਜੀ, ਅੱਛਾ ਜੀ, ਅੱਛਾ ਸੌਰੀ। ਚਲੋ, ਤੇ ਉਹ ਫਿਰ ਦੂਜੀ ਗੱਲ, ਫਿਰ ਅਲਟੀਮੇਟਲੀ ਕੂੜ ਨਿਕੁੱਟੇ ਨਾਨਕਾ ਓੜਕ ਸੱਚ ਰਹੀ। ਜਿੰਨਾ ਮਰਜੀ ਅਸੀਂ ਉਹ ਗੁਰੂ ਸਾਹਿਬ ਦੇਖੋ ਕਿੰਨਾ ਸਮਝਾ ਰਹੇ ਕਿ ਵੀ ਉਹ ਆਪ ਤਾਂ ਤੂੰ ਠੱਗਿਆ ਹੀ ਜਾ ਰਿਹਾ ਹੈ, ਤੇ ਤੂੰ ਲੁਟਾ ਦੇਗਾ ਦੂਜਿਆਂ ਨੂੰ, ਸੰਗੀਆਂ ਸਾਥੀਆਂ ਨੂੰ, ਜਿਹਨਾਂ ਨੂੰ ਤੂੰ ਐਸਾ ਗਿਆਨ ਦੇ ਰਿਹਾ। ਬਿਲਕੁਲ। ਤੇ ਉਹ ਐਸੇ ਲੋਕ ਜਿਹੜੇ ਇਹ ਧਾਰਮਿਕ ਆਗੂ, ਰਾਜਨੇਤਾ ਸਾਰੇ ਜੋ ਨੇ, ਇਹ ਸਭ ਰਜੋਗੁਣ ਚ ਬੈਠੇ ਆ, ਜਿਨ੍ਹਾਂ ਨੂੰ ਇਹ ਹੈ ਕਿ ਅਸੀਂ ਆਪਦੀ ਹਉਮੈ ਕਰਕੇ ਐਸਾ ਕੂੜ ਬੋਲ ਮੁਰਦਾਰ ਖਾਏ। ਉਹ ਲੋਕਾਂ ਨੂੰ ਆਪ ਠੱਗੇ ਜਾ ਰਹੇ ਆ, ਦੂਜਿਆਂ ਨੂੰ ਲੁਟਾ ਰਹੇ ਆ। ਦੇਖੋ ਦੂਜਿਆਂ ਦਾ ਹਾਲ ਕੀ ਹੋਏਗਾ ਜਦ ਆਪਣੇ ਹੀ ਕੁਝ ਸਵਰਨਾ, ਤੇ ਦੂਜਿਆਂ ਦਾ ਕੀ ਸਵਰਨਗੇ। ਬਿਲਕੁਲ, ਹਾਂਜੀ ਹਾਂਜੀ, ਠੀਕ ਹੈ। ਤੇ ਅੱਗੇ ਮਹੱਲਾ ਚੌਥਾ, ਚੌਥੀ ਪਾਤਸ਼ਾਹੀ ਦਾ ਸ਼ਲੋਕ ਆ ਗਿਆ। ਜਿਸ ਦੇ ਅੰਦਰ ਸੱਚ ਹੈ ਸੋ ਸੱਚਾ ਨਾਮ ਮੁਖ ਸੱਚ ਅਲਾਏ। ਕਹਿੰਦੇ ਪਹਿਲਾਂ ਅੰਦਰ ਸੱਚ ਹੋਣਾ ਚਾਹੀਦਾ ਹੈ ਭਾਈ। ਖਾਲੀ ਮੂੰਹ ਦੇ ਉੱਤੇ ਜਿਹੜਾ ਹੈਗਾ, ਇਹ ਆਟੋ ਪਾਇਲਟ ਦੇ ਉੱਤੇ ਮੂੰਹ ਦੇ ਨਾਲ ਜਿਹੜਾ ਹੈਗਾ ਵਾਹਿਗੁਰੂ ਵਾਹਿਗੁਰੂ ਕਰੀ ਜਾਣਾ, ਹਰੀ ਓਮ ਅੱਲਾਹੁ ਕਰਨਾ, ਔਰ ਮਨ ਜਿਹੜਾ ਹੈਗਾ ਅੰਦਰ ਜਿਹੜਾ ਹੈਗਾ, ਉਹ ਮਨ ਪਤੰਦਰ ਜਿਹੜਾ ਹੈਗਾ ਪਤਾ ਨਹੀਂ ਕੀ ਕੁਛ ਕਰ ਰਿਹਾ ਹੈ, ਕਿੱਥੇ ਕਿੱਥੇ ਉਡਾਰੀਆਂ ਲੈ ਰਿਹਾ ਹੈ ਮਨ। ਕਹਿੰਦੇ ਜਿਸ ਦੇ ਅੰਦਰ ਸੱਚ ਹੈ, ਜਿਹਦਾ ਮਨ ਭਗਤੀ ਕਰ ਰਿਹਾ ਆ, ਸੋ ਸੱਚਾ ਨਾਮ ਮੁਖ ਸੱਚ ਅਲਾਏ। ਉਹ ਸੱਚੇ ਨਾਮ ਦੇ ਜੁੜਿਆ ਹੈ, ਸੱਚੇ ਨਾਮ ਨੂੰ ਮੁਖ ਦੇ ਨਾਲ ਵੀ ਹਲਾਏਗਾ, ਉਹਦਾ ਹਲਾਇਆ ਸਫਲ ਆ। ਉਹ ਹਰ ਮਾਰਗ ਆਪ ਚੱਲਦਾ। ਪਰਮਜੀਤ ਜੀ ਤੁਹਾਡਾ ਮਾਈਕ ਬੰਦ ਕਰ ਦਿਓ ਜੀ ਪਲੀਜ਼। ਤੁਸੀਂ ਐਂਟਰੀ ਕਰਦੇ ਹੋ, ਮਾਈਕ ਬੰਦ ਕਰਕੇ ਐਂਟਰੀ ਕਰੋ, ਮਾਈਕ ਬੰਦ ਕਰਕੇ ਐਂਟਰੀ ਕਰਿਆ ਕਰੋ। ਜਿਸ ਦੇ ਅੰਦਰ ਸੱਚ ਹੈ ਸੋ ਸੱਚਾ ਨਾਮ ਮੁਖ ਸੱਚ ਅਲਾਏ। ਪਹਿਲਾਂ ਹੀ ਜਦ ਤੁਸੀਂ ਨਾ ਇਹ ਐਪ ਨੂੰ ਕਲਿੱਕ ਕਰਦੇ ਹੋ ਤੇ ਉੱਥੇ ਪਹਿਲਾਂ ਮਾਈਕ ਬੰਦ ਕਰੋ, ਕੈਮਰਾ ਬੰਦ ਕਰੋ, ਉਸ ਤੋਂ ਬਾਅਦ ਜਿਹੜਾ ਹੈਗਾ ਉਹਨੂੰ ਐਂਟਰ ਹੋ ਉਹਦੇ। ਜਿਸ ਦੇ ਅੰਦਰ ਸੱਚ ਹੈ ਸੋ ਸੱਚਾ ਨਾਮ ਮੁਖ ਸੱਚ ਅਲਾਏ। ਜਿਹਦੇ ਅੰਦਰ ਹੈਗਾ ਨਾਮ ਪਾਏ, ਜਿਹਦੇ ਅੰਦਰ ਹੈਗਾ, ਅੰਦਰੋਂ ਜਿਹੜਾ ਹੈਗਾ ਭਗਤੀ ਕਰਨਾ ਚਾਹੁੰਦਾ ਹੈ ਜਾਂ ਕਰ ਰਿਹਾ ਹੈ, ਉਹਦੀ ਗੱਲ ਮੰਨੀ ਜਾਏਗੀ। ਉਹ ਜਿਹੜਾ ਹੈਗਾ ਉਹ ਹਰ ਮਾਰਗ ਆਪ ਚੱਲਦਾ, ਹੋਰਨਾਂ ਨੂੰ ਹਰ ਮਾਰਗ ਪਾਏ। ਕਹਿੰਦੇ ਉਹ ਪਹਿਲਾਂ ਆਪ ਚੱਲਦਾ ਇਸ ਰਸਤੇ ਦੇ ਉੱਤੇ ਤੇ ਦੂਸਰਿਆਂ ਨੂੰ ਇਸ ਰਸਤੇ ਤੇ ਪਾ ਸਕਦਾ ਹੈ। ਉਹਦਾ ਅੱਖਾਂ ਜਿਹੜਾ ਹੈਗਾ ਅਗਲੇ ਦੇ ਅੰਦਰ ਘਰ ਕਰੇਗਾ, ਕਿਉਂਕਿ ਉਹਦਾ ਔਰਾ ਜਿਹੜਾ ਹੈਗਾ, ਉਹਦਾ ਔਰਾ ਪੋਜ਼ਿਟਿਵ ਹੋ ਜਾਏਗਾ। ਉਦੋਂ ਖੁਸ਼ਬੂ ਆਏਗੀ ਉਹਦੇ ਕੋਲੋਂ, ਉਹਦੀ ਗੱਲਾਂ ਦੇ ਵਿੱਚ ਵਜਨ ਹੋਏਗਾ, ਕਿਉਂਕਿ ਉਹ ਹਰ ਮਾਰਗ ਆਪ ਚੱਲਦਾ, ਹੋਰਨਾਂ ਨੂੰ ਹਰ ਮਾਰਗ ਪਾਏ। ਜੇ ਅੱਗੇ ਤੀਰਥ ਹੋਏ ਤਾਂ ਮੱਲ ਹੈ, ਛੱਪੜੇ ਨਹਾਤਾ ਸਗਮੀ ਮੱਲ ਆਏ। ਜੇ ਕਹਿੰਦੇ ਅੱਗੇ ਤੀਰਥ ਹੈ, ਨਾਮ ਵਾਲਾ ਤੀਰਥ ਹੈਗਾ, ਤੇ ਤੀਰਥ ਜਿਹੜਾ ਹੈਗਾ ਤਾਂ ਜਿਹੜਾ ਹੈਗਾ ਮੈਲ ਲੈ ਸਕਦੀ ਆ। ਜੇ ਕੋਈ ਜਿਹੜਾ ਹੈਗਾ ਛਪੜੀ ਦੇ ਵਿੱਚ ਜਿਹੜਾ ਹੈਗਾ, ਚਿੱਕੜ ਦੇ ਵਿੱਚ ਜਿਹੜਾ ਹੈਗਾ ਨਹਾ ਰਿਹਾ ਆ, ਤੇ ਭਾਈ ਜਿੰਨਾ ਕੁ ਜਿਹੜਾ ਹੈਗਾ ਉਹ ਮੈਲ ਲਾਉਣ ਦੀ ਕੋਸ਼ਿਸ਼ ਕਰਦਾ, ਉਸ ਤੋਂ ਜ਼ਿਆਦਾ ਤਾਂ ਚਿੱਕੜ ਲੱਗ ਜਾਣਾ, ਉਸ ਤੋਂ ਸਗਵੀਂ ਮਲ ਹੋਰ ਜ਼ਿਆਦਾ ਮੈਲ ਲੱਗ ਜਾਣੀ ਆ ਉਹਨੂੰ। ਤੇ ਤੀਰਥ ਕੀ ਹੈਗਾ? ਤੀਰਥ ਪੂਰਾ ਸਤਿਗੁਰੂ ਜੋ ਅਨਦਿਨ ਹਰ ਹਰ ਨਾਮ ਧਿਆਏ। ਕਹਿੰਦੇ ਤੀਰਥ ਉਹ ਬ੍ਰਹਮ ਗਿਆਨੀ ਆ, ਉਹ ਸਤਿਗੁਰੂ ਹੈਗਾ ਜਿਹੜਾ ਅਨਦਿਨ ਪਰਮੇਸ਼ਰ ਦੀ ਭਗਤੀ ਕਰਦਾ ਆ, ਧਿਆਨ ਦੇ ਵਿੱਚ ਜਾਂਦਾ ਆ। ਉਹ ਆ ਸਤਿਗੁਰੂ, ਉਹ ਤੀਰਥ ਹੈਗਾ। ਅਨਦਿਨ ਬਿਨਾ ਨਾਗਾ, ਉਹ ਸਤਿਗੁਰੂ ਹੈਗਾ। ਉਹਨੇ ਪਰਮੇਸ਼ਰ ਨੂੰ ਪਾ ਲਿਆ ਹੈ। ਜੇ ਉਸ ਦਾ ਗਿਆਨ ਹੈਗਾ ਤਾਂ ਵੀ ਉਹ ਕੰਮ ਕਰ ਜਾਏਗਾ ਭਾਈ। ਜੇ ਉਹ ਸਰੀਰ ਦੇ ਵਿੱਚ ਹੈਗਾ ਤਾਂ ਵੀ ਕੰਮ ਕਰ ਜਾਏਗਾ।
ਆਪਾਂ ਨੂੰ ਗਿਆਨ ਚਾਹੀਦਾ ਹੈ, ਕਿਤੋਂ ਮਰਜ਼ੀ ਮਿਲ ਜਾਏ। ਤੀਰਥ ਪੂਰਾ ਸਤਿਗੁਰੂ ਜੋ ਅਨਦਿਨ ਹਰ ਹਰ ਨਾਮ ਧਿਆਏ, ਉਹ ਆਪ ਛੁੱਟਾ ਕੁਟੰਬ ਸਿਉ ਦੇ ਹਰ ਹਰ ਨਾਮ ਸਭ ਸ੍ਰਿਸ਼ਟ ਛਡਾਏ। ਕਹਿੰਦੇ ਉਹ ਤਾਂ ਆਪਣੇ ਪਰਿਵਾਰ ਦੇ ਨਾਲ ਜਿਹੜਾ ਹੈਗਾ ਸਾਰੇ ਜਿਹੜੇ ਹੈ ਗਿਆਨ ਇੰਦਰੀਆਂ ਕਰਮ ਇੰਦਰੀਆਂ ਇਹਨਾਂ ਦੇ ਨਾਲ ਛੁੱਟ ਗਿਆ, ਤੇ ਉਹਨੇ ਕੀ ਕਰਨਾ ਹੈ ਫਿਰ? ਦੇ ਹਰ ਹਰ ਨਾਮ ਸਭ ਸ੍ਰਿਸ਼ਟ ਛਡਾਏ। ਉਹ ਜਿਹੜਾ ਹੈਗਾ ਦੂਸਰਿਆਂ ਨੂੰ ਉਪਦੇਸ਼ ਦੇ ਕੇ, ਇਹ ਧਿਆਨ ਸਿਮਰਨ ਵਾਲਾ ਨਾਮ ਵਾਲਾ ਉਪਦੇਸ਼ ਦੇ ਕੇ ਸਾਰੀ ਸ੍ਰਿਸ਼ਟੀ ਦੇ ਜੀਵ ਜਿਹੜੇ ਹੈਗੇ, ਜਿਹੜੇ ਵੀ ਉਹਦੀ ਗੱਲ ਸੁਣਦੇ ਆ, ਜਿਹਦੇ ਵੀ ਉਹਦੇ ਮਗਰ ਲੱਗਦੇ ਆ, ਉਹਨਾਂ ਨੂੰ ਛਡਾ ਦਿੰਦਾ ਹੈ। ਜਨ ਨਾਨਕ ਤਿਸ ਬਲਿਹਾਰਣੇ ਜੋ ਆਪ ਜਪੈ ਅਵਰਾ ਨਾਮ ਜਪਾਏ। ਕਹਿੰਦੇ ਮੈਂ ਤਾਂ ਉਸ ਤੋਂ ਬਲਿਹਾਰ ਹਾਂ ਜਿਹੜਾ ਆਪ ਜਿਹੜਾ ਹੈਗਾ ਆਪਣੇ ਮਨ ਦੇ ਨਾਲ, ਆਪਣੀ ਸੁਰਤ ਦੇ ਨਾਲ ਜਿਹੜਾ ਹੈਗਾ ਨਾਮ ਜਪਦਾ ਆ, ਧਿਆਨ ਕਰਦਾ ਆ, ਤੇ ਦੂਸਰਿਆਂ ਨੂੰ ਜਿਹੜਾ ਹੈਗਾ ਇਹ ਦਾਤ ਵੰਡਦਾ ਹੈਗਾ। ਹਾਂਜੀ ਸੁਖਵਿੰਦਰ ਜੀ। ਹਾਂਜੀ ਹਾਂਜੀ, ਬਿਲਕੁਲ ਉਹਦੇ ਉਲਟ। ਹੁਣ ਉਹ ਕਹਿੰਦੇ ਵੀ ਉਹ ਜਿਹੜੇ ਤਾਂ ਬੈਠੇ ਸੀ ਪਹਿਲਾਂ ਰਜੋਗੁਣ ਚ, ਉਹ ਤਾਂ ਆਪ ਵੀ ਠੱਗੇ ਗਏ ਤੇ ਦੂਜਿਆਂ ਨੂੰ ਵੀ ਲੁਟਾ ਗਏ। ਤੇ ਪਰ ਉਹ ਦੂਜੇ ਪਾਸੇ ਜਿਹੜੇ ਤੁਰੀਅਜ ਨੇ ਉਹ ਮਾਲਕ ਦੇ ਸੱਚ ਨਾਲ ਜੁੜ ਗਏ, ਤੇ ਉਹ ਫਿਰ ਜਿੰਨੀ ਨਾਮ ਤੇ ਆਇਆ ਗਏ ਮੁਸ਼ੱਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਹੋਰ ਕੀਤੀ ਛੁੱਟੀ ਨਾਲ, ਹੋਰ ਕੀਤੀ ਛੁੱਟੀ ਨਾਲ ਵੀ ਆਉਂਦਾ। ਹਾਂਜੀ ਹਾਂ, ਬਾਕੀਆਂ ਦਾ ਵੀ ਛੁਟਕਾਰਾ ਹੋ ਗਿਆ। ਕਿਉਂ? ਉਹਨਾਂ ਨੇ ਕੋਈ ਮੰਤਰ ਥੋੜੀ ਮਾਰੇ, ਨਾ ਕੋਈ ਉਹਨਾਂ ਨੇ ਕੋਈ ਐਸਾ ਕੋਈ ਬੇੜੀ ਬਣਾ ਲਈ ਵੀ ਜਿਹਦੇ ਚ ਬਿਠਾ ਕੇ ਲੈ ਜਾਣਗੇ। ਉਹ ਕਹਿੰਦੇ ਵੀ ਜਿੱਦਾਂ ਮੈਨੂੰ ਉਪਦੇਸ਼ ਜਿੱਦਾਂ ਆਇਆ, ਗੁਰੂ ਦੇ ਹੁਕਮ ਦੇ ਅਨੁਸਾਰ ਮੈਂ ਚੱਲਿਆ, ਤੇ ਮੈਨੂੰ ਮੇਰੇ ਤੇ ਹੋਈ ਹੈ ਕਿਰਪਾ, ਤੇ ਸਭ ਤੇ ਹੋਏਗੀ। ਉਹ ਦੱਸ ਜਾਂਦੇ ਆ ਉਹਨਾਂ ਨੂੰ ਅੱਗੇ ਜਿਹੜਾ ਉਹ ਗੁਣ, ਅੱਗੇ ਜਿਹੜਾ ਗੁਰ ਹੈ, ਉਹ ਮਾਲਕ ਦਾ ਗਿਆਨ ਹੈ, ਉਹ ਅੱਗੇ ਉਹਨਾਂ ਨੂੰ ਯਾਦ ਕਰਾ ਜਾਂਦੇ ਆ, ਚੇਤੇ ਕਰਾ ਜਾਂਦੇ ਆ, ਸਮਰਨ ਕਰਾ ਜਾਂਦੇ ਆ, ਤੇ ਉਹ ਜਪਣਾ ਦੱਸ ਜਾਂਦੇ ਆ, ਤੇ ਉਹ ਨਿਕਲ ਜਾਂਦੇ ਆ ਲੋਕੀ। ਸੰਗਤ ਹੋਰ ਵੀ ਛੁੱਟ ਜਾਂਦੀ ਹੈ। ਤੇ ਉਹ ਇਸੇ ਕਰਕੇ ਉਹ ਕਹਿੰਦੇ ਵੀ ਉਹ ਜਿਹੜਾ ਕਿਉਂਕਿ ਉੱਥੇ ਸੱਚੋ ਹੀ ਸੱਚ ਨਿਬੜਾ, ਚੁਣਵਾ ਕੱਢੇ ਜਜਮਾਲ। ਹਾਂਜੀ ਹਾਂਜੀ ਹਾਂਜੀ। ਤੇ ਇੱਕ ਹੋਰ ਵੀ ਹੈ ਜਿਹੜੀ ਉਹ ਲਾਸਟ ਚ ਗੁਰੂ ਸਾਹਿਬ ਗੱਲ ਕਰ ਰਹੇ ਨੇ, ਤੇ ਆਪ ਜਪਿਆ ਵਰਾ ਨਾਮ ਜਪਾਵੇ। ਉਹ ਕਹਿੰਦੇ ਗੁਰ ਸਤਿਗੁਰ ਕਾ ਜੋ ਸਿੱਖ ਖਾਏ, ਸੋ ਭਲਕੇ ਉੱਠ ਹਰ ਨਾਮ ਧਿਆਵੇ। ਹੈ ਨਾ ਜੀ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਹਾਵੇ। ਅੰਮ੍ਰਿਤਸਰ ਨਹਾਵੇ, ਉਹ ਅੰਦਰ ਤੀਰਥ ਹੈ, ਅੰਦਰ ਅੰਮ੍ਰਿਤ ਹੈ, ਅੰਮ੍ਰਿਤ ਸਰੋਵਰ ਹੈ, ਉੱਥੇ ਇਸ਼ਨਾਨ ਕਰੇ। ਫਿਰ ਉਹ ਖੇਡ ਹੈ ਸਾਰੀ ਇਹ, ਫਿਰ ਦੂਸਰਿਆਂ ਨੂੰ ਜਿਹੜਾ ਫਿਰ ਦੂਸਰਿਆਂ ਨੂੰ ਉਪਦੇਸ਼ ਕਰ ਸਕਦਾ। ਆਪ ਜਪਿਆ ਵਰਾ ਨਾਮ ਜਪਾਵੇ। ਤੇ ਉਹ ਫਿਰ ਉਹ ਜਿੱਦਾਂ ਤੁਸੀਂ ਕਹਿੰਦੇ ਹੋ ਕਿ ਸਤਿਪੁਰਖ ਜਿਹਨੇ ਜਾਣਿਆ, ਸਤਿਗੁਰ ਤਿਸਕਾ ਨਾਮ, ਆਈ ਥਿੰਕ ਏਦਾਂ। ਬਿਲਕੁਲ ਬਿਲਕੁਲ, ਸਤਿਪੁਰਖ ਜਿਹਨੇ ਜਾਣਿਆ, ਸਤਿਗੁਰ ਤਿਸਕਾ ਨਾਮ, ਤਿਸਕੇ ਸੰਗ ਸਿੱਖ ਉਧਰੇ, ਨਾਨਕ ਹਰ ਗੁਣ ਗਾਓ। ਤੇ ਸਾਰੇ ਉਧਰ ਜਾਂਦੇ ਜੀ, ਮਾਲਕ ਕਿਰਪਾ ਕਰਿਆ ਨਾ ਜੀ। ਦੇਖੋ ਕਿੱਡਾ ਗਿਆਨ ਆ ਰਿਹਾ, ਦੇਖੋ ਮਾਲਕ ਆਪਣੇ ਆਪ ਦੱਸ ਰਹੇ ਨੇ ਉਹ ਸਾਨੂੰ ਸਾਰਾ ਕੁਝ। ਜੀ ਜੀ। ਅੱਛਾ, ਇੱਕ ਨਾ ਪਰਮਜੀਤ ਕੌਰ ਜੀ, ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਤੁਹਾਡਾ ਪੰਜੇ ਦਾ ਨਿਸ਼ਾਨ ਆ ਰਿਹਾ। ਪਰਮਜੀਤ ਕੌਰ ਪੰਮੀ, ਦੇਖੋ ਆਪਣਾ ਪੰਜੇ ਦਾ ਨਿਸ਼ਾਨ ਬੰਦ ਕਰ ਦਿਓ। ਵਾਹਿਗੁਰੂ ਜੀ, ਬੇਨਤੀ ਸੀਗੀ ਕਿ ਜਿਹੜਾ ਨਾ ਜਿੱਦਾਂ ਹੁਣ ਤੁਸੀਂ ਦੱਸਿਆ ਸੀਗਾ ਜੀ ਕਿ ਜਿਹੜਾ ਉਪਦੇਸ਼ ਦਿੰਦੇ ਨੇ, ਜਿਹੜਾ ਇੱਕ ਭਗਤ ਹੁੰਦਾ ਕਹਿੰਦੇ 21 ਕੁਲਾਂ ਤਾਰ ਦਿੰਦਾ। ਇੱਕਦਮ ਤੁਹਾਡੇ ਕੋਲ ਪਹਿਲਾਂ ਸੁਣ ਕੇ ਦੁਬਾਰਾ ਦੱਸ ਦਿਓ, ਮੇਰੇ ਨਾਲ ਦੋ ਹੋਰ ਵੀ ਸੰਗਤ ਦੇ ਬੈਠੇ ਉਹ ਵੀ ਸੁਣ ਲਈਏ। ਨਹੀਂ 21 ਕੁਲਾਂ ਨਹੀਂ, ਦੇਖੋ ਜਿਹੜਾ ਵੀ ਉਹਨਾਂ ਦੀ ਗੱਲ ਮੰਨਦਾ ਹੈ, ਹਾਂ ਉਹ ਤਾਂ 21 ਕੁਲਾਂ ਤਾਂ ਕੁਛ ਵੀ ਨਹੀਂ ਹੈਗੀਆਂ। ਦੇਖੋ ਇਹ ਦੇਖੋ ਹੁਣ ਜਿਹੜੇ ਗੁਰੂ ਨਾਨਕ ਸਾਹਿਬ ਹੋਏ, ਫਰੀਦ ਜੀ ਹੋਏ ਆ, ਬੇਣੀ ਜੀ ਹੋਏ ਆ, ਨਾਮਦੇਵ ਜੀ ਹੋਏ ਆ, ਸਾਰੇ ਭਗਤ ਜਿਹੜੇ ਹੈਗੇ ਹਾਲੇ ਤੱਕ ਕਿੰਨੀਆਂ ਕੁ ਕੁਲਾਂ ਤਾਰ ਲੀਆਂ? ਹੁਣ ਤਾਂ 2100 ਕੁਲਾਂ ਤਾਰਤੀਆਂ ਹੋਣੀਆਂ ਉਹਨਾਂ ਨੇ। ਉਹ ਤਾਂ ਤਾਰੀ ਜਾਂਦੇ ਆ ਭਾਈ, ਤਾਰੀ ਜਾਂਦੇ ਆ। ਅੱਛਾ, ਅੱਗੇ ਜਿਹੜੀ ਹੈਗੀ ਆ ਪੌੜੀ ਆਈ, ਪੌੜੀ। ਪਰਮਜੀਤ ਜੀ, ਤੁਸੀਂ ਸੁਣ ਨਹੀਂ ਰਹੇ ਗਿਆਨ ਸਾਡਾ? ਮੈਨੂੰ ਨਹੀਂ ਸਮਝ ਆ ਰਿਹਾ। ਹਾਂਜੀ ਵੀਰ ਜੀ, ਤੁਸੀਂ ਮੈਂ ਕੀਤਾ ਫਿਰ ਹੋ ਗਿਆ, ਪਤਾ ਨਹੀਂ ਕਿਉਂ ਏਦਾਂ ਲੱਗ ਜਾਂਦਾ। ਹਾਂਜੀ, ਫਿਰ ਆ ਗਿਆ, ਫਿਰ ਤੁਸੀਂ ਲਾਤਾ। ਹਾਂਜੀ, ਚਲਾ ਗਿਆ। ਉਹ ਤੇ ਲਾਈਟ ਜਗ ਗਈ ਤੇ ਸਮਝ ਲਓ ਪਤਾ ਲੱਗ ਜਾਂਦਾ ਤੁਹਾਨੂੰ। ਪੌੜੀ ਫਿਰ ਕਰੀ ਜਾ ਰਹੇ ਹੋ ਤੁਸੀਂ, ਹੁਣ ਛੱਡ ਦਿਓ, ਹੁਣ ਨਾ ਕਰੋ ਕੁਝ ਵੀ, ਬਸ। ਪੌੜੀ, ਇੱਕ ਕੰਧ ਮੂਲ ਚੁਣ ਖਾਏ ਵਣਖੰਡ ਵਾਸਾ।
ਕਹਿੰਦੇ ਆ ਦੇਖ ਲਓ, ਭਗਤੀ ਦੇ ਨਾਮ ਦੇ ਉੱਤੇ, ਲਿਵ ਦੇ ਰਸਤੇ ਦੇ ਉੱਤੇ ਇਸ ਤਰ੍ਹਾਂ ਦੇ ਕਰਮ ਕਾਂਡ ਹੁੰਦੇ ਆ ਭਾਈ। ਆ ਸਾਰੇ ਦੇ ਸਾਰੇ ਜਿਹੜੇ ਹੈਗੇ ਮਹਾਰਾਜ ਗਿਣਾ ਰਹੇ ਆ, ਆਪਾਂ ਨੂੰ ਦੱਸ ਰਹੇ ਆ। ਇਹਦੇ ਵਾਸਤੇ ਉਹ ਸ਼ਲੋਕ ਲਾਇਆ ਸੀਗਾ। ਪੌੜੀ ਇੱਕ ਕੰਧ ਮੂਲ ਚੁਣ ਖਾਏ ਵਣ ਖੰਡ ਵਾਸਾ। ਕਹਿੰਦੇ ਜਿਹੜੇ ਹੈਗੇ ਘਰ ਗ੍ਰਸਤੀ ਟੱਬਰ ਛੱਡ ਦਿੰਦੇ ਆ, ਟੱਬਰ ਵਿਚਾਰਾ ਰੋਂਦਾ ਹੈ, ਧਾਈ ਮਾਰ ਕੇ ਕਮਾਈ ਕਰਨ ਵਾਲਾ ਚਲੇ ਜਾਂਦਾ ਹੈ ਵਿਚਾਰਾ। ਜਿਹੜੇ ਘਰ ਵਾਲੀ ਪਤਾ ਨਹੀਂ ਕਿਸ ਤਰ੍ਹਾਂ ਗੁਜ਼ਾਰਾ ਕਰਦੀ ਹੈ, ਬੱਚਿਆਂ ਨੂੰ ਕਿਵੇਂ ਪਾਲਦੀ ਹੈ। ਕਹਿੰਦੇ ਆਪ ਵੀ ਜਾ ਕੇ ਜਿਹੜਾ ਹੈਗਾ ਜੰਗਲਾਂ ਦੇ ਵਿੱਚ ਜਾ ਕੇ ਕੰਧ ਮੂਲ ਖਾਂਦੇ ਆ, ਵਣਖੰਡ ਦੇ ਵਿੱਚ ਜਾ ਕੇ ਵਾਸਾ ਕਰ ਲੈਂਦੇ, ਪਹਾੜ ਦੇ ਉੱਤੇ ਜਾਂ ਹੋਰ ਕਿਤੇ। ਇੱਕ ਭਗਵਾ ਵੇਸ ਕਰ ਫਿਰੇ ਜੋਗੀ ਸੰਨਿਆਸਾ। ਇੱਕ ਜਿਹੜੇ ਹੈਗੇ ਭਗਵੇਂ ਕੱਪੜੇ ਪਾ ਲੈਂਦੇ ਆ, ਬਾਹਰਲੀ ਡਰੈਸ ਕੋਡ ਚੇਂਜ ਕਰ ਲੈਂਦੇ ਆ, ਜੋਗੀ ਸੰਨਿਆਸੀ ਹੋ ਜਾਂਦੇ ਆ। ਅੰਦਰ ਤ੍ਰਿਸ਼ਨਾ ਬਹੁਤ ਛਾਦਨ ਭੋਜਨ ਕੀ ਆਸਾ। ਤੇ ਅੰਦਰ ਜਿਹੜੀ ਹੈਗੀ ਉਹਨਾਂ ਦੇ ਅੰਦਰ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਤ੍ਰਿਸ਼ਨਾ, ਇਹ ਪਦਾਰਥਾਂ ਦੀ ਅੱਗ ਜਿਹੜੀ ਹੈਗੀ ਆ, ਇਹ ਉਸੇ ਤਰੀਕੇ ਨਾਲ ਭਾਂਬੜ ਮਚਾ ਰਹੀ ਹੈ। ਬਹੁਤ ਛਾਦਨ ਭੋਜਨ ਕੀ ਆਸਾ। ਫਿਰ ਜਿਹੜੇ ਹੈਗੇ ਜਾ ਕੇ ਗ੍ਰਸਤੀਆਂ ਦੇ ਘਰੋਂ ਮੰਗਣ ਵਾਸਤੇ ਲੰਘਦੇ ਆ ਭਾਈ, ਕਿਉਂਕਿ ਢਿੱਡ ਤਾਂ ਫਿਰ ਲੱਗਿਆ ਹੋਇਆ, ਢਿੱਡ ਨੇ ਤਾਂ ਫਿਰ ਜਿਹੜਾ ਹੈਗਾ ਭੁੱਖ, ਉਹ ਕੰਧ ਮੂਲ ਨਾਲ ਭੁੱਖ ਤਾਂ ਜਾਣੀ ਨਹੀਂ ਹੈ। ਫਿਰ ਜਿਹੜੇ ਹੈਗੇ ਛਾਦਨ ਕਹਿੰਦੇ ਕੱਪੜੇ ਕੁੱਪੜੇ ਜਿਹੜੇ ਹੈਗੇ, ਭੋਜਨ ਦੀ ਆਸ ਆ। ਫਿਰ ਇਸੇ ਪਾਸੇ ਜਿਹੜਾ ਹੈਗਾ ਉਹਨਾਂ ਦਾ ਸਮਾਂ ਜਾਂਦਾ ਹੈ। ਬਿਰਥਾ ਜਨਮ ਗਵਾਏ ਨਾ ਗਿਰਹੀ ਨਾ ਉਦਾਸਾ। ਕਹਿੰਦੇ ਬਿਰਥਾ ਜਨਮ ਗਵਾ ਲਿਆ ਆਪਣਾ, ਨਾ ਤਾਂ ਗਿਰਸਤੀ ਦਾ ਵੀ ਸੁੱਖ ਮਾਣ ਸਕਿਆ, ਨਾ ਜਿਹੜੇ ਹੈਗੇ ਉਦਾਸ ਹੋ ਸਕਿਆ। ਉਦਾਸ ਮਤਲਬ ਨਾ ਮਾਇਆ ਨੂੰ ਛੱਡ ਸਕਿਆ, ਨਾ ਇਹ ਖੇਡ ਨੂੰ ਛੱਡ ਸਕਿਆ, ਤੇ ਨਾ ਜਿਹੜੇ ਹੈਗੇ ਉਹ ਦੁਨਿਆਵੀ ਜਿਹੜੇ ਹੈਗੇ ਉਹ ਦੁਨੀਆ ਦਾ ਜਿਹੜਾ ਹੈਗਾ ਸਵਾਦ ਲੈ ਸਕੇ। ਆਪਣੇ ਘਰ ਗ੍ਰਸਤੀ ਦੇ ਵਿੱਚ ਰਹਿ ਕੇ ਹੀ ਜਿਹੜਾ ਹੈਗਾ ਭਗਤੀ ਕਰ ਲੈਂਦੇ, ਤੇ ਦੋਨੋਂ ਚੀਜ਼ਾਂ ਹੱਲ ਹੋ ਜਾਣੀਆਂ ਸੀਗੀਆਂ। ਰੱਬ ਵਾਲਾ ਪਾਸਾ ਜਿਹੜਾ ਹੈਗਾ ਉਸ ਪਾਸੇ ਮਨ ਦੇ ਨਾਲ ਚੜ੍ਹਾਈ ਕਰ ਲੈਂਦੇ, ਔਰ ਜੋ ਸਰੀਰ ਦੀ ਜੋ ਰਿਕੁਆਇਰਮੈਂਟ ਹੈ ਉਹ ਵੀ ਪੂਰੀ ਹੋ ਜਾਂਦੀ। ਨਾਨਕ ਸਤਿਗੁਰ ਭੇਟੀਏ ਪੂਰੀ ਹੋਵੇ ਜੁਗਤ, ਹਸੰਦਿਆਂ ਖਿਲੰਦਿਆਂ ਪਹਿਨੰਦਿਆਂ ਖਵੰਦਿਆਂ ਵਿੱਚ ਹੋਵੇ ਮੁਕਤ। ਆਹ ਹੈਗੀ ਭਾਈ ਗੁਰੂ ਨਾਨਕ ਸਾਹਿਬ ਦੀ ਜਾਂ ਭਗਤਾਂ ਦੀ ਜਿਹੜੀ ਹੈਗੀ ਆ, ਆਹ ਰਸਤਾ ਹੈਗਾ ਉਹਨਾਂ ਦਾ। ਜਮਕਾਲ ਸਿਰੋਂ ਨਾ ਉਤਰੈ ਤ੍ਰਿਬਦ ਮਨਸਾ। ਔਰ ਜਮਕਾਲ ਫਿਰ ਜੂਨਾਂ ਜਿਹੜੀਆਂ ਹੈਗੀਆਂ, ਇਹ ਜਿਹੜਾ ਹੈਗਾ ਉਹ ਸਿਰ ਤੋਂ ਉਤਰਦਾ ਨਹੀਂ ਹੈ ਭਾਈ। ਜਮਕਾਲ ਜਿਹੜਾ ਹੈਗਾ ਪੂਰੀ ਤਰ੍ਹਾਂ ਐਕਟਿਵ ਹੈਗਾ, ਕਿਉਂਕਿ ਹੋਰ ਕਿਸੇ ਵੀ ਤਰੀਕੇ ਦੇ ਨਾਲ ਜਮਕਾਲ ਜਿਹੜਾ ਹੈਗਾ ਨਹੀਂ ਉਤਰ ਸਕਦਾ, ਛੱਡਦਾ ਹੀ ਨਹੀਂ ਹੈ ਜਮਕਾਲ। ਜਮਕਾਲ ਸਿਰੋਂ ਨਾ ਉਤਰੈ ਤ੍ਰਿਬਦ ਮਨਸਾ, ਕਿਉਂਕਿ ਇਹ ਤ੍ਰਿਗੁਣੀ ਜਿਹੜੀ ਹੈਗੀ, ਤਮੋ ਰਜੋ ਸਤੋ, 3 ਗੁਣਾਂ ਵਾਲੀ ਮਾਇਆ ਜਿਹੜੀ ਹੈਗੀ, ਇਹ ਵਿਚਾਰ ਜਿਹੜੇ ਹੈਗੇ, ਇਹਦੀ ਤ੍ਰਿਸ਼ਨਾ ਜਿਹੜੀ ਹੈਗੀ ਆ ਉਸੇ ਤਰ੍ਹਾਂ ਬਰਕਰਾਰ ਹੈਗੀ। ਇਹਦੀਆਂ ਅੰਦਰ ਇੱਛਾਵਾਂ ਜਿਹੜੀਆਂ ਹੈਗੀਆਂ ਉਸੇ ਤਰ੍ਹਾਂ ਹੈਗੀਆਂ। ਇੱਛਾ ਪੈਦਾ ਹੁੰਦੀ ਹੈ, ਫਿਰ ਉਹਦੀ ਮਨਸਾ ਹੋ ਜਾਂਦੀ ਹੈ ਇੱਛਾ ਪੂਰਤੀ ਕਰਨ ਦੀ। ਜੇ ਕਿਤੇ ਸਹੀ ਗਾਈਡ ਗੁਰੂ ਦੀ, ਸਹੀ ਬ੍ਰਹਮ ਗਿਆਨੀਆਂ ਦੀ ਮੱਤ ਲਈ ਹੁੰਦੀ, ਤੇ ਜਿਹੜਾ ਹੈਗਾ ਇਹ ਸਾਲ ਹੋ ਜਾਣਾ ਸੀ ਇਹ ਕੇਸ। ਗੁਰਮਤੀ ਕਾਲ ਨਾ ਆਵੇ ਨੇੜੇ, ਜਾਂ ਹੋਵੇ ਦਾਸ ਨੇ ਦਾਸਾ। ਕਹਿੰਦੇ ਗੁਰੂ ਦੀ ਮੱਤ ਲਈ ਹੁੰਦੀ ਤੇ ਕਾਲ ਜਿਹੜਾ ਜੂਨਾਂ ਦੇ ਵਿੱਚ ਨਹੀਂ ਭਟਕ ਸਕਦਾ ਸੀਗਾ। ਜਿਹੜਾ ਵੀ ਇਨਸਾਨ ਧਿਆਨ ਸਿਮਰਨ ਕਰ ਰਿਹਾ ਆ, ਇਹ ਅੰਦਰ ਮਨ ਦੀ ਭਗਤੀ, ਮਨ ਨੂੰ ਫੜ ਰਿਹਾ ਆ, ਮਨ ਦੇ ਵਿਚਾਰ ਬੰਦ ਕਰ ਰਿਹਾ ਆ, ਮਨ ਜਿਹੜਾ ਹੈਗਾ ਉਹਨੂੰ ਵਿਸ਼ੇ ਵਿਕਾਰਾਂ 'ਚ ਜਾਣੋਂ ਰੋਕ ਰਿਹਾ ਆ, ਜੂਨਾਂ 'ਚ ਨਹੀਂ ਜਾਏਗਾ ਭਾਈ, ਨਹੀਂ ਜਾਏਗਾ। ਇੱਕ ਪਹਿਲੇ ਦਿਨ ਹੀ ਭਾਵੇਂ ਇਸ ਪਾਸੇ ਚੱਲ ਪਿਆ, ਜੂਨਾਂ ਦੇ ਵਿੱਚ ਜਾਣਾ ਬੰਦ ਹੋ ਜਾਏਗਾ ਜਿਹਨੇ ਯੂ ਟਰਨ ਲੈ ਲਿਆ। ਗੁਰਮਤੀ ਕਾਲ ਨੇੜੇ ਨਾ ਆਵੇ। ਜਿਹਦੇ ਕੋਲ ਗੁਰੂ ਦੀ ਮੱਤ ਆ, ਕਾਲ ਨੇੜੇ ਨਹੀਂ ਆ ਸਕਦਾ। ਮਜਾ ਲਿਆ ਕੋਈ ਜਿਹੜਾ ਹੈਗਾ ਵੀ ਉਹਨੂੰ ਧਰਮਰਾਜ ਜਿਹੜਾ ਹੈਗਾ ਜੂਨਾਂ ਦੇ ਵਿੱਚ ਡੱਕਰ ਦੇ। ਗੁਰਮਤੀ ਕਾਲ ਨੇੜੇ ਨਾ ਆਵੇ, ਕਾਲ ਨਾ ਆਵੇ ਨੇੜੇ, ਜਾਂ ਹੋਵੇ ਦਾਸ ਨੇ ਦਾਸਾ। ਜੇ ਦਾਸਾਂ ਦਾ ਦਾਸ ਹੋ ਕੇ ਨਿਮਰਤਾ ਗਰੀਬੀ ਦੇ ਨਾਲ ਜਿਹੜਾ ਹੈਗਾ ਇਹ ਸੰਸਾਰ ਦੀ ਯਾਤਰਾ ਕਰੇਗਾ, ਤੇ ਸੱਚਾ ਸ਼ਬਦ ਸੱਚ ਮਨੇ ਘਰ ਹੀ ਮਾਹੇ ਉਦਾਸਾ। ਕਿਤੇ ਜਾਣ ਦੀ ਲੋੜ ਨਹੀਂ ਆ, ਕਿਤੇ ਜਿਹੜਾ ਹੈਗਾ ਜੰਗਲ ਜਾਣ ਦੀ ਲੋੜ ਨਹੀਂ ਆ, ਕਿਤੇ ਗ੍ਰਸਤੀ ਛੱਡਣ ਦੀ ਲੋੜ ਨਹੀਂ ਆ। ਇਹ ਸੱਚਾ ਸ਼ਬਦ ਕੀ ਆ? ਆ ਗੁਰੂ ਦੀ ਮੱਤ ਹੈਗੀ ਭਾਈ। ਇਹ ਗਿਆਨ ਔਰ ਧਿਆਨ, ਬਸ ਸਵੇਰੇ ਸ਼ਾਮ ਦੀ ਭਗਤੀ ਜਿਹੜੀ ਹੈਗੀ, ਸੁੰਨ ਦੇ ਵਿੱਚ ਬੈਠੇ ਆਪਣੇ ਅੰਦਰ ਆਤਮਾ ਦੀ ਨੇੜਤਾ, ਆਪਣੇ ਵਿਚਾਰਾਂ ਨੂੰ ਰੋਕੇ, ਬਸ ਇਹ ਸੱਚਾ ਸ਼ਬਦ ਸੱਚ ਮਨੇ
ਘਰ ਹੀ ਮਾਇਆ ਉਦਾਸਾ, ਘਰ ਦੇ ਵਿੱਚ ਹੀ ਉਦਾਸ ਆ ਭਾਈ, ਘਰ ਦੇ ਵਿੱਚ ਰਹਿੰਦੇ ਹੋਏ ਸਾਰਾ ਮਾਇਆ ਚੋਗੇ ਦੇ ਵਿੱਚ ਹੀ ਉਦਾਸ ਆ, ਓਨਾ ਕੁ ਲੈਂਦਾ ਜਿੰਨੀ ਕੁ ਜ਼ਰੂਰਤ ਹੈਗੀ ਆ। ਨਾਨਕ ਸਤਿਗੁਰ ਸੇਵਨ ਆਪਣਾ, ਸੇ ਆਸਾ ਤੇ ਨਿਰਾਸਾ। ਬਸ ਕਹਿੰਦੇ ਦੇਖੋ ਜਿਨ੍ਹਾਂ ਨੇ ਸਤਿਗੁਰੂ ਨੂੰ, ਇਸ ਗਿਆਨ ਨੂੰ ਆਪਣਾ ਬਣਾ ਲਿਆ, ਉਹ ਕੀ ਹੈ ਕਹਿੰਦੇ ਸੇ ਆਸਾ ਤੇ ਨਿਰਾਸਾ, ਕਹਿੰਦੇ ਉਹ ਆਸ਼ਾਵਾਂ ਤੋਂ ਨਿਰਾਸ਼ ਹੋ ਜਾਂਦੇ ਆ ਭਾਈ। ਇਹ ਆਸਾਂ ਦੇ ਵਿੱਚ ਹੀ ਜਿਹੜੇ ਹੈਗੇ ਆ ਉਹ ਦੁਨੀਆ ਦੀਆਂ ਆਸਾਂ ਤੋਂ ਨਿਰਾਸ਼ ਹੋ ਜਾਂਦੇ ਆ। ਜੋ ਮਿਲ ਗਿਆ, ਜੋ ਮਾਲਕ ਨੇ ਦੇਤਾ, ਬਸ ਵਿਚਾਰ ਜਿਹੜੇ ਹੈਗੇ, ਵਿਚਾਰ ਜਾਂਦੇ ਨਹੀਂ ਨਾ ਪਾਸ ਦੇ ਵਿੱਚ ਨਾ ਫਿਊਚਰ ਦੇ ਵਿੱਚ, ਪ੍ਰੈਜ਼ੈਂਟ ਦੇ ਵਿੱਚ। ਬਸ ਜੋ ਜਿਸ ਤਰ੍ਹਾਂ ਦੀ ਸਿਚੁਏਸ਼ਨ ਆ ਉਸ ਤਰ੍ਹਾਂ ਦਾ ਉਹਨੂੰ ਜਿਹੜਾ ਹੈਗਾ ਹੱਲ ਕਰਕੇ ਔਰ ਅੱਗੇ ਭਗਤੀ ਕਰਦੇ। ਹਾਂਜੀ ਸੁਖਵਿੰਦਰ ਜੀ। ਹਾਂਜੀ ਜੀ 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 ਕੋਈ ਦੇਖੋ, ਮਨਮੁਖ ਤੇ ਗੁਰਮੁਖ ਦੋਨੋਂ ਰਸਤੇ ਇਸ ਸ਼ਬਦ ਦੇ ਵਿੱਚ ਮਾਲਕ ਨੇ ਗੁਰੂ ਸਾਹਿਬ ਨੇ ਬਿਆਨ ਕੀਤੇ ਹੈ। ਪਹਿਲਾਂ ਮਨਮੁਖ ਦਾ ਦੱਸ ਰਹੇ ਨੇ ਵੀ ਜਿਹੜਾ ਉਹ ਮਨ ਦੇ ਪਿੱਛੇ ਲੱਗਿਆ ਹੋਇਆ, ਕਰਮ ਕਾਂਡਾਂ 'ਚ ਫਸਿਆ ਹੈ ਕਿ ਵੀ ਜੰਗਲਾਂ 'ਚ ਚਲੇ ਜਾਵਾਂ, ਮੈਂ ਇਹਨੂੰ ਵੀ ਛੱਡਦਾ, ਗ੍ਰਸਤ ਦੇ ਵਿੱਚੋਂ ਮੈਂ ਆਹ ਛੱਡ ਕੇ ਭਾਜਾਂ, ਤੇ ਉਹ ਮਤਲਬ ਪਤਾ ਨਹੀਂ ਮੈਨੂੰ ਉੱਥੇ ਮਿਲ ਜੂਗੀ ਸ਼ਾਂਤੀ ਮੇਰੇ ਮਨ ਨੂੰ। ਉਹ ਮਨ ਨੂੰ ਕੰਟਰੋਲ ਨਾ, ਮਨ ਕੰਟਰੋਲ ਚਾਹੁੰਦਾ ਤੇ ਉਹ ਸਾਰਾ ਕੁਛ ਅੱਗਾ ਵੀ ਗਵਾ ਬੈਠਦੇ ਆ, ਪ੍ਰੈਜ਼ੈਂਟ ਵੀ ਖਰਾਬ ਕਰ ਲਿਆ ਆਪਣਾ। ਕਿਉਂ? ਕਿਉਂਕਿ ਉਹ ਜੋ ਮਰਜ਼ੀ ਕੰਦ ਮੂਲ ਖਾਈ ਜਾਂਦੇ ਹੈ, ਜੋ ਮਰਜ਼ੀ ਭਗਵੇਂ ਕੱਪੜੇ ਪਾਈ ਜਾ ਰਿਹਾ ਹੈ, ਇਸ ਸੰਸਾਰ ਤੋਂ ਉਦਾਸ ਹੋ ਗਿਆ। ਪਰ ਤ੍ਰਿਸ਼ਨਾ ਥੋੜੀ ਪਿੱਛੇ ਛੱਡਦੀ ਹੈ, ਉਹ ਤਾਂ ਨਾਲ ਹੀ ਜਾ ਰਹੀ ਹੈ। ਬਿਲਕੁਲ, ਉਹ ਤਾਂ ਜੰਗਲ 'ਚ ਵੀ ਨਾਲ ਹੀ ਤੁਰੀ ਫਿਰਦੀ ਹੈ। ਉਹ ਬਸ ਫਰਕ ਇੰਨਾ ਹੈ ਕਿ ਉੱਥੇ ਜਿੱਥੇ ਉਹ ਗਿਆ ਗ੍ਰਸਤੀ ਛੱਡ ਕੇ, ਉੱਥੇ ਉਹ ਪ੍ਰਸਥਿਤੀਆਂ ਨਹੀਂ ਹੈ, ਉੱਥੇ ਹਾਲਾਤ ਨਹੀਂ ਹੈ ਉਦਾਂ ਦੇ। ਬਿਲਕੁਲ, ਉਹ ਜਿੱਦਾਂ ਹੀ ਉਹਨਾਂ ਦੇ ਵਿੱਚ ਦੁਬਾਰਾ ਵਾਪਸ ਆਏਗਾ, ਪਰੇਸ਼ਾਨ ਤਾਂ ਉੱਥੇ ਵੀ ਹੈ ਅੰਦਰੋਂ ਮਨ ਤਾਂ, ਪਰ ਉਹ ਫਿਜ਼ੀਕਲੀ ਆਪਣੇ ਆਪ ਨੂੰ ਸਮਝ ਰਿਹਾ ਕਿ ਵੀ ਮੈਂ ਤਾਂ ਬੜਾ ਆਨੰਦ 'ਚ ਇੱਥੇ। ਪਰ ਉਹਨੂੰ ਇਹ ਨਹੀਂ ਪਤਾ ਵੀ ਜਦੋਂ ਤੂੰ ਉਹਨਾਂ ਪ੍ਰਸਥਿਤੀਆਂ 'ਚ ਜਾਏਗਾ ਤੇਰੀ ਕੀ ਹਾਲਤ ਹੋਊਗੀ। ਤੇ ਉਹ ਫਿਰ ਅੱਗੇ ਜਦੋਂ ਅੰਦਰੋਂ ਤ੍ਰਿਸ਼ਨਾ ਨਹੀਂ ਮੁੱਕਦੀ ਤੇ ਬਿਰਥਾ ਜਨਮ ਵੀ ਉਹਦਾ ਗਵਾਇਆ ਜਾਂਦਾ ਹੈ। ਕਿਉਂ? ਉਹ ਗ੍ਰਸਤੀ ਨਾ, ਉਹ ਗ੍ਰਸਤੀ ਰਿਹਾ ਨਾ, ਉਹ ਫਕੀਰੀ ਮਿਲੀ ਨਾ ਗ੍ਰਸਤੀ ਮਿਲੀ। ਹਾਂ, ਦੋਨੋਂ ਹੀ ਨਹੀਂ ਭੋਗ ਸਕਿਆ। ਧੋਬੀ ਦਾ ਕੁੱਤਾ ਨਾ ਘਰ ਦਾ ਨਾ ਘਾਟ ਦਾ। ਬਿਲਕੁਲ ਸਹੀ ਗੱਲ ਹੈ। ਠੀਕ ਹੈ ਜੀ। ਉਹ ਫਿਰ ਜਮਕਾਲ ਫਿਰ ਕਿੱਥੋਂ ਉਤਰੂਗਾ? ਦੂਜਾ ਰਸਤਾ ਮਾਲਕ ਦੇਖੋ ਉਹਦਾ ਨਾਲ ਹੀ ਇਹਦੇ 'ਚ ਦੂਸਰਾ ਪੱਖ ਵੀ ਦਿਖਾ ਰਹੇ ਨੇ ਕਿ ਵੀ ਉਹ ਜਿਹੜਾ ਗੁਰਮਤ ਫੜ ਲਈ ਜਿਹਨੇ, ਗੁਰੂ ਦਾ ਗਿਆਨ ਲੈ ਕੇ, ਜਿਵੇਂ ਜਿਨ੍ਹਾਂ ਨੇ ਕਮਾਈ ਕੀਤੀ ਆ 36 ਬ੍ਰਹਮ ਗਿਆਨੀਆਂ ਦੀ ਬਾਣੀ ਇਸ ਦੇ ਵਿੱਚ ਦਰਜ ਹੈ। ਤੇ ਉਹ ਕਹਿੰਦੇ ਫਿਰ ਉਹਨਾਂ ਦੇ ਅੰਦਰ ਘਰ ਦੇ ਵਿੱਚ ਹੀ, ਉੱਥੇ ਉਹ ਘਰ ਕਿਹੜਾ, ਹਿਰਦੇ ਘਰ ਅੰਦਰ ਆਪਣਾ, ਉਹ ਅੰਦਰ ਵੜੇ, ਧਿਆਨ 'ਚ ਗਏ ਤੇ ਉੱਥੇ ਦੇਖਿਆ, ਉੱਥੇ ਹੀ ਉਦਾਸਾ, ਉੱਥੇ ਹੀ ਉਦਾਸ ਹੋ ਗਏ ਉਹ ਜਨ ਤ੍ਰਿਸ਼ਨਾ ਤੋਂ। ਬਿਲਕੁਲ। ਤੇ ਉਹ ਜਿਹੜਾ ਫਿਰ ਜਿੱਦਾਂ ਉਹਨਾਂ ਦੇ ਸਤਿਗੁਰ ਨੇ ਹੁਕਮ ਕੀਤਾ, ਉਹਨਾਂ ਦੀ ਸੇਵਾ, ਉਹਨਾਂ ਨੇ ਜੋ ਦੱਸਿਆ ਉਸ ਰਸਤੇ ਤੇ, ਉਹ ਉੱਥੇ ਹੀ ਉਹ ਆਸਾ ਤੇ ਉਹ ਨਿਰਾਸ਼ ਹੋ ਗਏ ਤੇ ਉਹ ਆਪਣਾ ਇਸ ਰਸਤੇ ਤੇ, ਧਿਆਨ ਸਿਮਰਨ ਦੇ ਰਸਤੇ ਤੇ ਤੁਰ ਪਏ ਜੀ। ਬਿਲਕੁਲ ਜੀ। ਇਹ 5ਵੀਂ ਪੌੜੀ ਹੋ ਗਈ ਜੀ। ਹੁਣ ਅੱਗੇ 6ਵੀਂ ਪੌੜੀ ਆਈ, ਉਹਦੇ ਸ਼ਲੋਕ ਆ ਗਏ। ਸ਼ਲੋਕ ਮਹਲਾ ਪਹਿਲਾ। ਜੇ ਰਤ ਲੱਗੇ ਕੱਪੜਾ ਜਾਮਾ ਹੋਏ ਪਲੀਤ, ਜੋ ਰਤ ਪੀਵੇਂ ਮਾਨਸਾ ਤਿਨ ਕਿਉਂ ਨਿਰਮਲ ਚੀਤ। ਕਹਿੰਦੇ ਭਾਈ ਜੇ ਕੱਪੜੇ ਦੇ ਉੱਤੇ ਖੂਨ ਲੱਗ ਜਾਂਦਾ ਆ, ਕੱਪੜਾ ਕਹਿੰਦੇ ਗੰਦਾ ਹੋ ਗਿਆ, ਇਨਸਾਨ ਕਹਿੰਦਾ ਮੇਰਾ ਕੱਪੜਾ ਪਲੀਤ ਹੋ ਗਿਆ, ਮੈਲਾ ਹੋ ਗਿਆ ਕੱਪੜਾ। ਜੋ ਰਤ ਪੀਵੇਂ ਮਾਨਸਾ ਤਿਨ ਕਿਉਂ ਨਿਰਮਲ ਚੀਤ। ਕਹਿੰਦੇ ਜਿਹੜੇ ਇਨਸਾਨ ਜਿਹੜੇ ਹੈਗੇ ਲਹੂ ਪੀਂਦੇ ਆ, ਜੋ ਰਤ ਪੀਵੇਂ ਮਾਨਸਾ ਤਿਨ ਕਿਉਂ ਨਿਰਮਲ ਚੀਤ। ਕਹਿੰਦੇ ਉਹਨਾਂ ਦਾ ਚਿੱਤ ਜਿਹੜਾ ਹੈਗਾ ਕਿਵੇਂ ਜਿਹੜਾ ਹੈਗਾ ਨਿਰਮਲ ਹੋ ਸਕਦਾ ਹੈ। ਜਿਹੜੇ ਦੂਸਰੇ ਦਾ ਖੂਨ ਚੂਸਦੇ ਆ, ਦੂਸਰੇ ਦਾ ਹੱਕ ਮਾਰਦੇ ਆ, ਕਹਿੰਦੇ ਉਹਨਾਂ ਦਾ ਨਿਰਮਲ ਕਿਵੇਂ ਚਿੱਤ ਹੋ ਸਕਦਾ ਹੈ। ਨਾਨਕ ਨਾਉ ਖੁਦਾਏ ਕਾ ਦਿਲ ਹੱਛੈ ਮੁਖ ਲੈ। ਜੇ ਖੁਦਾ ਦਾ ਨਾਮ ਲੈਣਾ ਹੈ ਪਿਆਰਿਆ, ਭਗਤੀ ਕਰਨੀ ਆ, ਤੇ ਦੇਖ ਲਾ ਦਿਲ ਨੂੰ, ਦੇਖ ਲਾ ਦਿਲ ਨੂੰ, ਦੇਖ ਆਪਣੇ ਅੰਦਰ, ਆਪਣੇ ਮਨ ਨੂੰ ਫੜ। ਮਨ ਜਿਹੜਾ ਹੈਗਾ, ਮਨ ਦੇ ਨਾਲ ਭਗਤੀ ਹੋਣੀ ਆ। ਮਨ ਤੇਰਾ ਮਨ ਸਾਫ਼ ਹੋਣਾ ਚਾਹੀਦਾ ਹੈ, ਮਨ ਭਗਤੀ 'ਚ ਲੱਗਣਾ ਚਾਹੀਦਾ ਹੈ। ਖਾਲੀ ਉੱਪਰੋਂ ਜਿਹੜਾ ਹੈਗਾ ਮੂੰਹ ਦੇ ਨਾਲ ਭਗਤੀ ਨਹੀਂ ਚੱਲਣੀ। ਜੇ ਅੰਦਰ ਮਨ ਸਾਫ਼ ਆ ਤੇ ਤਾਂ ਮੂੰਹ ਦੀ ਭਗਤੀ ਵੀ ਜਿਹੜੀ ਹੈ ਸੋਨੇ 'ਚ ਸੁਹਾਗਾ ਹੋ ਜਾਏਗੀ।
ਨਾਨਕ ਨਾਉ ਖੁਦਾਏ ਕਾ ਦਿਲ ਹੱਛੈ ਮੁਖ ਲੈ। ਦਿਲੋਂ ਜਿਹੜਾ ਹੈਗਾ ਆਪਾਂ ਚਾਹੀਏ ਕਿ ਮੇਰੇ ਅੰਦਰ ਅਵਗੁਣ ਆ, ਮੈਂ ਜਿਹੜਾ ਹੈਗਾ ਮੈਂ ਇਹ ਅਵਗੁਣ ਛੱਡਣਾ ਚਾਹੁੰਦਾ ਹੈ, ਮੈਂ ਆਪਣੀ ਮੈਲ ਸਾਫ਼ ਕਰਨਾ ਚਾਹੁੰਦਾ ਹੈ। ਆਪਾਂ ਨੂੰ ਮੈਲ ਕੀ ਹੈਗੀ ਆ? ਮੈਲ ਕੋਈ ਮਨ ਨਾ ਦਿਖਦਾ ਹੈ, ਨਾ ਮੈਲ ਦਿਖਦੀ ਆ। ਮੈਲ ਜਿਹੜੀ ਹੈਗੀ ਅੱਖਾਂ ਬੰਦ ਕਰੀਏ, ਆਪਾਂ ਚੁੱਪ ਕਰਕੇ ਬੈਠੀਏ ਤੇ ਆਪਾਂ ਨੂੰ ਪਤਾ ਲੱਗੂਗਾ ਵੀ ਆਪਾਂ ਆਪਣੇ ਅੰਦਰ ਕਿਹੇ ਜਿਹੇ ਵਿਚਾਰ ਚੱਲ ਰਹੇ ਆ। ਮੈਲ ਆਪਣੇ ਸਾਹਮਣੇ ਆਏਗੀ, ਕਿੱਥੇ ਕਿੱਥੇ ਮੈਲ ਲੱਗੀ ਹੋਈ ਆ। ਕਾਮ ਦੀ, ਕ੍ਰੋਧ ਦੀ, ਲੋਭ ਦੀ, ਮੋਹ ਦੀ, ਤ੍ਰਿਸ਼ਨਾ ਕਿਹੀ ਜੀ ਹੈਗੀ, ਨਿੰਦਿਆ ਦੀ, ਚੁਗਲੀ ਦੀ, ਈਰਖਾ ਦੀ, ਇਹੋ ਜਿਹੇ ਵਿਚਾਰ ਆਉਣਗੇ ਆਪਣੇ ਅੰਦਰ। ਉਹ ਹੈਗੀ ਮੈਲ, ਉਹਨੂੰ ਸਾਫ਼ ਕਰਨਾ ਹੈ, ਉਹਨਾਂ ਨੂੰ ਛੱਡਣਾ ਹੈ ਆਪਾਂ ਨੇ। ਇਹਨੂੰ ਕਹਿੰਦੇ ਆ ਭਗਤੀ। ਨਾਨਕ ਨਾਉ ਖੁਦਾਏ ਕਾ ਦਿਲ ਹੱਛੈ ਮੁਖ ਲੈ। ਅਵਰ ਦਿਵਾਜੇ ਦੁਨੀ ਕੇ ਝੂਠੇ ਅਮਲ ਕਰੇ ਹੋ। ਕਹਿੰਦੇ ਬਾਕੀ ਜਿਹੜੇ ਹੈਗੇ ਦਿਖਾਵੇ ਹੈਗੇ, ਬਾਕੀ ਜਿਹੜੇ ਹੈਗੇ ਜੋ ਕਰਮ ਕਾਂਡ ਹੈਗੇ, ਜੋ ਰਹਿਤ ਮਰਿਆਦਾ ਜਿਹੀ ਜੀ ਵੀ ਹੈਗੀ ਭਾਈ, ਜੇ ਆਪਣੇ ਮਨ ਨੂੰ, ਦਿਲ ਨੂੰ ਨਹੀਂ ਆਪਾਂ ਅੰਦਰੋਂ ਜਿਹੜੇ ਹੈਗੇ ਆਪਣੇ ਵਿਚਾਰਾਂ ਨੂੰ ਨਹੀਂ ਰੋਕਦੇ, ਅੰਦਰ ਆਪਣੇ ਜਿਹੜਾ ਹੈਗਾ ਨਹੀਂ ਦੇਖਦੇ, ਅੰਦਰ ਦੀ ਗੰਦਗੀ ਨਹੀਂ ਦੂਰ ਕਰਦੇ, ਤੇ ਭਾਈ ਬਾਕੀ ਜਿਹੜੇ ਹੈਗੇ ਝੂਠੇ ਦਿਖਾਵੇ ਹੈਗੇ ਆ। ਬਾਕੀ ਜੋ ਵੀ ਅਮਲ ਕਰ ਰਹੇ ਆ, ਅਮਲ ਕਰੇ, ਮਹਾਰਾਜ ਕਹਿੰਦੇ ਝੂਠੇ ਅਮਲ ਕਰੇ ਦੁਨੀ ਕੇ। ਸਾਰੀ ਦੁਨੀਆ ਦੇ ਜਿਹੜੇ ਹੈਗੇ ਕਰਮ ਕਾਂਡ ਟੋਟਲ ਗਿਣਾਤੇ ਮਹਾਰਾਜ ਨੇ, ਪਹਿਲੀ ਪਾਤਸ਼ਾਹੀ ਨੇ। ਜੇ ਦਿਲ ਨੂੰ, ਜੇ ਮਨ ਨੂੰ ਨਹੀਂ ਫੜਦਾ ਪਿਆਰਿਆ, ਨਾਨਕ ਨਾਉ ਖੁਦਾਏ ਕਾ ਦਿਲ ਹੱਛੈ ਮੁਖ ਲੇਹੋ। ਕਹਿੰਦੇ ਦੇਖ ਲਾ ਪਿਆਰਿਆ, ਦਿਲ ਚਾਹੀਦਾ ਪਵਿੱਤਰ। ਜੇ ਨਹੀਂ ਪਵਿੱਤਰ ਹੈਗਾ ਤੇ ਉਹਨੂੰ ਜਿਹੜਾ ਹੈਗਾ ਉਹਨੂੰ ਡਰਾਪ ਕਰ, ਉਹਨੂੰ ਸੰਕੋਚ ਕਰ, ਉਸਨੂੰ ਉਸ ਮੈਲ ਨੂੰ ਹਟਾ, ਵਿਚਾਰਾਂ ਨੂੰ ਰੋਕ। ਅਵਰ ਦਿਵਾਜੇ ਦੁਨੀ ਕੇ। ਬਾਕੀ ਜਿਹੜੇ ਹੈਗੇ ਕਰਮ ਕਾਂਡ, ਬਾਕੀ ਦੁਨੀਆ ਦੇ ਜਿਹੜੇ ਹੈਗੇ ਦਿਖਾਵੇ ਹੈਗੇ ਆ, ਝੂਠੇ ਅਮਲ ਆ ਤੇਰੇ ਪਾਏ, ਝੂਠੇ ਤੇਰੇ ਜਿਹੜੇ ਹੈਗੇ, ਜਿਹੜੇ ਜੋ ਨਿਤ ਨੇਮ ਕਰ ਰਹੇ ਆ, ਜੋ ਵੀ ਨਿਯਮ ਹੈ, ਭਾਵੇਂ ਹਿੰਦੂ, ਮੁਸਲਮਾਨ, ਸਿੱਖ, ਈਸਾਈ, ਜਿਹੜੇ ਵੀ ਨੇਮ ਹੈਗੇ ਪਾਏ, ਜਿੱਥੇ ਵੀ ਨਹਾ ਰਹੇ ਆ, ਧੋ ਰਹੇ ਆ, ਜੋ ਮਰਜ਼ੀ ਕਰ ਰਹੇ ਆ, ਜੇ ਦਿਲ ਨੂੰ ਨਹੀਂ, ਮਨ ਨੂੰ ਨਹੀਂ ਫੜ ਰਿਹਾ ਪਿਆਰਿਆ, ਤੇ ਬਾਕੀ ਸਾਰੇ ਅਮਲ ਝੂਠੇ ਹੈਗੇ, ਦਿਖਾਵਾ ਹੈਗਾ। ਹਾਂਜੀ ਹਾਂਜੀ ਹਾਂਜੀ। ਉਹ ਗੁਰੂ ਸਾਹਿਬ ਦਾ ਇੱਕ ਸ਼ਬਦ ਆਉਂਦਾ, ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ। ਹਾਂ, ਇਹ ਅਮਲ ਨਹੀਂ ਹੈ ਬਿਲਕੁਲ। ਉਹ ਪਹਿਲੀ ਤੁੱਕ ਸ਼ਾਇਦ ਹਿੰਦੂ ਵੱਡਾ ਕੇ ਮੁਸਲਮਾਨ। ਹਾਂ, ਹਿੰਦੂ ਵੱਡਾ ਕੇ ਮੁਸਲਮਾਨ ਹੋਏ। ਇਹ ਭਾਈ ਗੁਰਦਾਸ ਜੀ ਦਾ ਹੈਗਾ ਸ਼ਬਦ। ਭਾਈ ਗੁਰਦਾਸ ਜੀ ਦਾ। ਹਾਂਜੀ ਹਾਂਜੀ ਬਿਲਕੁਲ। ਹਾਂਜੀ। ਤੇ ਉਹ ਦੇਖੋ, ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ। ਕਿਉਂ? ਅਮਲ ਤਾਂ ਮਤਲਬ ਉਹ ਇੱਕ ਪਾਸੇ ਤਾਂ ਕਹਿੰਦੇ ਕਿ ਜੇ ਰੱਤ ਲੱਗੇ ਕੱਪੜੇ ਜਾਮਾ ਹੋਏ ਪਲੀਤ, ਤੇ ਜੇ ਰੱਤ ਨਾਲ ਕੱਪੜਾ ਪਲੀਤ ਹੋ ਸਕਦਾ ਹੈ, ਮਤਲਬ ਕੱਪੜਿਆਂ ਨੂੰ ਲੱਗ ਜਾਏ ਤਾਂ ਜਾਮਾ ਤੇਰਾ ਪਲੀਤ ਹੋ ਗਿਆ। ਤੇ ਜੇ ਤੂੰ ਮਤਲਬ ਉਹਨਾਂ ਲੋਕਾਂ ਦੀ ਰੱਤ ਪੀ ਰਹੇ ਆ, ਆਰਾਮ ਦੀ ਕਮਾਈ ਕਰ ਰਹੇ ਆ, ਜੋ ਤੇਰਾ ਹੱਕ ਨਹੀਂ ਹੈ ਉਹ ਖਾ ਰਹੇ ਆ, ਹੈਨਾ ਜੀ, ਤੇ ਫਿਰ ਤੂੰ ਉਸ ਕੈਟੇਗਰੀ 'ਚ ਨਹੀਂ ਆਉਂਦਾ। ਬਿਲਕੁਲ ਬਿਲਕੁਲ ਆਉਂਦਾ ਹੈ ਜੀ। ਤੇ ਜੋ ਹੁਣ ਇਨਸਾਨਾਂ ਦਾ ਘਾਣ ਹੋ ਰਿਹਾ ਹੈ ਸੰਸਾਰ ਦੇ ਅੰਦਰ, ਤੇ ਉਹਨੂੰ ਉਹ ਸਜ਼ਾ ਕਿਤੇ ਮਾਫੀ ਲਾਇਕ ਹੈ। ਤੇ ਉਹ ਕਿੱਥੇ ਲੇਖਾ ਦੇਣਗੇ? ਤੇ ਉਹ ਨਾਲ ਹੀ ਫਿਰ ਗੁਰੂ ਸਾਹਿਬ ਕਹਿ ਰਹੇ ਕਿ ਉਹ ਨਾਨਕ ਨਾਉ ਖੁਦਾਏ ਕਾ ਦਿਲ ਹੱਛੈ ਮੁਖ ਲੇਹੋ। ਤੇ ਪਹਿਲਾਂ ਅੰਦਰ ਸਾਫ਼ ਕਰ ਆਪਣਾ ਮਨ ਨੂੰ ਧੋ ਅੰਦਰੋਂ, ਤੇ ਫਿਰ ਤੂੰ ਤਾਂ ਫਿਰ ਤੇਰੇ ਅਮਲ ਸੱਚੇ ਹੋਣਗੇ। ਬਿਲਕੁਲ। ਅਦਰਵਾਈਜ਼ ਕੋਈ ਬਿਨਾਂ ਅਮਲਾਂ ਤੋਂ ਜੋ ਮਰਜ਼ੀ ਗਿਆਨ ਦੇਈ ਜਾ, ਜੋ ਮਰਜ਼ੀ ਮਤਲਬ ਲੋਕਾਂ ਨੂੰ ਉਪਦੇਸ਼ ਦੇਈ ਜਾ। ਅਵਰ ਉਪਦੇਸ਼ ਆਪ ਨਾ ਕਰੇ, ਆਵਤ ਜਾਵਤ ਜਨਮੇ ਮਰੇ। ਹਾਂਜੀ। ਗੋਰਖੀ ਸਾਹਿਬ ਆ ਗਏ। ਗੋਰਖੀ ਸਾਹਿਬ ਜੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਤਾਂ ਲੱਗ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੇਜਰ ਸਾਹਿਬ, ਆਪ ਕੰਟੀਨਿਊ ਕਰੋ ਪਲੀਜ਼। ਹਾਂਜੀ, ਅਸੀਂ 140 ਅੰਗ ਦੇ ਉੱਤੇ ਹੈਗੇ ਆ। ਪਹਿਲੀ ਪਾਤਸ਼ਾਹੀ ਦਾ ਫਿਰ ਸ਼ਲੋਕ ਆ ਗਿਆ, ਮਹੱਲਾ ਪਹਿਲਾ। ਜਾਂ ਹੋ ਨਾਹੀਂ ਤਾਂ ਕਿਆ ਆਖਾਂ। ਮਹਾਰਾਜ ਜਿਹੜੇ ਹੈਗੇ ਕਹਿੰਦੇ ਆ, ਮੇਰੇ ਵਰਗੇ ਉਪਦੇਸ਼ਕ ਦੀ ਗੱਲ ਕਰ ਰਹੇ ਆ, ਕਹਿੰਦੇ ਕਿ ਜਾਂ ਹੋ ਨਾਹੀਂ, ਕਹਿੰਦੇ ਮੇਰੇ ਕੋਲ ਮੈਂ ਕੁਛ ਹੈ ਹੀ ਨਹੀਂ ਹੈਗਾ, ਮੇਰੇ ਕੋਲ ਕੁਛ ਨਹੀਂ ਹੈਗਾ, ਮੇਰੀ ਕੋਈ ਸਪਿਰਚੁਅਲ ਜਿਹੜੀ ਹੈਗੀ ਜਰਨੀ ਹੈ ਨਹੀਂ ਗੀ, ਤੇ ਮੈਂ ਦੂਜਿਆਂ ਨੂੰ ਕੀ ਉਪਦੇਸ਼ ਕਰ ਸਕਦਾ ਹਾਂ? ਜਾਂ ਹੋ ਨਹੀਂ ਤਾਂ ਕਿਆ ਆਖਾਂ। ਮੈਂ ਕਿਸੇ ਨੂੰ ਕੀ ਆਖ ਸਕਦਾ? ਕਿਹਨੂੰ ਮੈਂ ਕੀ ਉਪਦੇਸ਼ ਕਰਨ ਜੋਗਾ ਹੈਗਾ ਭਾਈ? ਕਿਹ ਨਹੀਂ ਕਿਆ ਹੋਵਾਂ? ਮੇਰੇ ਕੋਲ ਤਾਂ ਕੁਛ ਨਹੀਂ ਹੈਗਾ। ਮੈਂ ਕੀ ਮੇਰੀ ਕੀ ਹਸਤੀ ਹੈਗੀ? ਕੀ ਹੋ ਸਕਦਾ ਹੈ ਮੈਂ?
ਕੀਤਾ ਕਰਨਾ ਕਹਿਆ ਕਤਨਾ ਭਰਿਆ ਭਰ ਭਰ ਧੋਵਾਂ। ਕਹਿੰਦੇ ਮੇਰਾ ਕੀਤਾ ਹੋਇਆ, ਮੇਰਾ ਕਰਨਾ, ਮੇਰਾ ਕਥਨਾ, ਕਹਿੰਦੇ ਸਾਰਾ ਦਾ ਸਾਰਾ ਜਿਹੜਾ ਹੈਗਾ ਮੈਲ ਦੇ ਨਾਲ, ਅਵਗੁਣਾਂ ਦੇ ਨਾਲ ਭਰਿਆ ਹੋਇਆ ਆ, ਤੇ ਭਰ ਕੇ ਫਿਰ ਮੈਂ ਧੋਣਾ ਆ ਉਹਨੂੰ। ਇਹੋ ਜਿਹੀ ਮੇਰੀ ਜਿਹੜਾ ਹੈਗਾ ਰੂਟੀਨ ਹੈਗਾ, ਆ ਮੇਰਾ ਰੂਟੀਨ ਹੈਗਾ। ਆਪ ਨਾ ਬੁੱਝਾਂ ਲੋਕ ਬੁਝਾਈ, ਐਸਾ ਆਗੂ ਹੋਵਾਂ। ਇਹੋ ਜਿਹਾ ਆਗੂ ਹੈਗਾ ਮੈਂ। ਆਪ ਤਾਂ ਉਸ ਰਸਤੇ ਤੇ ਚੱਲਦਾ ਨਹੀਂ ਆ। ਆਪ ਮੈਨੂੰ ਬ੍ਰਹਮ ਗਿਆਨ ਦੇ ਬਾਰੇ ਇੱਲ ਕੁੱਕੜ ਦਾ ਪਤਾ ਨਹੀਂ ਆ, ਤੇ ਮੈਂ ਦੂਜਿਆਂ ਨੂੰ ਜਿਹੜਾ ਹੈਗਾ ਉਪਦੇਸ਼ ਦੇ ਰਿਹਾ, ਲੋਕਾਂ ਨੂੰ ਬੁਝਾਈ ਦੇ ਰਿਹਾ। ਆਪ ਨਾ ਬੁੱਝਾਂ ਲੋਕ ਬੁਝਾਈ, ਐਸਾ ਆਗੂ ਹੋਵਾਂ। ਇਹ ਤਾਂ ਭਾਈ ਫਿਰ ਮਹਾਰਾਜ ਕਹਿੰਦੇ ਆ, ਨਾਨਕ ਅੰਧਾ ਹੋਏ ਕੇ ਦੱਸੇ ਰਾਹੇ, ਸਭ ਸਮੂਹਾਏ ਸਾਥ ਹੈ। ਕਹਿੰਦੇ ਅੰਨਾ ਹੋ ਕੇ ਤੇ ਰਾਹ ਦੱਸ ਰਿਹਾ ਲੋਕਾਂ ਨੂੰ, ਔਰ ਸਾਰੇ ਜਿੰਨੇ ਵੀ ਰਾਹ ਲੈਣ ਵਾਲੇ ਹੈਗੇ ਉਹ ਸਾਰਿਆਂ ਨੂੰ ਲੁਟਾਈ ਜਾ ਰਿਹਾ ਹੈ, ਸਾਰਿਆਂ ਨੂੰ ਗਲਤ ਰਸਤੇ ਤੇ ਪਾ ਕੇ ਆਪ ਵੀ ਡੁੱਬਿਆ, ਬਾਕੀਆਂ ਨੂੰ ਵੀ ਡੋਬ ਦਿੱਤਾ। ਅੱਗੇ ਗਿਆ ਮੂੰਹੇ ਮੂੰਹ ਪਾਏ, ਸੋ ਐਸਾ ਆਗੂ ਜਾਪੈ। ਕਹਿੰਦੇ ਅੱਗੇ ਜਾ ਕੇ ਧਰਮਰਾਜ ਨੇ ਫਿਰ ਜਿਹੜਾ ਹੈਗਾ ਮੂੰਹ ਦੇ ਉੱਤੇ ਹੀ ਦਨਾ ਦਨ ਜਿਹੜਾ ਹੈਗਾ ਛਿੱਤਰ ਲਾਉਣੇ ਆ, ਔਰ ਜੂਨਾਂ ਦੇ ਵਿੱਚ ਡੱਕਰ ਦੇਣਾ ਭਾਈ। ਅੱਗੇ ਗਿਆ ਮੂੰਹੇ ਮੂੰਹ ਪਾਹੇ, ਪਾਹੇ ਮਤਲਬ ਹੁੰਦਾ ਹੈ ਜੁੱਤੀ, ਛਿੱਤਰਾਂ ਦੀ ਸਜ਼ਾ। ਅੱਗੇ ਗਿਆ ਮੂੰਹੇ ਮੂੰਹ ਪਾਹੇ, ਸੋ ਐਸਾ ਪਨਹੀ ਕਹਿੰਦੇ ਆ ਉਹਨੂੰ, ਜੁੱਤੀ ਨੂੰ ਪਨਹੀ ਕਹਿੰਦੇ ਆ। ਅੱਗੇ ਗਿਆ ਮੂੰਹੇ ਮੂੰਹ ਪਾਹੇ, ਸੋ ਐਸਾ ਆਗੂ ਜਾਪੇ। ਕਹਿੰਦੇ ਇਹੋ ਜਿਹਾ ਆਗੂ ਜਾਪ ਰਿਹਾ ਹੈ ਭਾਈ। ਆਗੂ ਹੈਗੇ ਅੱਜ ਕੱਲ੍ਹ। ਹਾਂਜੀ ਗੋਰਖੀ ਸਾਹਿਬ। ਹਾਂਜੀ ਠੀਕ ਹੈ ਜੀ। ਸਾਧ ਸੰਗਤ ਜੀ ਉਹ ਗੱਲ ਕਲੀਅਰ ਕੱਟ ਕਰ ਰਹੇ ਆ। ਕਹਿੰਦੇ ਆ ਕਿ ਦੇਖੋ ਇੱਥੇ ਕੋਈ ਐਵੇਂ ਅੰਨ੍ਹੇਵਾਹ ਭੱਜਣ ਦਾ ਫਾਇਦਾ ਨਹੀਂ ਹੈ। ਕਹਿੰਦਾ ਤੁਮ ਕਿਉਂ ਦੌੜੇ? ਕਹਿੰਦਾ ਤੁਮ ਦੌੜੇ ਤਾਂ ਹਮ ਵੀ ਦੌੜੇ। ਕਹਿੰਦੇ ਜੇ ਕੋਈ ਤੁਸੀਂ ਮਤਲਬ ਇਸ ਮਾਰਗ ਤੇ ਚੱਲਣਾ ਹੈ ਤੇ ਜ਼ਿੰਦਗੀ ਬੜੀ ਕੀਮਤੀ ਹੈ, ਐਵੇਂ ਕਿਸੇ ਦੇ ਮਗਰ ਨਹੀਂ ਲੱਗ ਜਾਣਾ। ਫਿਰ ਕੀ ਕਰਾਂਗੇ? ਮਹਾਰਾਜ ਕਹਿੰਦੇ ਨੇ, ਦਾਦੇ ਨੇ, ਉਹ ਕਹਿੰਦੇ 3 ਕਿਸਮ ਦੇ ਪ੍ਰਮਾਣ ਹੁੰਦੇ ਆ। ਇੱਕ ਹੁੰਦਾ ਪ੍ਰਤੱਖ ਪ੍ਰਮਾਣ, ਤੁਸੀਂ ਅੱਖੀਂ ਆਪਣੀ ਚੀਜ਼ ਦੇਖ ਲਈ ਹੈ, ਇੱਕ ਉਹ ਪ੍ਰਮਾਣ ਆ। ਇੱਕ ਹੁੰਦਾ ਅਨੁਮਾਨ। ਅਨੁਮਾਨ ਦਾ ਮਤਲਬ ਗ੍ਰੰਥਾਂ 'ਚ ਤੇ ਇਹ ਲਿਖਿਆ ਕਿ ਤੁਸੀਂ ਕਿਤੇ ਜਗ੍ਹਾ ਤੇ ਵੇਖਿਆ ਧੂੰਆਂ, ਤੇ ਤੁਸੀਂ ਅੰਦਾਜ਼ਾ ਲਾ ਸਕਦੇ ਜੋ ਉੱਥੇ ਅੱਗ ਲੱਗੀ ਹੈ। ਠੀਕ ਹੈ ਜੀ। ਤੇ ਇੱਕ ਹੈਗਾ ਸ਼ਬਦ ਪ੍ਰਮਾਣ। ਸ਼ਬਦ ਪ੍ਰਮਾਣ ਜਿਹੜਾ ਵਾ ਉਹ ਸ਼ਬਦ ਹੈ ਕਿ ਅਖਬਾਰ ਪੜ੍ਹ ਲੈਂਦੇ ਆ, ਆਪਾਂ ਨੂੰ ਪਤਾ ਹੈ ਕਿ ਇਹ ਜਿਹੜੀ ਅਖਬਾਰ ਹੈ ਇਹ ਆਥੈਂਟਿਕ ਹੈ, ਤੇ ਇਸ ਅਖਬਾਰ ਦੇ ਵਿੱਚ ਜਿਹੜੀ ਖਬਰ ਆ ਉਹ ਸਹੀ ਆ। ਨਿੱਜਰ ਸਾਹਿਬ ਸਹੀ ਆ ਜੀ? ਬਿਲਕੁਲ। ਤੇ ਇਹਦਾ ਮਤਲਬ ਤੇ ਇਹੋ ਹੀ ਆ ਕਿ ਜੇਕਰ ਕਈ ਵਾਰੀ ਸਾਡਾ ਜਦੋਂ ਸਾਨੂੰ ਪਤਾ ਵੀ ਹੁੰਦਾ ਕਿ ਇਹ ਜਿਹੜਾ ਅਖਬਾਰ 'ਚ ਇਹ ਖਬਰ ਦਿੱਤੀ ਹੈ ਤੇ ਸਹੀ ਨਹੀਂ ਹੈ, ਉੱਥੇ ਵੀ ਆਪਾਂ ਸ਼ੱਕ ਕਰ ਸਕਦੇ। ਇਸੇ ਹੀ ਤਰ੍ਹਾਂ ਇਹ ਜੇਕਰ ਤੁਸੀਂ ਧਾਰਮਿਕ ਯਾਤਰਾ ਕਰਨੀ ਹੈ ਨਾ, ਦੇਖੋ ਇਹ ਬਾਣੀ ਦਾ ਹੀ ਤੁਹਾਡੇ ਕੋਲ ਇੱਕ ਪ੍ਰਮਾਣ ਆ। ਇਹ ਗ੍ਰੰਥ, ਤੁਸੀਂ ਗ੍ਰੰਥ ਦੀ ਸੇਧ ਲੈ ਕੇ ਚੱਲੋਗੇ, ਫਿਰ ਅਗਲੇ ਬੰਦੇ ਜਿਹੜਾ ਬੰਦਾ ਤੁਹਾਨੂੰ ਸਮਝਾ ਰਿਹਾ ਹੈ ਤੇ ਉਹਨੂੰ ਕੰਪੇਅਰ ਕਰੋ, ਫਿਰ ਹੀ ਗੱਲ ਕਲੀਅਰ ਹੋਣੀ ਹੈ। ਨਹੀਂ ਤੇ ਅਗਲਾ ਕੀ ਸੁਣਾ ਰਿਹਾ, ਤੁਹਾਨੂੰ ਕੀ ਪਤਾ ਉਹਦਾ ਕੀ ਸਵਾਰਥ ਹੈਗਾ। ਔਰ ਜ਼ਿਆਦਾਤਰ ਜਿਹੜੀ ਦੁਨੀਆ ਉਲਝ ਗਈ ਆ, ਉਹ ਕੇਵਲ ਇਸ ਕਰਕੇ ਉਲਝ ਗਈ ਆ, ਉਹਨਾਂ ਨੇ ਲੋਕਾਂ ਦੇ ਪਿੱਛੇ ਜਾਣਾ ਸ਼ੁਰੂ ਕਰਤਾ, ਲੋਕਾਂ ਦੇ ਪਿੱਛੇ ਚੱਲ ਜਾਂਦੇ ਆ। ਪਰ ਬੇਸ਼ੱਕ ਮੈਂ ਚਾਹੁੰਦਾ ਵਾਂ ਜਾਣਾ ਦਿੱਲੀ, ਪਰ ਮੈਂ ਜੇ ਦਿੱਲੀ ਦੀ ਬੱਸ 'ਚ ਨਹੀਂ ਬੈਠਾ ਤੇ ਨਿੱਜਰ ਸਾਹਿਬ ਕਿਸੇ ਹੋਰ ਬੱਸ 'ਚ ਬਹਿਣ ਦੇ ਨਾਲ ਮੈਂ ਦਿੱਲੀ ਕਿੱਥੇ ਪਹੁੰਚ ਜਾਊਂਗਾ। ਇਸੇ ਲਈ ਆਪਾਂ ਬਾਣੀ ਕਹਿੰਦੀ ਆ ਕਿ ਦੇਖੋ, ਕਹਿੰਦੇ ਕਿ ਹਾਥੀ ਨੂੰ ਲੱਭਣਾ। ਹੁਣ ਤੁਸੀਂ ਚੱਲ ਜਾਓ ਹਾਥੀ ਨੂੰ ਲੱਭਣ ਜੰਗਲ 'ਚ, ਇੱਥੇ ਬੜਾ ਇੰਪੋਰਟੈਂਟ ਆ ਕਿ ਹਾਥੀ ਨੂੰ ਲੱਭਣ ਚੱਲ ਜਾਓ। ਉਹ ਕਹਦੇ ਕਿ 8 ਉਹਦੀਆਂ ਲੱਤਾਂ ਨੇ, 8 5 ਸੁੰਡਾਂ, 8 ਦੰਦ ਕਹਿ ਦੇਣ। ਹੁਣ ਏਦਾਂ ਦਾ ਹਾਥੀ ਤੇ ਲੱਭਣਾ ਹੀ ਨਹੀਂ, ਲੱਭਣ ਚੱਲ ਜਾਓ, ਕਿਉਂਕਿ ਹੈ ਹੀ ਨਹੀਂ ਆ। ਇਸੇ ਹੀ ਤਰ੍ਹਾਂ ਕਈ ਲੋਕ ਆਪਣੇ ਸਵਾਰਥ ਨੂੰ ਪੂਰਾ ਕਰਨ ਦੇ ਲਈ ਏਦਾਂ ਦਾ ਅਧਿਆਤਮਿਕ ਰਸਤਾ ਤਿਆਰ ਕਰ ਦਿੰਦੇ ਆ। ਹੁਣ ਵੇਖਿਆ ਨੀ ਤੁਸੀਂ, ਇੱਥੇ ਕਈ ਲੋਕ 4 ਸ਼ਬਦਾਂ ਦਾ, ਕੋਈ 5 ਦਾ ਸ਼ਬਦਾਂ ਦਾ ਨਾਮ ਦੇਈ ਜਾਂਦਾ, ਉਹ ਕੋਈ ਮੇਰੇ ਵਰਗਾ 7 ਦਾ, 8 ਦਾ, 9 ਦਾ ਦੇਈ ਜਾਂਦਾ। ਤੇ ਬਾਣੀ ਤੇ ਕਹਿੰਦੀ ਇੱਕ ਸ਼ਬਦ ਮੇਰੇ ਪ੍ਰਾਣ ਬਸਤ ਬੌੜ ਜਨਮ ਨਾਮ ਆ। ਇੱਥੇ ਇਹ ਇਨਸਾਨ ਨੂੰ ਇਹ ਸਮਝਣ ਦੀ ਲੋੜ ਹੈ। ਦੇਖੋ ਪਤਾ ਕੀ ਹੁੰਦਾ ਵਾ ਕਿ ਜ਼ਿਆਦਾਤਰ ਜਿਹੜੀ ਬਹੁਮਤ ਲੋਕਾਂ ਦੀ ਭੀੜ ਆ, ਉਹ ਜਿਹੜੀ ਆ ਉਹ ਕੇਵਲ ਮੱਖੀ ਤੇ ਮੱਖੀ ਮਾਰਨ ਵਾਲਾ ਸਿਸਟਮ ਹੈ।
ਪਰ ਆਪਾਂ ਤੁਸੀਂ ਬਾਣੀ ਜਿਉਂਦੀ ਆਪਣੀ ਪੜ੍ਹਨੀ ਸ਼ੁਰੂ ਕੀਤੀ ਆ, ਬਾਣੀ ਤੇ ਕਹਿੰਦੀ ਨਹੀਂ ਮੱਖੀ ਤੇ ਮੱਖੀ ਮਾਰਨੀ, ਉਹ ਕਹਿੰਦੇ ਕਿ ਤੇਰਾ ਰਸਤਾ ਹੈ। ਅੱਛਾ ਗੋਰਕੀ ਔਰ ਸਾਹਿਬ, ਹਰ ਇੱਕ ਹਾਂ ਮੱਖੀ ਤੇ ਮੱਖੀ ਮਾਰਨਾ ਕੀ ਹੁੰਦਾ ਹੈ? ਹੁਣ ਇਹ ਵੀ ਇਹ ਦੱਸ ਦੇਣਾ ਮੈਂ ਤੁਹਾਨੂੰ, ਮੱਖੀ ਤੇ ਮੱਖੀ ਮਾਰਨਾ ਆਪਾਂ ਮੁਹਾਵਰਾ ਤਾਂ ਸੁਣਿਆ ਹੈ। ਜਿਹੜਾ ਇੱਕ ਨਾ ਕੋਈ ਕਿਸੇ ਦੀ ਕਾਪੀ ਸੀਗੀ, ਉਹ ਕਾਪੀ ਤੋਂ ਜਿਹੜਾ ਨੋਟ ਕਰ ਰਿਹਾ ਸੀ, ਕਾਪੀ ਤੋਂ ਕੱਢ ਕੇ ਤੇ ਕਾਪੀ ਦੇ ਇੱਕ ਅੱਗੇ ਕਰੀ ਜਾ ਰਿਹਾ ਸੀ, ਲਿਖੀ ਜਾ ਰਿਹਾ ਸੀ, ਤੇ ਇੱਕ ਜਗ੍ਹਾ ਇੱਕ ਪੰਨੇ ਦੇ ਵਿੱਚ, 2 ਪੰਨਿਆਂ ਦੇ ਵਿੱਚ ਆ ਗਿਆ, ਉੱਥੇ ਇੱਕ ਮੱਖੀ ਮਰੀ ਹੋਈ ਪਈ ਸੀ। ਇਹਨੇ ਵੀ ਫੱਟ ਦੇਣੀ ਮੱਖੀ ਫੜੀ ਔਰ ਮਾਰ ਕੇ ਚਿਪਕਾ ਦਿੱਤੀ ਉਸੇ ਜਗ੍ਹਾ ਤੇ। ਇਹਨੂੰ ਕਹਿੰਦੇ ਮੱਖੀ ਤੇ ਮੱਖੀ ਮਾਰਨੀ। ਠੀਕ ਹੈ ਨਿਜੇ ਸਾਹਿਬ। ਹੁਣ ਸੰਗਤ ਨੂੰ ਯਾਦ ਰਹੂਗਾ, ਮੱਖੀ ਤੇ ਮੱਖੀ ਮਾਰਨ ਦਾ ਮਤਲਬ ਕੋਈ ਵੀ ਕੰਮ ਕਰ ਦੇਣਾ, ਉਹਦੇ ਪਿੱਛੇ ਸੋਚ ਵਿਚਾਰ ਨਹੀਂ। ਕੱਲ ਵੀ ਬਾਣੀ ਇਹੋ ਸਮਝਾ ਰਹੀ ਆ, ਦੇਖ ਤੇਰੇ ਕੱਪੜਿਆਂ ਦੇ ਨਾਲ ਰੱਬ ਨੇ ਕੀ ਲੈਣਾ ਦੇਣਾ। ਹੁਣ ਕੱਪੜੇ ਤੇ ਕਈ ਜਿਹੜੇ ਮਰਜ਼ੀ ਤੂੰ ਪਾ ਲਾ, ਪਰ ਜੇ ਤੂੰ ਕੱਪੜੇ ਪਾ ਕੇ ਆਪਣੇ ਆਪ ਨੂੰ ਧਾਰਮਿਕ ਸਮਝ ਰਿਹਾ, ਜਾਂ ਕੋਈ ਧਾਰਮਿਕ ਚਿੰਨ੍ਹ ਪਾ ਲਿਆ, ਜਾਂ ਕਿਸੇ ਨੇ ਵਰਦੀ ਦੇ ਦਿੱਤੀ ਹੈ, ਤੇ ਸੱਜਣਾ ਗੱਲ ਖਤਮ ਤੇ ਨਹੀਂ ਹੋ ਜਾਂਦੀ। ਇਹੋ ਹੀ ਆਪਾਂ ਨੂੰ ਸਮਝਾ ਰਹੇ ਨੇ। ਹੁਣ ਇੱਥੇ ਆਪਾਂ ਇਹ ਸਮਝੀਏ, ਉਹ ਕਹਿੰਦੇ ਜਾਂ ਹੋ ਨਹੀਂ ਤਾਂ ਕਿਆ ਆਖਾਂ ਕਹਾ ਕਿਹੋ ਨਹੀਂ ਕਿਆ ਹੋਵਾਂ। ਕਹਿੰਦੇ ਮੈਂ ਮੇਰੇ ਕੋਲ ਕੁਛ ਹੈ ਹੀ ਨਹੀਂ, ਤੇ ਮੈਂ ਕਿਸੇ ਨੂੰ ਕੀ ਉਪਦੇਸ਼ ਦੇ ਸਕਦਾ ਹਾਂ ਭਾਈ? ਕਿਹੋ ਨਹੀਂ, ਕੁਛ ਵੀ ਨਹੀਂ ਹੈ, ਮੈਂ ਕੀ ਹੋ ਸਕਦਾ ਹਾਂ ਦੱਸੋ? ਜਦ ਮੈਂ ਹੈ ਹੀ ਨਹੀਂ ਕੁਛ, ਮੇਰੇ ਕੋਲ ਗੁਣ ਹੀ ਨਹੀਂ ਹੈ, ਮੈਂ ਉਹ ਕੰਮ ਹੀ ਨਹੀਂ ਕਰ ਰਿਹਾ, ਤੇ ਮੈਂ ਕੀ ਉਪਦੇਸ਼ ਕਰਾਂ? ਹਾਂਜੀ ਵੀਰ ਜੀ। ਹਾਂਜੀ, ਹੁਣ ਇੱਕ ਸੌਖਾ ਕਰ ਦਿੰਦੇ ਸਾਧ ਸੰਗਤ ਜੀ, ਮੈਨੂੰ ਤਰਖਾਣ ਦਾ ਕੰਮ ਨਹੀਂ ਆਉਂਦਾ। ਬਿਲਕੁਲ ਮੈਨੂੰ ਨਹੀਂ ਪਤਾ ਤਿੱਸਾ ਕੀ ਹੈ, ਮੈਨੂੰ ਨਹੀਂ ਪਤਾ ਆਰੀ ਕਿੱਦਾਂ ਕਰਨੀ ਹੈ, ਮੈਨੂੰ ਨਹੀਂ ਪਤਾ ਰੱਦਾ ਕਿੱਦਾਂ ਲੱਗਦਾ ਹੈ। ਹੁਣ ਨਿੱਜਰ ਸਾਹਿਬ ਨੂੰ ਮੈਂ ਕਹਿਤਾ ਕਿ ਨਿੱਜਰ ਸਾਹਿਬ ਮੈਨੂੰ ਤਰਖਾਣ ਦਾ ਕੰਮ ਆਉਂਦਾ ਜੀ, ਤੇ ਨਿੱਜਰ ਸਾਹਿਬ ਮੇਰੇ ਕੋਲ ਆ ਰਹੇ ਨੇ ਹਰ ਦਿਨ ਸਬਕ ਲੈਣ ਨੂੰ। ਹੁਣ ਨਿੱਜਰ ਸਾਹਿਬ ਨੂੰ ਤਾਂ ਪਤਾ ਨਹੀਂ ਹੈ ਕਿ ਤਰਖਾਣ ਦਾ ਕੰਮ ਕਿੱਦਾਂ ਦਾ। ਮੈਂ ਹੁਣ ਉਲਟੀਆਂ ਵਿੰਗੀਆਂ ਟੇਢੀਆਂ ਚਗਾਠਾਂ ਇਹਨਾਂ ਨੂੰ ਕਿੱਦਾਂ ਬਣਾਈ ਜਾਓ, ਰੰਦਾ ਫੇਰੀ ਜਾਓ, ਪਤਾ ਨਹੀਂ ਕਿ ਕਿੱਦਾਂ ਕੰਮ ਕਰਨਾ ਹੈ। ਲੌਜੀਕਲੀ ਜੇਕਰ ਇੱਕ ਕਾਰਪੈਂਟਰ ਦਾ ਕੰਮ ਮੈਨੂੰ ਨਹੀਂ ਆਉਂਦਾ, ਔਰ ਮੈਂ ਜੇਕਰ ਸਿਖਾਉਂਦੇ ਆ ਕਿਸੇ ਨੂੰ, ਤੇ ਕਿਸੇ ਨੂੰ ਫਾਇਦਾ ਹੋਵੇਗਾ ਜਿਹੜਾ ਟੀਚਰ ਨੂੰ ਨਹੀਂ ਆਉਂਦਿਆ। ਇਹੋ ਬਾਣੀ ਸਮਝਾ ਰਹੀ ਆ ਕਿ ਜੇ ਕੋਈ ਬੰਦਾ ਤੈਨੂੰ ਗਲਤ ਭਟਕਾ ਰਿਹਾ ਹੈ, ਤੇ ਇਹੋ ਹਿਸਾਬ ਤੇਰਾ ਹੀ। ਜੇਕਰ ਇੱਕ ਤਰਖਾਣ ਦਾ ਕੰਮ ਨਹੀਂ ਆਉਂਦਾ, ਤੇ ਉਹ ਦੂਜੇ ਬੰਦੇ ਨੂੰ ਨਹੀਂ ਸਿਖਾ ਸਕਦਾ, ਤੇ ਤੈਨੂੰ ਅਧਿਆਤਮਿਕ ਜੀਵਨ ਕਿੱਥੋਂ ਦੇ ਦੂਗਾ ਉਹ, ਜੇਕਰ ਉਹ ਖੁਦ ਨਹੀਂ ਹੈਗਾ, ਉਹਦੇ ਪੱਲੇ ਕੁਛ ਨਹੀਂ ਹੈਗਾ। ਔਰ ਜ਼ਿਆਦਾਤਰ ਲੋਕ ਵੇਖੋਗੇ ਨਾ, ਤੁਹਾਨੂੰ ਇਹੋ ਹੀ ਲੋਕ ਮਿਲਣਗੇ, ਉਹਨਾਂ ਦੇ ਲੋਕਾਂ ਦੇ ਪੱਲੇ ਨਹੀਂ ਹੈਗਾ, ਪਰ ਉਹ ਉਪਦੇਸ਼ ਕਰਦੇ ਨੇ। ਕਿਉਂ ਕਰਦੇ ਨੇ? ਉਹਨਾਂ ਨੇ ਉਹ ਬਿਜ਼ਨਸ ਬਣਾ ਲਿਆ, ਕਾਰੋਬਾਰੀ ਧੰਦਾ ਹੈ, ਬੜਾ ਵਧੀਆ, ਖਰਚਾ ਕੋਈ ਨਹੀਂ ਹੈ, ਬਚਨੀ ਤੇ ਸੁਣਾਉਣੇ ਲੋਕਾਂ ਨੂੰ, ਸੁਣਾ ਦੋ ਤੇ ਲੋਕੀ ਪਿੱਛੇ ਤੁਰ ਪੈਂਦੇ ਆ। ਹਾਂਜੀ ਨਿੱਜਰ ਸਾਹਿਬ, ਫਿਰ ਉਹ ਕਹਿੰਦੇ ਆ ਕਿ ਅਗਲੇ ਬੰਨੇ ਬੋਲੋ, ਕੀਤਾ ਕਰਨਾ ਕਹਿਆ ਕਥਨਾ। ਕਹਿੰਦੇ ਮੇਰਾ ਜੋ ਕੁਛ ਵੀ ਮੈਂ ਕੀਤਾ ਆ, ਮੈਂ ਤੇ ਜੋ ਮੈਂ ਕਰਨਾ ਆ, ਜੋ ਮੈਂ ਕਿਹਾ ਆ, ਤੇ ਜੋ ਮੈਂ ਕਥਨਾ ਹੈਗਾ, ਕਹਿੰਦੇ ਸਾਰਾ ਦਾ ਸਾਰਾ ਔਗੁਣਾਂ ਦੇ ਨਾਲ ਭਰਿਆ ਆ। ਕੀਤਾ ਕਰਨਾ ਕਹਿਆ ਕਥਨਾ ਭਰਿਆ, ਪੂਰਾ ਭਰਿਆ ਪਿਆ ਔਗੁਣਾਂ ਦੇ ਨਾਲ। ਔਰ ਫਿਰ ਮੈਂ ਜਿਹੜਾ ਹੈਗਾ ਕਰਮ ਕਾਂਡਾਂ ਦੇ ਨਾਲ ਉਹਨਾਂ ਨੂੰ ਧੋਣ ਦੀ ਕੋਸ਼ਿਸ਼ ਕਰ ਰਿਹਾ। ਭਰਿਆ ਭਰ ਧੋਵਾਂ, ਆਹ ਮੇਰਾ ਕੰਮ ਹੈਗਾ। ਹਾਂਜੀ ਗੋਰਕੀ ਸਾਹਿਬ। ਫਿਰ ਉਹ ਕਹਿੰਦੇ ਆ ਕਿ ਜੋ ਮੈਂ ਕਹਿ ਰਿਹਾ ਵਾਂ, ਕੀਤਾ ਕਰਨਾ ਕਹਿਆ ਕਥਨਾ, ਭਰਿਆ। ਹੁਣ ਉਹ ਕਹਿੰਦੇ ਕਿ ਜਿਹੜੀ ਚੀਜ਼ ਮੇਰੇ ਕੋਲ ਮਤਲਬ ਹੈਗੀ ਆ, ਔਗਣ, ਮੇਰੇ ਔਗੁਣ ਆ, ਮੇਰੇ ਕੋਲ ਔਗਣ ਮਲੀਨਤਾ ਜਿਹੜੀ ਮੇਰੇ ਅੰਦਰ ਆ, ਉਹ ਹੁਣ ਉਹ ਕਿੱਦਾਂ ਧੋਈ ਜਾਵੇ? ਹਾਂ, ਉਹਨੂੰ ਕਰਮ ਕਾਂਡ ਦੇ ਨਾਲ ਧੋਣ ਦੀ ਕੋਸ਼ਿਸ਼ ਕਰ ਰਿਹਾ ਮੈਂ। ਹਾਂ, ਪਰ ਜਿਹੜਾ ਤਰੀਕਾ ਹੀ, ਹੁਣ ਵੇਖੋ, ਇੱਕ ਬਰਤਨ ਦੇ ਅੰਦਰ ਗੰਦਗੀ ਹੋਵੇ ਤੇ ਤੁਸੀਂ ਇਹਨੂੰ ਬਾਹਰੋਂ ਧੋਈ ਜਾਓ, ਬਿਲਕੁਲ ਬਰਤਨ ਸਾਫ਼ ਹੋਊਗਾ? ਨਹੀਂ, ਤੁਸੀਂ 100 ਸਾਲ ਲੱਗੇ ਰਹੋਗੇ ਨਾ, ਤਾਂ ਹੀ ਬਰਤਨ ਸਾਫ਼ ਨਹੀਂ ਹੋਣਾ। ਬਰਤਨ ਉਦੋਂ ਸਾਫ਼ ਹੋਊਗਾ ਜਦੋਂ ਤੁਸੀਂ ਉਹਦੇ ਅੰਦਰ ਕੁਝ ਕਰੋਗੇ। ਬਿਲਕੁਲ ਇਹੀ ਗੱਲ ਮਹਾਰਾਜ ਅਗਲੀ ਲਾਈਨ ਦੇਖੋ, ਕਹਿੰਦੇ ਆਪ ਨਾ ਬੁਝਾਂ, ਮੈਨੂੰ ਪਤਾ ਹੀ ਨਹੀਂ ਹੈ ਵੀ ਆਪਣੇ ਅੰਦਰ ਨੂੰ, ਮਨ ਨੂੰ ਕਿਵੇਂ ਸਾਫ਼ ਕਰਨਾ ਹੈ। ਲੋਕ ਬੁਝਾਈ, ਲੋਕਾਂ ਨੂੰ ਮੈਂ ਉਪਦੇਸ਼ ਕਰ ਰਿਹਾ ਵੀ ਆਹ ਦੇਖੋ, ਇਸ ਤਰ੍ਹਾਂ ਮੈਲ ਜਾਣੀ ਹੈ, ਇਸ ਤਰ੍ਹਾਂ ਸਫਾਈ ਹੋਣੀ ਹੈ, ਐਸਾ ਆਗੂ ਹੋਵਾਂ, ਇਹ ਜਿਹਾ ਮੈਂ ਆਗੂ ਹੈਗਾ ਆ। ਹਾਂਜੀ ਵੀਰ ਜੀ, ਲਓ ਕਰੋ ਗੱਲ। ਫਿਰ ਉਹ ਕਹਿ ਰਹੇ ਨੇ ਕਿ ਆਪ ਤੇ ਮੈਨੂੰ ਇੰਨਾ ਪਤਾ ਵਾ ਕਿ ਪਤੀਲਾ ਬਾਹਰੋਂ ਧੋਣਾ ਹੈ, ਜਦ ਕਿ ਮੈਨੂੰ ਪਤਾ ਹੀ ਨਹੀਂ ਆ ਕਿ ਸਫਾਈ ਕਿੱਦਾਂ ਹੋਣੀ ਆ। ਫਿਰ ਮੈਂ ਕੀ ਕਰ ਰਿਹਾ, ਮੈਂ ਆਗੂ ਬਣ ਗਿਆ, ਮੈਂ ਲੋਕਾਂ ਨੂੰ ਪ੍ਰਚਾਰ ਕਰਤਾ, ਲੋਕੀ ਵੀ ਮੇਰੇ ਵਿਚਾਰ ਨੂੰ ਸੁਣ ਕੇ, ਪ੍ਰਚਾਰ ਨੂੰ ਸੁਣ ਕੇ ਪ੍ਰਭਾਵਿਤ ਹੋ ਗਏ। ਇਹ ਬਾਬਾ ਤੇ ਬਹੁਤਾ ਹੀ ਸਿਆਣਾ ਹੈ, ਇਹ ਕਹਿੰਦਾ ਪਤੀਲਾ ਧੋ ਦਈਦਾ ਬਾਹਰੋਂ। ਤੇ ਲਓ, ਹੁਣ ਬਾਣੀ ਕਹਿੰਦੀ ਆ ਕਿ ਤੇਰਾ ਆਪਣਾ ਵੀ ਤੇ ਦਿਮਾਗ ਕੰਮ ਕਰਨਾ ਚਾਹੀਦਾ ਹੈ ਨਾ। ਬਾਣੀ ਕਹਿੰਦੀ ਆ
ਵਿਚਾਰ ਤੋਂ ਬਿਨਾਂ ਤੂੰ ਦਾਨ ਨਹੀਂ ਕਰਨਾ, ਬਿਨਾਂ ਵਿਚਾਰ ਤੋਂ ਤੂੰ ਭਗਤੀ ਨਹੀਂ ਕਰਨੀ। ਪਰ ਬਾਣੀ ਥੋੜੀ ਕਹਿੰਦੀ ਕਿ ਅੱਖਾਂ ਬੰਦ ਕਰਕੇ ਰੱਬ ਦੀ ਭਗਤੀ ਕਰਨੀ ਸ਼ੁਰੂ ਕਰ ਦੇ, ਕਿਸੇ ਵੀ ਬੰਦੇ ਦੇ ਪਿੱਛੇ ਲੱਗ ਜਾ। ਬਿਲਕੁਲ। ਆਪਾਂ 200-300 ਰੁਪਏ ਦੀ ਆਈਟਮ ਲੈਣੀ ਹੋਵੇ ਨਾ, ਤੇ ਅਸੀਂ ਉਹ ਦੁਕਾਨਦਾਰ ਤੇ ਸ਼ੱਕ ਕਰਦੇ ਹਾਂ ਔਰ ਪੂਰੀ ਇਨਕੁਆਇਰੀ ਕਰਦੇ ਹਾਂ ਕਿ ਸਹੀ ਚੀਜ਼ ਵੇਚ ਰਿਹਾ, ਆਪਾਂ ਨੂੰ ਆਥੈਂਟਿਕ ਹੈਗੀ ਹੈ, ਕਿਤੇ ਸਾਡੇ ਨਾਲ ਧੋਖਾਧੜੀ ਤੇ ਨਹੀਂ ਹੋ ਰਹੀ। ਪਰ ਦੂਸਰੀ ਤਰਫ ਜਦੋਂ ਰੱਬ ਦੀ ਗੱਲ ਚੱਲਦੀ ਆ, ਅਸੀਂ ਇੰਨੇ ਮਤਲਬ ਅੱਖਾਂ ਹੀ ਬੰਦ ਕਰ ਲੈਂਦੇ ਆ। ਇੱਕ ਲੰਡੂ ਜਿਹਾ ਬਾਬਾ ਹੁੰਦਾ, ਉਹਦੇ ਪਿੱਛੇ ਪਤਾ ਨਹੀਂ ਹਜ਼ਾਰਾਂ ਲੋਕ ਤੁਰੇ ਫਿਰਦੇ ਆ। ਔਰ ਹੁਣ ਇੱਥੇ ਇੱਕ ਸਤਿਗੁਰੂ ਬਣਿਆ ਫਿਰਦਾ, ਉਹ ਪਤਾ ਨਹੀਂ ਕੀ ਨਾਮ ਬਾਬੇ ਦਾ, ਉਹ ਇੱਕ ਹੈਗਾ, ਉਹ ਪਤਾ ਨਹੀਂ ਕਿੱਥੇ ਬਾਹਰ ਹੀ ਆ, ਆਪਣੇ ਪੰਜਾਬ ਦਾ ਨਹੀਂ ਆ, ਬਾਹਰ ਦਾ। ਉਹ ਕਹਿੰਦਾ ਜੀ ਮੈਂ ਨਿਜਰ ਸਾਹਿਬ ਉੱਥੇ ਧਰਮਰਾਜ ਕੋਲ ਹੋ ਕੇ ਆਇਆ। ਲੈ ਇਹਨੂੰ ਸ਼ਰਮ ਨਹੀਂ ਆਉਂਦੀ ਇਹ ਗੱਲ ਕਰਨ ਲੱਗਿਆ? ਐਸੀ ਤਮਿਲਨਾਡੂ ਉਹਦੇ ਪਿੱਛੇ ਪਤਾ ਨਹੀਂ ਕਿੰਨੇ ਕੁ ਲੋਕ ਲੱਗੇ ਫਿਰਦੇ। ਮੈਨੂੰ ਤੇ ਨਹੀਂ ਸਮਝ ਆਉਂਦੀ ਕਿ ਤੂੰ ਕਿਹੜੀ ਗੱਲ ਕੀਤੀ ਆ। ਉਹ ਸਾਡੀ ਬਾਣੀ 'ਚ ਤੇ ਕੋਈ ਅੱਖਰ ਨਹੀਂ ਲਿਖਿਆ ਕਿ ਇੱਥੇ ਕਿਸੇ ਨਾ ਕਿਸੇ ਗ੍ਰੰਥ 'ਚ ਲਿਖਿਆ, ਵੱਡੇ ਵੱਡੇ ਉਪਨਿਸ਼ਦ ਹੈਗੇ ਉੱਥੇ ਤੇ ਕੁਛ ਨਹੀਂ ਲਿਖਿਆ ਕਿ ਮੈਂ ਉੱਥੇ ਮੈਂ ਹੋ ਕੇ ਆਇਆ ਵਾਂ ਧਰਮਰਾਜ ਕੋਲ, ਉੱਥੇ ਮੈਂ ਵੇਖ ਕੇ ਆਇਆ ਸਾਰਾ ਕੁਛ। ਔਰ ਹੋਵੇ ਤੇ ਇੱਥੇ ਇਹ ਗ੍ਰੰਥਾਂ ਤੋਂ ਵੱਧ ਤੇ ਕੋਈ ਨਹੀਂ ਨਾ ਹੈਗਾ ਨਾ। ਇਹ ਬੰਦਾ ਫਿਰ ਕਿੱਦਾਂ ਕਿਹੜੀ ਸਟੇਟਮੈਂਟ ਕਰ ਰਿਹਾ? ਔਰ ਇਸੇ ਤਰ੍ਹਾਂ ਬੜੇ ਲੋਕ ਭਰੇ ਹੋਏ ਨੇ, ਔਰ ਉਹ ਲੋਕ ਭੀੜ ਵੇਖ ਕੇ ਪਿੱਛੇ ਤੁਰ ਪੈਂਦੇ ਨੇ। ਗੱਲ ਨਹੀਂ ਬਾਤ ਨਹੀਂ, ਲਓ ਜੀ ਤੁਰ ਪੋ, ਪਹੁੰਚ ਜਾਓ ਉੱਥੇ। ਔਰ ਇਹ ਚੀਜ਼ਾਂ ਮਾੜੀਆਂ ਨੇ, ਔਰ ਨੁਕਸਾਨ ਤੇ ਬੰਦੇ ਦਾ ਆਪਣਾ ਹੀ। ਹੁਣ ਆਪਣੇ ਗਰੁੱਪ 'ਚ ਵੇਖ ਲਓ, ਮੈਂ ਵੇਖਦਾ ਕਿੰਨੇ ਸਿਆਣੇ ਲੋਕ, ਉਹ ਕਿੰਨਾ ਗਿਆਨ ਪ੍ਰਾਪਤ ਕਰਕੇ ਵੀ ਲੋਕ ਡਿੱਗ ਜਾਂਦੇ। ਹੈਰਾਨ ਹੁੰਦਾ ਮੈਂ ਕਿ ਇੰਨੀ ਉਚਾਈ ਤੇ ਗਿਆਨ ਮਿਲਦੇ ਆ, ਬਾਣੀ ਤੁਹਾਡੇ ਅਨੁਭਵ ਨੂੰ ਤਸਦੀਕ ਕਰ ਰਹੀ ਆ, ਇਹਦੇ ਬਾਵਜੂਦ ਵੀ ਬੰਦਾ ਆਖਰੀ ਡੰਡੇ ਤੱਕ ਡਿੱਗ ਜਾ ਰਿਹਾ। ਦੇਖੋ ਮਾਇਆ ਕਿੰਨੀ ਪਾਵਰਫੁਲ ਆ। ਇਹ ਗੱਲ ਸੱਚ ਆ। ਉਹ ਜਿਹੜਾ ਮਛੰਦਰਨਾਥ ਸੀ ਨਾ, ਗੋਰਖਨਾਥ ਦਾ ਉਸਤਾਦ ਸੀ, ਉਹ ਹਾਂਜੀ ਆਖਰ ਤੇ ਜਾ ਕੇ ਯੋਗ ਭ੍ਰਿਸ਼ਟ ਹੋ ਗਿਆ। ਉੱਥੇ ਜਾ ਕੇ ਕਿਸੇ ਵੇਸਵਾ ਕੋਲ ਬਹਿ ਗਿਆ, ਉੱਥੇ ਜਾ ਕੇ ਦਾ ਡਾਂਸ ਵੇਂਦਾ ਸੀ, ਸ਼ਰਾਬ ਪੀਂਦਾ ਸੀ, ਉੱਥੇ ਹੀ ਰਹਿੰਦਾ ਸੀ। ਫਿਰ ਗੋਰਖਨਾਥ ਬੜਾ ਤਗੜਾ ਇੱਕ ਸ਼ੇਸ਼ੀ, ਉਹ ਆਮ ਸ਼ੇਸ਼ੀ ਤੇ ਹੈਗਾ ਨਹੀਂ ਸੀ। ਗੋਰਖਨਾਥ ਵੀ ਬੜੀ ਪਾਵਰਫੁਲ ਹਸਤੀ ਸੀ। ਉਹ ਪਹੁੰਚ ਗਿਆ ਮਛੰਦਰਨਾਥ ਕੋ। ਉਹ ਮਛੰਦਰਨਾਥ ਨੂੰ ਕਹਿੰਦਾ ਕਿ ਆਹ ਕੀ ਹਿਸਾਬ ਤਾਂ, ਤੁਸੀਂ ਗੁਰੂ ਜੀ ਕਿੱਥੇ ਬੈਠੇ ਜੋ? ਉਹ ਕਹਿੰਦਾ ਕੁਛ ਨੀ, ਰੱਬ ਰੂਪ ਹੈਗਾ, ਛੱਡੋ ਖੜਾ, ਘਰ ਨੂੰ ਜਾਓ ਆਪਣੇ। ਉਹ ਕਹਿੰਦੇ ਏਦਾਂ ਨਹੀਂ ਹੋ ਸਕਦਾ ਕਿਉਂਕਿ ਤੁਸੀਂ ਬੜੀ ਦੂਰ ਆ ਚੁੱਕੇ ਆ। ਫਿਰ ਉਹਨਾਂ ਨੂੰ ਮਛੰਦਰਨਾਥ ਨੂੰ ਨਿੱਜਰ ਸਾਹਿਬ ਲੈ ਕੇ ਗਏ ਨੇ ਵਾਪਸ। ਉਹ ਫਿਰ ਮਛੰਦਰਨਾਥ ਨੇ ਫਿਰ ਤਪੱਸਿਆ ਕੀਤੀ, ਸੰਸਕਾਰ ਪ੍ਰਗਟ ਕੀਤੇ। ਫਿਰ ਕਹਿੰਦਾ ਇੱਕ ਜਨਮ 'ਚ ਮੈਂ ਮੱਛੀ ਹਾਂ ਤੇ ਮੇਰੇ ਰਾਹ ਸੀ ਮੇਰੇ ਅੰਦਰ। ਉਹ ਨਿੱਜਰ ਸਾਹਿਬ ਮੱਛੀ ਪਾਗਲ ਹੋ ਜਾਂਦੀ ਆ, ਉਹ ਨਹੀਂ ਪਰਵਾਹ ਕਰਦੀ ਅੱਗੇ ਕੁੰਡੀ ਹੈਗੀ। ਉਹ ਕਹਿੰਦਾ ਮੱਛੀ ਦੇ ਸੰਸਕਾਰ ਸੀ। ਫਿਰ ਉਹ ਉੱਥੇ ਉਹ ਵੇਖੋ, ਮਤਲਬ ਕਹਿਣ ਤੋਂ ਭਾਵ ਹੈ ਕਿ ਤਪੱਸਿਆ ਸਾਨੂੰ ਇਹੋ ਹੀ ਸਮਝਾਉਂਦੀ ਆ ਕਿ ਜਦੋਂ ਆਪਾਂ ਉੱਪਰ ਨੂੰ ਚੜ੍ਹਦੇ ਹਾਂ ਤੇ ਜਿੰਨਾ ਉੱਪਰ ਜਾਂਦੇ ਆ ਨਾ, ਉਹਨਾਂ ਡਿੱਗਣ ਦਾ ਖਤਰਾ ਵੱਧ ਜਾਂਦਾ ਹੈ। ਬਿਲਕੁਲ। ਇਹ ਨਹੀਂ ਹੈ ਕਿ ਅਧਿਆਤਮਿਕ 'ਚ ਖਤਰਾ ਨਹੀਂ ਹੈਗਾ, ਅਧਿਆਤਮਿਕ 'ਚ ਵੀ ਜਦੋਂ ਤੁਸੀਂ ਹਾਈਟ ਤੇ ਜਾਂਦੇ ਜੋ, ਗ੍ਰੈਵਿਟੇਸ਼ਨ ਵੱਧਦੀ ਨਹੀਂ ਹੈ? ਬਿਲਕੁਲ ਵੱਧਦੀ। ਤੁਸੀਂ ਹੁਣ ਗੱਡੀ ਜਿੰਨੀ ਤੇਜ਼ ਚਲਾਓਗੇ ਉਹਨਾਂ ਖਤਰਾ ਜ਼ਿਆਦਾ, ਤੇ ਜਦੋਂ ਨਹੀਂ ਚਲਾਓਗੇ ਕੋਈ ਖਤਰਾ ਨਹੀਂ, ਬੈਠੇ ਰਹੋ। ਉਹਦਾ ਕਦਾ ਖਤਰਾ? ਤੁਸੀਂ ਤੁਰਦੇ ਨਹੀਂ ਪਏ। ਪਰ ਜਦੋਂ ਤੁਸੀਂ ਤੁਰ ਪਏ, ਤੁਸੀਂ ਸਪੀਡ 'ਚ ਆ ਗਏ, ਭਗਤੀ ਕਰਨ ਡੈ ਪਏ, ਇਸ ਸੰਸਾਰ ਦੇ ਵਿੱਚ ਜੋ ਵੀ ਪਾਵਰ ਹੈਗੀ ਆ, ਉਹ એનર્ਜੀ ਨੇ ਖਿੱਚਣਾ ਹੈ ਤੁਹਾਨੂੰ। ਉਹਨੇ ਤੇ ਕਹਿਣਾ ਹੈ ਚਲੋ ਛੱਡੋ ਖੜਾ, ਹੌਸਲਾ ਤੋੜੋ, ਬੰਨੇ ਹੋ ਜਾਓ, ਤੁਸੀਂ ਟੁੱਟ ਕੇ ਬਹਿ ਜਾਓ। ਕਿਉਂਕਿ ਪ੍ਰਕਿਰਤੀ ਥੋੜੀ ਚਾਹੁੰਦੀ ਕਿ ਤੁਸੀਂ ਨਿਕਲ ਜਾਓ। ਬਿਲਕੁਲ। ਪ੍ਰਕਿਰਤੀ 'ਚ ਉਹੀ ਨਿਕਲ ਸਕਦਾ ਵਾ ਜਿਹਨੇ ਸੰਕਲਪ ਕਰ ਲਿਆ, ਸੰਕਲਪ ਕੀਤਾ। ਸੰਕਲਪ ਨੂੰ ਫਿਰ ਕੋਈ ਨਹੀਂ ਤੋੜ ਸਕਦਾ। ਸੰਕਲਪ ਬਹੁਤ ਪਾਵਰਫੁਲ ਸ਼ਕਤੀ ਹੈ, ਤੁਹਾਡੇ ਕੋਲ ਹੁੰਦੀ ਆ, ਇਹ ਹਰ ਇੱਕ ਇਨਸਾਨ ਕੋਲ ਹੁੰਦੀ ਆ। ਕੋਈ ਵੀ ਬੰਦਾ ਸੰਕਲਪ ਕਰ ਲਓ, ਤੁਸੀਂ ਜਿਹੜਾ ਮਰਜ਼ੀ ਸੰਕਲਪ ਕਰੋ। ਅੱਜ ਮੈਂ ਬੈਠਾ ਵਿਚਾਰ ਕਰਨ ਦਿਆ ਸਾਂ, ਮੈਂ ਵੇਖਣ ਦਿਆ ਸਾਂ ਪ੍ਰਕਿਰਤੀ ਕੀ ਚਾਹੁੰਦੀ ਆ ਕਿ ਤੂੰ ਸੋਚ, ਤੂੰ ਆਈਡੀਆ ਲਾ, ਤੇ ਉਹ ਤੇਰਾ ਆਈਡੀਆ ਮੈਂ ਪੂਰਾ ਕਰਾਂਗੀ। ਆਪ ਤੁਸੀਂ ਜਿੰਨੇ ਵੀ ਸੁਣ ਰਹੇ ਹੋ ਨਾ, 98 ਸਿੱਖੇ ਗਏ ਹੋ। ਤੁਸੀਂ ਕੋਈ ਵੀ ਕੰਮ ਸੋਚ ਕੇ ਵੇਖ ਲਿਓ, ਤੁਸੀਂ ਕਹੋ ਕਿ ਆ ਇੱਕ ਔਖਾ ਕੰਮ ਹੈ, ਮੈਂ ਕਰਨਾ ਚਾਹੁੰਦਾ, ਵੇਖਿਓ ਕੰਮ ਹੋਊਗਾ, ਪੱਕਾ ਹੋਊਗਾ। ਕਿਉਂਕਿ ਪ੍ਰਕਿਰਤੀ ਡਿਵੈਲਪ ਹੋਣਾ ਚਾਹੁੰਦੀ ਆ। ਨਿਜਰ ਸਾਹਿਬ ਬਿਲਕੁਲ। ਸਾਡੇ ਲਾਗੇ ਇੱਕ ਹਸਪੀਟਲ ਆ ਮਿਡ ਕੇਅਰ, ਉਹ ਕਹਿੰਦੇ ਸੀ, ਮੈਂ ਉਹਨਾਂ ਨੂੰ ਮਿਲ ਕੇ ਆ, ਉਹ ਕਹਿੰਦੇ ਭਾਜੀ ਮੈਂ ਸੋਚਿਆ ਹੀ ਨਹੀਂ ਸੀ ਐਡਾ ਵੱਡਾ ਹਸਪੀਟਲ ਬਣ ਜਾਊਗਾ, ਅਸੀਂ ਤੇ ਛੋਟਾ ਮੋਟਾ ਕਲੀਨਿਕ ਬਣਾਉਣਾ ਹੈ। ਜਦੋਂ ਆਪਾਂ ਤੁਰ ਪੈਂਦੇ ਆ ਨਾ, ਪ੍ਰਕਿਰਤੀ ਆਪ ਚਾਹੁੰਦੀ ਆ ਇੱਥੇ ਵੱਡੀਆਂ ਬਿਲਡਿੰਗਾਂ ਬਣ, ਵੱਡੇ ਮਾਲ ਬਣ, ਵੱਡੀਆਂ ਸੜਕਾਂ ਬਣ, ਕਿਉਂਕਿ ਪ੍ਰਕਿਰਤੀ ਡਿਵੈਲਪਮੈਂਟ ਫੇਜ਼ 'ਚ ਹੈਗੀ ਆ। ਤੁਸੀਂ ਜੋ ਸੋਚੋਗੇ ਉਹੀ ਚੀਜ਼ ਹੋ ਜਾਣੀ ਆ, ਔਰ ਇਸੇ ਕਰਕੇ ਪ੍ਰਕਿਰਤੀ ਗਾਂ ਗਤੀ ਕਰ ਰਹੀ ਹੈ। ਹਾਂਜੀ ਨਜਰ ਸਾਹਿਬ ਕਹਿੰਦੇ ਆਪ ਨਾ ਬੁਝਾਂ ਲੋਕ ਬੁਝਾਈ, ਐਸਾ ਆਗੂ ਹੋਵਾਂ ਨਾਨਕ ਅੰਧਾ ਹੋਏ ਕੇ ਦੱਸੇ ਰਾਹੇ, ਸਭ ਸਮੂਹਾਏ ਸਾਥ ਹੈ। ਕਹਿੰਦੇ ਅੰਨਾ ਹੋ ਕੇ ਰਾਹ ਦੱਸ ਰਿਹਾ ਹੈ, ਆਪ ਤਾਂ ਡੁੱਬ ਰਿਹਾ ਆ,
ਆਪ ਤਾਂ ਡੁੱਬੇ ਬੰਦਾ ਕੋਈ ਪ੍ਰੋਬਲਮ ਨਹੀਂ ਹੈ ਭਾਈ, ਇੱਕ ਬੰਦਾ ਡੁੱਬ ਰਿਹਾ, ਪਰ ਇੰਨੇ ਸਾਥ ਨੂੰ ਨਾਲ ਦੀ ਨਾਲ ਸਾਰੇ ਸਾਥ ਨੂੰ ਜਿਹੜਾ ਹੈਗਾ ਲੁਟਾ ਦਿੰਦਾ ਹੈ ਭਾਈ, ਸਾਰਿਆਂ ਨੂੰ। ਉਹਦੀ ਸਜ਼ਾ ਤਾਂ ਬਹੁਤ ਜ਼ਿਆਦਾ ਹੋਏਗੀ। ਇੰਨੇ ਲੋਕਾਂ ਨੂੰ ਮਿਸਗਾਈਡ ਕਰਨਾ, ਇੱਕ ਬੰਦਾ ਮਿਸਗਾਈਡ ਕਰ ਰਿਹਾ ਹੈ। ਨਾਨਕ ਅੰਧਾ ਹੋ ਕੇ ਦੱਸੇ ਰਾਹ ਦੱਸ ਰਿਹਾ ਅੰਨਾ ਹੋ ਕੇ ਭਾਈ, ਸਭ ਸਮੂਹਾਏ ਸਾਥੇ। ਫਿਰ ਉਹਨੂੰ ਕੀ ਹੁੰਦਾ, ਅੱਗੇ ਗਿਆ ਮੂੰਹੇ ਮੂੰਹ ਪਾਹੇ, ਉੱਥੇ ਤਾਂ ਮੂੰਹ ਦੇ ਉੱਤੇ ਛਿੱਤਰ ਪੈਂਦੇ ਆ ਭਾਈ। ਸੋ ਐਸਾ ਆਗੂ ਜਾਪੇ, ਉੱਥੇ ਪਤਾ ਲੱਗਦਾ ਹੈ ਭਾਈ ਬਈ ਕਿਹੋ ਜਿਹਾ ਲੀਡਰ ਸੀਗਾ, ਉੱਥੇ ਸੱਚੋ ਸੱਚ ਨਿਬੜਦਾ ਹੈ ਫਿਰ। ਹਾਂਜੀ ਵੀਰ ਜੀ, ਬਿਲਕੁਲ ਸਹੀ ਆ। ਉਹ ਕਹਿੰਦੇ ਕਿ ਟੀਚਰ ਨੇ ਸਵਾਲ ਕੀਤਾ, ਕਹਿੰਦੇ ਕਿ ਇੱਕ ਭੇਡ ਆ 100 ਭੇਡਾਂ, ਇੱਕ ਭੇਡ ਖੂਹ 'ਚ ਡਿੱਗੀ ਤੇ ਕਿੰਨੀਆਂ ਬਾਕੀ ਬਚੀਆਂ? ਇੱਕ ਬੱਚਾ ਉੱਠਿਆ, ਕਹਿੰਦੇ 99, ਤੇ ਇੱਕ ਬੱਚਾ ਹੀ ਹੋਰ ਉੱਠਿਆ, ਕਹਿੰਦਾ ਕੋਈ ਨਹੀਂ ਬਚੇਗੀ, ਸਾਰੀਆਂ ਖੂਹ 'ਚ ਜਾਣਗੇ। ਉਹ ਕਹਿੰਦੇ ਏਦਾਂ ਕਿੱਦਾਂ ਹੋ ਸਕਦਾ, ਸਾਰੀਆਂ ਖੂਹ ਜਾਣੀਆਂ? ਉਹ ਕਹਿੰਦਾ ਮੈਂ ਨਾ, ਮੇਰੇ ਪਿਓ ਦੀਆਂ ਭੇਡਾਂ ਹੀ ਹੈਗੀਆਂ, ਸਾਡਾ ਕੰਮ ਹੀ ਇਹੋ ਆ। ਇੱਕ ਭੇਡ ਜਿੱਥੇ ਗਈ ਦੂਜੀਆਂ ਵੀ ਉੱਥੇ ਜਾਣਗੀਆਂ। ਇਟ ਡਜ਼ਨਟ ਮੈਟਰ ਕਿ ਉੱਥੇ ਕੀ ਹੈ। ਔਰ ਬਾਣੀ ਕਹਿੰਦੀ ਆ ਕਿ ਨਹੀਂ, ਆ ਦੇਖੋ ਬਾਣੀ ਕੀ ਕਹਿ ਰਹੀ ਹੈ। ਬਾਣੀ ਜੇ ਕਹਵੇ, ਬਾਣੀ ਤੇ ਕਵੇ ਕਿ ਵੀ ਛੱਡੋ ਖੇੜਾ, ਤੁਸੀਂ ਰੱਬ ਦਾ ਨਾਂ ਲਓ, ਕੁਛ ਵੀ ਵੈਗਰੂ ਵੈਗਰੂ ਕਹਿ ਦੋ, ਖਤਮ ਕਹਾਣੀ। ਬਾਣੀ ਤਾਂ ਨਹੀਂ ਕਹਿ ਰਹੀ ਜੇ। ਬਾਣੀ ਕਹਿੰਦੀ ਪਹਿਲਾਂ ਵਸਤ ਪਛਾਣੀਏ ਤੇ ਫਿਰ ਕੀਜੀਏ ਵਪਾਰ। ਕਹਿੰਦੇ ਕੋਈ ਚੀਜ਼ ਤੂੰ ਖਰੀਦ ਰਿਹਾ, ਤੈਨੂੰ ਪਤਾ ਕੀ ਹੈਗੀ ਆ, ਕੀ ਖਰੀਦ ਰਿਹਾ, ਔਰ ਕਿਹਦੇ ਕੋਲੋਂ ਖਰੀਦ ਰਿਹਾ, ਬੰਦ ਕਰਕੇ ਨਹੀਂ ਕਿਹਦੇ ਕੋਲੋਂ ਖਰੀਦ ਰਿਹਾ। ਹੁਣ ਤੁਸੀਂ, ਹਾਂ ਇਹ ਵੀ ਮੈਟਰ ਕਰਦਾ ਹੈ, ਤੁਸੀਂ ਟੀਵੀ ਲੈਣ ਜਾਂਦੇ ਜੋ, ਕਿੱਥੋਂ ਲੈਣ ਜਾਂਦੇ ਜੋ? ਤੁਸੀਂ ਲੈਣ ਉੱਥੇ ਜਾਂਦੇ ਜੋ ਜਿੱਥੇ ਕੋਈ ਏਜੰਸੀ ਆ, ਜਿੱਥੇ ਪਤਾ ਹੈ ਕਿ ਕੋਈ ਲਾਇਸੈਂਸ ਆ। ਐਵੇਂ ਕੋਈ ਡੁਪਲੀਕੇਟ ਮਾਲ ਥੋੜੀ ਖਰੀਦ ਲੈਂਦੇ ਜੋ। ਉਹ ਸਾ ਬਾਣੀ ਉਹ ਕਹਿ ਰਹੀ ਹੈ। ਕਹਿੰਦੇ ਆ ਕਿ ਦੇਖੋ ਨਾਨਕ ਅੰਧਾ ਹੋਏ ਕਿ ਦੱਸੇ ਰਾਹੇ ਸਭ ਸਮੂਹਾਏ ਸਾਥੇ। ਉਹ ਫਿਰ ਦੇਖੋ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨੇ, ਕੋਈ ਹੋਰ ਦੂਜੇ ਪਾਤਸ਼ਾਹ ਨਹੀਂ ਕਹਿ ਰਹੇ, ਗੁਰੂ ਨਾਨਕ ਪਾਤਸ਼ਾਹ ਖੁਦ ਕਹਿ ਰਹੇ ਆ ਕਿ ਜੇ ਇੱਕ ਅੰਧਾ ਆਗੂ ਹੈ ਨਾ, ਤੇ ਉਹ ਪ੍ਰਚਾਰ ਵੀ ਕਰ ਰਿਹਾ ਤੇ ਉਹ ਖੁਦ ਵੀ ਡੁੱਬੇਗਾ, ਨਾਲ ਕਈਆਂ ਨੂੰ ਲੈ ਕੇ ਡੁੱਬੇਗਾ। ਜਿੱਦਾਂ ਇੱਕ ਬੰਦਾ ਦਲਦਲ 'ਚ ਡਿੱਗਿਆ ਹੋਵੇ, ਉਹ ਦੂਜੀਆਂ ਮੈਨੂੰ ਵੀ ਆਵਾਜ਼ਾਂ ਮਾਰੇ, ਨਿੱਜਰ ਸਾਹਿਬ ਨੂੰ ਆਵਾਜ਼ ਮਾਰੀ ਜਾਵੇ, ਤੇ ਉਹ ਆਪ ਤੇ ਡੁੱਬਿਆ, ਤੇ ਅਸੀਂ ਕਿੱਥੇ ਜਾਵਾਂਗੇ? ਜੇ ਕਹੀਂ ਉਹਦੀ ਆਵਾਜ਼ ਸੁਣੀ, ਜਿੱਥੇ ਉਹ ਡੁੱਬਣ ਦਿਆ ਅਸੀਂ ਵੀ ਡੁੱਬ ਜਾਾਂਗੇ। ਬਿਲਕੁਲ, ਹਾਲੇ ਵੀ ਸਮਾਂ ਹੈਗਾ, ਹਾਲੇ ਵੀ ਆਪਣੀ ਵੋਟ ਬਦਲ ਸਕਦੇ ਹਾਂ ਆਪਾਂ, ਹਾਲੇ ਵੀ ਛੱਡ ਸਕਦੇ ਹਾਂ। ਨਹੀਂ ਉਹ ਨਿੱਜਰ ਸਾਹਿਬ, ਕਬੀਰ ਜੀ ਦੀ ਹਿੰਮਤ ਨਹੀਂ ਕਿਸੇ ਚ ਆਉਂਦੀ। ਕਬੀਰ ਸਾਹਿਬ ਕਹਿੰਦੇ ਜਦ ਵੇਖਿਆ ਬੇੜਾ ਜਲਜਰਾ ਤੇ ਉਤਰ ਗਏ ਪਚੱਕ। ਹਾਂ ਬਿਲਕੁਲ, ਚਪੱਕੇ ਦੇ ਫੱਟ ਦੇ ਨਹੀਂ ਉਤਰ ਗਿਆ ਮੈਂ। ਹਾਂਜੀ ਮੈਂ ਵੇਖਿਆ ਕਿ ਹਾਂ, ਅਕਲੀ ਕੀਜੇ ਦਾਨ ਵੀ ਅਕਲ ਦੇ ਨਾਲ ਕਰਨਾ ਹੈ। ਅਕਲੀ ਸਾਹਿਬ ਸੇਵੀਏ ਅਕਲੀ ਕੀਜੇ ਦਾਨ, ਅਕਲੀ ਪੜ ਪਾਈਏ। ਉਹ ਪੂਰਾ ਆਉਂਦੀ ਪਹਿਲੀ ਪਾਤਸ਼ਾਹੀ ਦੀ ਹੈਗੀ ਇਹ ਵੀ। ਅਕਲ ਦਾ ਮਤਲਬ ਇਹ ਹੈ ਕਿ ਕਹਿੰਦੇ ਕਿ ਤੂੰ ਰੋਟੀਆਂ ਬਣਾਉਣ ਗਿਆ ਵਾ ਤੇ ਅਕਲ ਤੋਂ ਬਿਨਾਂ ਉਹ ਵੀ ਨਾ ਪਕਾ। ਹਾਂ, ਨਹੀਂ ਪਤਾ ਤੇ ਪੁੱਛ ਲੈ ਕਿਸੇ ਕੋ, ਕਾਹਨੂੰ ਸਮਾਨ ਵੇਸਟ ਕਰ ਰਿਹਾ। ਔਰ ਬਾਣੀ ਕਹਿੰਦੀ ਆ, ਕੀ ਕਹਿੰਦੀ ਆ ਬਾਣੀ? ਬਾਣੀ ਇੱਕ ਛੋਟੀ ਜਿਹੀ ਗੱਲ ਕਹਿਣ ਦੀ ਆ। ਉਦੋਂ ਵੀ 3-4 ਦਿਨ ਪਹਿਲਾਂ ਵੀ ਬਾਣੀ ਆਈ ਸੀ, ਉਹ ਬਾਣੀ ਕਹਿ ਰਹੀ ਸੀ ਜੇ ਤੇਰਾ ਮਾਰਗ ਸਹੀ ਆ ਤੇ ਤੇਰੇ ਅੰਦਰ ਜਿਹੜੇ ਔਗਣ ਆ ਉਹ ਨਸ਼ਟ ਹੋਣੇ ਜ਼ਰੂਰੀ ਆ। ਬਿਲਕੁਲ ਸਹੀ ਗੱਲ ਆ, ਬਿਲਕੁਲ ਸਹੀ ਗੱਲ ਆ। ਔਰ ਪਹਿਲੇ ਦਿਨ ਤੋਂ ਤੈਨੂੰ ਇਸ ਤੋਂ ਵੱਧ ਨਹੀਂ ਗੱਲ ਕਰਦੇ। ਹਾਂ, ਪਹਿਲੇ ਦਿਨ ਤੋਂ ਤੇਰੇ ਅੰਦਰ ਪਰਿਵਰਤਨ ਹੋਣਾ ਚਾਹੀਦਾ ਹੈ ਭਾਈ। ਜਦ ਤੂੰ ਸਾਬਣ ਲਾ ਰਿਹਾ, ਕੁਛ ਨਾ ਕੁਛ ਮੈਲ ਨਿਕਲਣੀ ਚਾਹੀਦੀ ਆ। ਹਾਂਜੀ ਵੀਰ ਜੀ। ਹਾਂ, ਤੇ ਉਹ ਮਤਲਬ ਇਹ ਵੀ ਕਹਿੰਦੇ ਕਿ ਦਵਾਈ ਖਾ ਰਹੇ ਜੋ, ਸਰੀਰ 'ਚ ਕੋਈ ਔਗਣ ਨਹੀਂ ਬਾਹਰ ਜਾ ਰਿਹਾ, ਤੇ ਫਿਰ ਤੇ ਭੋਲਿਆ ਤੈਨੂੰ ਸੋਚਣਾ ਚਾਹੀਦਾ ਕਿ ਦਵਾਈ ਜਿਹੜੀ ਤੂੰ ਖਾ ਰਿਹਾ ਉਹ ਸਹੀ ਕਿ ਗਲਤ ਨਹੀਂ ਖਾ ਰਿਹਾ। ਕਿਤੇ ਨਕਲੀ ਗੋਲੀਆਂ ਤੇ ਨਹੀਂ ਤੈਨੂੰ ਦੇਈ ਜਾ ਰਿਹਾ, ਮਿੱਠੀ ਗੋਲੀ ਵੀ ਦਿੰਦੇ ਲੋਕੀ। ਪਰ ਪ੍ਰੋਬਲਮ ਤੇ ਇਹ ਹੈ ਕਿ ਜਦੋਂ ਮੇਰੇ ਵਰਗੇ ਉੱਥੇ ਬੈਠੇ ਹੋਏ ਤੇ ਲੋਕਾਂ ਨੂੰ ਇੱਕ ਝੂਠਾ ਹੀ ਲੋਲੀਪੌਪ ਦੇ ਦਿੰਦੇ ਆ ਕਿ ਬਈ ਤੂੰ ਗੁਰੂ ਵਾਲਾ ਹੋ ਗਿਆ, ਹੁਣ ਤੈਨੂੰ ਕਿਸੇ ਕਾਲਜ ਯੂਨੀਵਰਸਿਟੀ ਜਾਣ ਦੀ ਲੋੜ ਨਹੀਂ, ਸੱਜਣਾ ਤੂੰ ਘਰ ਬਹਿ, ਤੇਰੇ ਪੇਪਰ ਅਸੀਂ ਦੇਵਾਂਗੇ। ਤੈਨੂੰ ਨਾਮ ਦੇਤਾ ਹੈ, ਨਾਮ ਮਿਲ ਗਿਆ, ਹੁਣ ਇਹਨੂੰ ਸਾਂਭ ਕੇ ਰੱਖੀ ਬਸ। ਹੁਣ ਨਾਮ ਨਾ ਛੱਡੀ ਪਿਓ ਦਾ ਪੁੱਤਾ। ਜੇ ਜ਼ਿਆਦਾ ਛੇਤੀ ਜਾਣਾ ਕਿਸੇ ਨੇ ਤੇ ਕਹਿੰਦੇ ਉੱਥੇ ਬਨਾਰਸ ਚ ਆ ਰਿਹਾ ਹੈਗਾ, ਜੇ ਵੀ ਉੱਥੇ ਛਾਲ ਮਾਰੋ ਸਿੱਧੇ ਸਵਰਗ ਚ, ਬਾਕੀ ਘਰ ਬਾਰ ਉਹਨਾਂ ਦੇ ਜੋ। ਔਰ ਇਹ ਜੋ ਮੂਰਖ ਲੋਕ ਸੀ ਉੱਥੇ ਪਹੁੰਚ ਜਾਂਦੇ ਸੀ। ਹੁਣੇ ਜੇ ਹੁਣੀ ਥੋੜੇ ਟਾਈਮ ਦੀ ਗੱਲਾਂ ਵਾ, ਕ੍ਰਿਸਚਨ ਲੋਕ ਧਰਮ ਦੇ ਵਿੱਚ ਉੱਥੇ ਪਾਦਰੀ ਟਿਕਟਾਂ ਵੰਡਦੇ ਸੀ ਸਵਰਗ ਦੀਆਂ, ਹੈਵਨ ਦੀਆਂ। ਔਰ ਮੇਰੇ ਵਰਗੇ ਮੂਰਖ ਉੱਥੇ ਖਰੀਦਣ ਵੀ ਚੱਲ ਜਾਂਦੇ ਸੀ। ਉੱਥੇ ਮੁੜ ਕੇ ਸਰਕਾਰ ਨੇ ਰੌਲਾ ਰੂਲਾ ਪਾ ਕੇ ਬੰਦ ਕਰਾਇਆ ਕਿ ਟਿਕਟਾਂ ਸਾਨੂੰ ਦੇ ਦਿਓ। ਟਿਕਟ ਖਾਣੀ ਕਿੱਥੇ ਹੈ? ਜਦੋਂ ਤੁਸੀਂ ਜਾਓਗੇ ਨਾ ਤੇ ਆਪਣੀ ਨਿੱਜਰ ਸਾਹਿਬ ਉਹ ਕੀ ਜਿਹੜੀ ਹੁੰਦੀ ਨਾ ਉਹ ਬੋਡੀ ਜੀ ਜਿੱਥੇ ਲੱਕੜ ਜਿਹੇ ਬਕਸੇ ਚ ਪਾਉਂਦੇ ਆ, ਉਹਦੇ ਚ ਪਾ ਦਿੰਦੇ ਤਬੂਤ ਕਹਿੰਦੇ। ਅਰੇ ਮੇਰੇ ਮਾਲਕਾ, ਕਿੰਨੇ ਮੂਰਖ ਲੋਕ
ਬੋਡੀ ਤੇ ਇੱਥੇ ਰਹਿ ਗਈ, ਉਹ ਟਿਕਟ ਵੀ ਇੱਥੇ ਰਹਿ ਗਈ, ਕਿ ਇਹਨੇ ਸਵਾਲ ਹੀ ਨਹੀਂ ਕੀਤਾ। ਜਦ ਟਿਕਟ ਇਨਵਿਜ਼ੀਬਲ ਹੋਵੇ ਨਾਲ ਜਾਵੇ, ਉੱਥੇ ਟਿਕਟ ਹੈਗੀ, ਉੱਥੇ ਸਰੀਰ ਰਹਿ ਗਿਆ। ਬਾਣੀ ਤੇ ਕਹਿੰਦੀ ਹੈ ਤੈਨੂੰ ਕੱਲੇ ਨੂੰ ਜਾਣਾ ਪੈਣਾ ਅੱਗੇ। ਗੁਰੂ ਨਾਨਕ ਪਾਤਸ਼ਾਹ ਨੇ ਬੜੀ ਕਲੀਅਰਲੀ ਸਮਝਾ ਦਿੱਤਾ ਸੀ ਕਿ ਮੈਨੂੰ ਦਇਆ ਸੰਤੋਖ ਸਤ ਗੰਢੀ ਸਤ ਵੱਟ, ਮੈਨੂੰ ਉਹ ਜਨੇਊ ਦੇ ਜਿਹਦੇ ਚ ਦਇਆ ਹੋਵੇ, ਸੰਤੋਖ ਹੋਵੇ, ਸਤ ਹੋਵੇ। ਮੈਨੂੰ ਉਹ ਪਾਂਡੇ, ਮੈਨੂੰ ਉਹ ਜਨੇਊ ਦੇਣਾ ਵਾ ਜਿਹੜਾ ਜਨੇਊ ਮੇਰੇ ਨਾਲ ਜਾਵੇ। ਇਹ ਜਿਹੜਾ ਜਨੇਊ ਮੇਰੇ ਸਰੀਰ ਨਾਲ ਸੜ ਜਾਣਾ ਹੈ। ਦੇਖੋ ਬਾਣੀ, ਉਹ ਜੇ ਬਾਣੀ ਨੂੰ ਆਪਾਂ ਜੇ ਸਮਝਦੇ ਹਾਂ, ਬਾਣੀ ਤੇ ਕਹਿੰਦੀ ਆ ਕਿ ਮੇਰੇ ਅੰਦਰ ਕੋਈ ਚੀਜ਼ ਹੋਵੇ, ਮੈਨੂੰ ਇਹ ਜਨੇਊ ਨਹੀਂ ਚਾਹੀਦਾ ਜਿਹੜਾ ਇੱਥੇ ਪੰਜਾਂ ਤੱਤਾਂ ਦਾ ਬਣਿਆ ਹੋਵੇ, ਜਿਹੜਾ ਇੱਥੇ ਰਹਿ ਜੇ। ਤੇ ਹੁਣ ਸਾਡੇ ਚ ਕਿੰਨੇ ਹੈਗੇ ਆ ਜਿਹੜੇ ਇਹ ਜਨੇਊ ਲੈਣਾ ਚਾਹੁੰਦੇ ਨੇ? ਇਹ ਜਨੇਊ ਤੇ ਕੋਈ ਲੈਣਾ ਨਹੀਂ ਚਾਹੁੰਦਾ ਗੁਰੂ ਨਾਨਕ ਪਾਤਸ਼ਾਹ ਵਾਲਾ। ਸਿੱਖ ਧਰਮ ਚ ਜਿੰਨੀ ਭੀੜ ਆ ਨਾ, ਬਹੁਤ ਭੀੜ ਆ। ਔਰ ਧਾਰਮਿਕ ਇੱਥੇ ਕੋਟਾਂ ਚੋਂ ਇੱਕ ਹੋਣਾ ਵਾ। ਬਿਲਕੁਲ। ਤੇ ਫਿਰ ਬਾਣੀ ਕਹਿੰਦੀ ਆ ਕਿਉਂ ਕੋਟਾਂ ਚ ਕਿਹਾ? ਕਹਿੰਦੇ ਕੱਚੇ, ਕਹਿੰਦੇ ਕੱਚੇ, ਸੁਣਦੇ ਕੱਚੇ, ਕੱਚੀ ਆਖ ਵਿਖਾਣੀ, ਕੱਚੀ ਆਖ ਵਿਖਾਣੀ। ਔਰ ਕਹਿਣ ਵਾਲੇ ਕੱਚੇ ਨੇ, ਸੁਣਨ ਵਾਲੇ ਵੀ ਤੇ ਅਸਲੀ ਸੱਚ ਉਹ ਤੇ ਕੋਈ ਜਾਂਦਾ ਹੀ ਨਹੀਂ। ਕਬੀਰ ਸਾਹਿਬ ਕਹਿੰਦੇ ਜਦੋਂ ਮੈਂ ਸੱਚ ਬੋਲਦਾ ਸਾਰੇ ਭੱਜ ਜਾਂਦੇ ਆ, ਤੇ ਜਦੋਂ ਇਹਨਾਂ ਦੀ ਮੈਂ ਹਾਂ ਝਾਂ ਪਾਉਂਦਾ, ਕਹਿੰਦਾ ਮਗਰ ਭੀੜਾਂ ਦੀ ਭੀੜ ਪੈ ਜਾਂਦੀ ਆ। ਪਰ ਉਹਦਾ ਫਾਇਦਾ ਨਹੀਂ ਹੈਗਾ, ਆਊਟਪੁੱਟ ਨਹੀਂ ਨਿਕਲਣੀ। ਇਹ ਸੋ ਸੰਸਾਰ ਹੈਗਾ। ਸੰਸਾਰ ਦੇ ਵਿੱਚ ਚਲੋ ਆਪਾਂ ਨੂੰ ਕਿਸੇ ਨੂੰ ਕੀ ਕਹਿਣਾ, ਮੈਂ ਤਾਂ ਕਹਿੰਦਾ ਤੁਸੀਂ 100 ਹੀ ਨਿਕਲ ਜਾਓ ਤਾਂ ਬੜੀ ਵੱਡੀ ਗੱਲ ਹੈ। ਅੱਗੇ ਚੱਲੀਏ। ਹਾਂਜੀ ਵੀਰ ਜੀ, ਅੱਗੇ ਜਿਹੜਾ ਹੈਗਾ ਪੌੜੀ ਆ ਗਈ। ਮਹਾਰੁਤੀ ਸਭ ਤੂੰ ਘੜੀ ਮੂਰਤ ਵਿਚਾਰਾ। ਕਹਿੰਦੇ ਵਿਚਾਰ ਕਰ ਲਾ ਪਿਆਰਿਆ, ਵਿਚਾਰ ਕਰ ਲਾ ਕਿੱਥੇ ਜਿਹੜਾ ਹੈਗਾ ਪਹਿਲੀ ਜਿਹੜੀ ਹੈਗੀ, ਕੀ ਕਹਿੰਦੇ ਹੁੰਦੇ ਆ ਉਹਨੂੰ, ਦੂਜ ਤੇ ਤੀਜ ਤੇ ਚੌਥ ਤੇ ਪੰਚਮੀ ਤੇ ਸਸ਼ਟਮੀ, ਸਪਤਮੀ, ਅਸ਼ਟਮੀ, ਨੌਵੀਂ, ਦਸਵੀਂ, ਫਿਰ ਏਕਾਦਸ਼ੀ, ਫਿਰ 12ਵੀਂ, ਕੀ ਆ ਮੱਸਿਆ ਸੰਗਰਾਂਦ। ਕਹਿੰਦੇ ਮਹਾਰੁਤੀ ਸਭ ਤੂੰ ਘੜੀ ਮੂਰਤ ਵਿਚਾਰਾ। ਕਹਿੰਦੇ ਮਾਲਕ ਪਰਮਾਤਮਾ ਨੂੰ ਉਹਦਾ ਧਿਆਨ ਸਿਮਰਨ ਕਰਨਾ, ਉਹਦੀ ਭਗਤੀ ਕਰਨ ਵੇਲੇ ਹਰੇਕ ਮਹੀਨਾ, ਹਰੇਕ ਰੁੱਤ, ਹਰ ਘੜੀ, ਹਰੇਕ ਮੂਰਤ ਜਿਹੜਾ ਹੈਗਾ, ਹਰ ਪਲ ਜਿਹੜਾ ਹੈਗਾ, ਉਹ ਮਾਲਕ ਪਰਮਾਤਮਾ ਦਾ ਧਿਆਨ ਕੀਤਾ ਜਾ ਸਕਦਾ ਹੈ। ਸਾਰੇ ਪਵਿੱਤਰ ਹੈਗੇ। ਤੂੰ ਗਣਤੇ ਕਿਨੇ ਨਾ ਪਾਇਓ, ਸੱਚੇ ਅਲਖ ਅਪਾਰਾ। ਕਹਿੰਦੇ ਤੈਨੂੰ ਜਿਹੜਾ ਹੈਗਾ ਇਹ ਗਿਣਤੀਆਂ ਮਿਣਤੀਆਂ ਦੇ ਨਾਲ ਇਹ ਅੱਜ ਏਕਾਦਸ਼ੀ, ਅੱਜ ਫਲਾਨਾ ਹੈਗਾ, ਅੱਜ ਜਿਹੜਾ ਹੈਗਾ ਆ ਸੂਰਜ ਗ੍ਰਹਿਣ ਆ, ਚੰਦਰਮਾ ਗ੍ਰਹਿਣ ਆ। ਕਹਿੰਦੇ ਗਿਣਤੀਆਂ ਮਿਣਤੀਆਂ ਦੇ ਨਾਲ ਤੈਨੂੰ ਕਿਸੇ ਨੇ ਨਹੀਂ ਪਾਇਆ। ਤੂੰ ਤਾਂ ਸੱਚਾ ਹੈਗਾ ਔਰ ਅਲੱਖ ਹੈਗਾ ਔਰ ਅਪਾਰ ਸ਼ਕਤੀ ਦਾ ਮਾਲਕ ਹੈਗਾ ਹੈ। ਪੜਿਆ ਮੂਰਖ ਆਖੀਏ ਜਿਸ ਲੱਭ ਲੋਭ ਅਹੰਕਾਰਾ। ਕਹਿੰਦੇ ਜਿੰਨਾ ਮਰਜੀ ਗਿਆਨੀ ਹੋਏ, ਜਿੰਨਾ ਮਰਜੀ ਗਿਆਨੀ ਹੋਏ, ਉਹ ਮੂਰਖ ਆ। ਕਹਿੰਦੇ ਮੂਰਖ। ਲਓ ਆ ਦੇਖ ਲਓ ਭਾਈ, ਪਹਿਲੀ ਪਾਤਸ਼ਾਹੀ ਕੀ ਕਹਿ ਰਹੀ ਹੈ? ਪੜਿਆ ਮੂਰਖ ਆਖੀਏ ਕਿ ਜਿਹਦੇ ਅੰਦਰ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹਦੇ ਅੰਦਰ ਬਰਕਰਾਰ ਹੈਗੇ ਆ, ਤੇ ਕਹਿੰਦੇ ਉਹ ਕਾਹਦਾ ਗਿਆਨੀ ਹੈ ਭਾਈ? ਉਹ ਤਾਂ ਮੂਰਖ ਹੈਗਾ, ਮੂਰਖ। ਉਹਨੇ ਦੀਵਾ ਲੈ ਲਿਆ, ਦੀਵਾ ਜਗਾ ਕੇ ਜਿਹੜਾ ਹੈਗਾ ਉਹਨੇ ਦੀਵੇ ਦੀ ਰੋਸ਼ਨੀ ਤੇ ਕੁਛ ਦੇਖਿਆ ਹੀ ਨਹੀਂ, ਰਸਤਾ ਲੱਭਿਆ ਹੀ ਨਹੀਂ ਉਹਨੇ। ਉਹ ਕਾਹਦਾ ਗਿਆਨੀ ਹੈ ਭਾਈ? ਕਾਹਦਾ ਪੜਿਆ ਹੋਇਆ ਆ? ਪੜਿਆ ਮੂਰਖ ਆਖੀਏ। ਕਹਿੰਦੇ ਉਹ ਤਾਂ ਪੜਿਆ ਹੋਇਆ ਮੂਰਖ ਆ ਭਾਈ, ਮੂਰਖ। ਜਿਸ ਲੱਭ ਲੋਭ ਅਹੰਕਾਰਾ। ਪੜ੍ਹਨਾ ਕੀ ਸੀ? ਨਾਉ ਪੜ੍ਹੀਏ, ਨਾਉ ਬੁੱਝੀਏ, ਗੁਰਮਤੀ ਵਿਚਾਰਾ। ਕਹਿੰਦੇ ਗੁਰੂ ਦੀ ਮੱਤ, ਬ੍ਰਹਮ ਗਿਆਨ ਲੈ ਕੇ ਵਿਚਾਰ ਕਰ, ਇਹਨੂੰ ਵਿਵੇਕ ਬੁੱਧੀ ਲਗਾ, ਆਪਣਾ ਪੂਰਾ ਲਗਾ ਇਸ ਨੂੰ ਬੁੱਝਣ ਵਾਸਤੇ। ਤੇ ਨਾਮ ਵਾਲੀ ਗੱਲ ਪੜ੍ਹ, ਅੰਦਰ ਧਿਆਨ ਸਿਮਰਨ, ਇਹਨੂੰ ਕਰ, ਇਹਨੂੰ ਪੜ੍ਹ। ਨਾਉ ਪੜ੍ਹੀਏ, ਨਾਉ ਬੁੱਝੀਏ, ਬੁੱਝ ਨਾਮ ਨੂੰ। ਇਹ ਬਾਣੀ ਦੇ ਵਿੱਚੋਂ ਬੁੱਝਣਾ ਪੈਣਾ ਹੈ ਨਾਮ। ਗੁਰੂ ਦੀ ਮੱਤ ਤੋਂ ਵਿਚਾਰ ਕਰਨਾ ਪੈਣਾ ਹੈ। ਗੁਰਮਤੀ ਦੇਖੋ, ਫਿਰ ਦੁਬਾਰਾ ਅਗਲੀ ਲਾਈਨ 'ਚ ਗੁਰਮਤੀ ਕਹਿ ਰਿਹਾ, ਔਰ ਪਹਿਲੀ ਪਾਤਸ਼ਾਹੀ ਕਹਿ ਰਹੀ ਹੈ ਗੁਰਮਤੀ ਨਾਮ ਧਨ ਖੱਟਿਆ, ਭਗਤੀ ਭਰੇ ਭੰਡਾਰਾ। ਜਿਨ੍ਹਾਂ ਨੇ ਗੁਰੂ ਦੀ ਮੱਤ ਲੈ ਲਈ, ਜਿਨ੍ਹਾਂ ਨੇ ਗੁਰੂ ਦੀ ਮੱਤ ਬੁੱਝ ਲਈ, ਜਿਨ੍ਹਾਂ ਨੇ ਗਿਆਨ ਨੂੰ ਬੁੱਝ ਲਿਆ, ਉਹਨਾਂ ਨੇ ਜਿਹੜੇ ਹੈਗੇ ਆ ਨਾਮ ਦੀ ਖੱਟੀ ਕਰ ਲਈ, ਨਾਮ ਧਨ ਦੀ, ਭਗਤੀ ਦੇ ਭੰਡਾਰ ਭਰ ਲਏ ਉਹਨਾਂ ਨੇ। ਗੁਰਸ਼ਰਨਵੀਰ ਜੀ ਤੁਹਾਡਾ ਕੈਮਰਾ ਬੰਦ ਕਰ ਦਿਓ ਪਲੀਜ਼। ਗੁਰਮਤੀ ਨਾਮ ਧਨ ਖੱਟਿਆ, ਭਗਤੀ ਭਰੇ ਭੰਡਾਰਾ, ਨਿਰਮਲ। ਸਾਰਾ ਕੁਝ ਨਹੀਂ ਤੁਹਾਡਾ ਨਹੀਂ ਵੀਰ ਜੀ, ਹੋਰ ਸੀਗੇ ਗੁਰਸ਼ਰਨਵੀਰ ਤੁਹਾਨੂੰ ਨਹੀਂ, ਉਹਨਾਂ ਨੇ ਕਰਤਾ ਬੰਦ। ਨਿਰਮਲ ਗੁਰਮਤੀ ਨਾਮ ਧਨ ਖੱਟਿਆ, ਭਗਤੀ ਭਰੇ ਭੰਡਾਰਾ। ਕਹਿੰਦੇ ਜਿਨ੍ਹਾਂ ਨੇ ਗੁਰੂ ਦੀ ਮੱਤ ਲੈ ਕੇ
ਗੁਰੂ ਦੀ ਮੱਤ ਨੂੰ ਵਿਚਾਰ ਕੇ ਗੁਰੂ ਦੀ ਮੱਤ ਦੇ ਅਨੁਸਾਰ ਜਿਹੜਾ ਹੈਗਾ ਐਕਸ਼ਨ ਲਈ ਉਹਨਾਂ ਨੇ ਨਾਮ ਧਨ ਖੱਟ ਲਿਆ। ਨਾਮ ਧਨ ਖੱਟਣਾ ਕੀ ਹੈ? ਉਹਨਾਂ ਨੇ ਆਪਣੇ ਸਵਾਸਾਂ ਦੇ ਨਾਲ ਸੁਣਨ ਦੇ ਵਿੱਚ ਵੀ ਆਪਣੇ ਵਿਚਾਰ ਬੰਦ ਕਰ ਲਏ, ਆਪਣੇ ਮਨ ਨੂੰ ਖੜਾ ਕਰ ਲਿਆ। 9ਵੀਂ ਪਾਤਸ਼ਾਹੀ ਦੱਸਦੀ ਹੈ ਵੀ ਨਾਮ ਧਨ ਕਿਵੇਂ ਖੱਟਿਆ ਜਾਂਦਾ ਹੈ। ਮਾਈ ਮੈਂ ਧਨ ਪਾਇਓ ਹਰ ਨਾਮ, ਕਦੋਂ ਮਨ ਮੇਰੋ ਧਾਵਨ ਤੇ ਛੂਟਿਓ, ਕਰ ਬੈਠੋ ਵਿਸਰਾਮ। ਮਨ ਫੁਰਨਿਆਂ ਤੋਂ ਬੰਦ ਹੋ ਗਿਆ। ਲਓ ਨਾਮ ਧਨ ਧਨ ਆ ਗਿਆ ਭਾਈ। ਆਇਆ ਭਗਤੀ ਦੇ ਭੰਡਾਰ, ਸੁਣਨ ਦੇ ਵਿੱਚ ਬੈਠਣਾ, ਚੁੱਪ ਹੋਣਾ ਹੈ। ਆ ਭਗਤੀ ਹੈਗੀ, ਆ ਨਾਮ ਧਨ ਹੈਗਾ। ਆ ਸਵਾਸ ਕਰੰਸੀ, ਡਾਇਰੈਕਟ ਸਵਾਸਾਂ ਦੀ ਕਰੰਸੀ ਜਿਹੜੀ ਹੈਗੀ ਉਹ ਬਦਲਦੀ ਆ, ਜਿਹਦੇ ਨਾਲ ਕਿ ਉਹ ਨਾਮ ਜਿਹੜਾ ਹੈਗਾ ਅੰਮ੍ਰਿਤ ਰਸ ਜਿਹਦੇ ਨਾਲ ਆਉਣਾ ਆ। ਆ ਧਨ ਚਾਹੀਦਾ ਹੈ ਉਹਦੇ ਵਾਸਤੇ, ਸੁਣਨ ਦਾ ਧਨ ਚਾਹੀਦਾ ਹੈ। ਗੁਰਮਤੀ ਨਾਮ ਧਨ ਖੱਟਿਆ, ਭਗਤੀ ਭਰੇ ਭੰਡਾਰਾ, ਨਿਰਮਲ ਨਾਮ ਮੰਨਿਆ, ਦਰ ਸੱਚੇ ਸਚਿਆਰਾ। ਬਸ ਜਿਨ੍ਹਾਂ ਨੇ ਆਹ ਨਿਰਮਲ ਨਾਮ ਧਨ ਨੂੰ, ਇਹ ਭਗਤੀ ਨੂੰ ਆਪਣੇ ਮਨ ਦੇ ਵਿੱਚ ਵਸਾ ਲਿਆ, ਉਹ ਪਰਮੇਸ਼ਰ ਦੇ ਦਰ ਦੇ ਉੱਤੇ ਸਚਿਆਰ ਹੋ ਗਏ। ਜਿਸ ਦਾ ਜੀਉ ਪ੍ਰਾਣ ਹੈ ਅੰਤਰ ਜੋਤ ਅਪਾਰਾ। ਕਹਿੰਦੇ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਉਹਦਾ ਹੀ ਜੀਉ ਹੈਗਾ, ਉਹਦੇ ਹੀ ਪ੍ਰਾਣ ਹੈਗੇ, ਔਰ ਅੰਦਰ ਉਸੇ ਮਾਲਕ ਪਰਮਾਤਮਾ ਦੀ ਜੋਤ ਹੈਗੀ ਆ। ਉਸੇ ਅਪਾਰ ਮਾਲਕ ਪਰਮਾਤਮਾ ਦੀ ਜੋਤ ਹੈਗੀ। ਉਸ ਦੀ ਭਗਤੀ ਪਾਈ ਐਸੇ ਤਰੀਕੇ ਦੇ ਨਾਲ ਹੋ ਸਕਦੀ ਆ। ਸੱਚਾ ਸ਼ਾਹ ਇੱਕ ਤੂੰ, ਹੋਰ ਜਗਤ ਵਣਜਾਰਾ। ਕਹਿੰਦੇ ਤੂੰ ਸ਼ਾਹੂਕਾਰ ਹੈਗਾ ਆ, ਸਾਰਾ ਸੰਸਾਰ ਜਿਹੜਾ ਹੈਗਾ ਤੂੰ ਸਵਾਸ ਦਿੱਤੇ ਹੋਇਆ, ਤੂੰ ਸਰੀਰ ਦਿੱਤਾ ਹੋਇਆ ਆ। ਸਾਰਾ ਸੰਸਾਰ ਜਿਹੜਾ ਹੈਗਾ ਵਣਜਾਰਾ ਹੈਗਾ ਪਾਏ, ਬਿਜ਼ਨਸਮੈਨ ਹੈਗਾ, ਬਿਜ਼ਨਸ ਕਰਨ ਵਾਸਤੇ ਆਇਆ ਆ। ਸਾਰਿਆਂ ਨੂੰ ਤੂੰ ਪੂੰਜੀ ਦੇ ਕੇ ਤੋੜਦਾ ਆ, ਪਰ ਅਸੀਂ ਜਿਹੜੇ ਹੈਗੇ ਪੂੰਜੀ ਤੇਰੀ ਗਵਾ ਕੇ, ਔਰ ਜਿਹੜਾ ਹੈਗਾ ਭਾਂਡਾ ਜਿਹੜਾ ਮਿਲਿਆ ਸੀਗਾ ਉਹ ਵੀ ਭੰਨ ਕੇ ਜਿਹੜੇ ਹੈਗੇ ਅਸੀਂ ਚਲੇ ਜਾਂਦੇ ਹਾਂ ਭਾਈ ਧਰਮਰਾਜ ਦੇ ਕੋਲ। ਉਹ 84 ਲੱਖ ਜੂਨਾਂ ਹੈਗੀਆਂ, ਫਿਰ ਡੱਕਰ ਦਿੰਦਾ ਹੈ ਪਾਏ, ਜਾਓ ਫਿਰ ਜਿਹੜਾ ਹੈਗਾ ਆਪਣਾ ਕਾਰਨ ਸ਼ੀਸ਼ ਘਟਾਓ ਤੇ ਵਾਪਸ ਫਿਰ ਮਨੁੱਖ ਜੂਨ ਮਿਲ ਜਾਊਗੀ। ਸੱਚਾ ਸ਼ਾਹ ਇੱਕ ਤੂੰ, ਹੋਰ ਜਗਤ ਵਣਜਾਰਾ। ਸਾਰਾ ਸੰਸਾਰ ਜਿਹੜਾ ਹੈਗਾ ਵਣਜਾਰੇ ਹੈਗੇ ਪਾਏ। ਇਹ ਵਣਜ ਚੱਲਦੇ ਰਹਿਣਾ ਹੈ, ਇਹ ਸਿਸਟਮ ਚੱਲਦੇ ਰਹਿਣਾ ਹੈ। ਕੋਲੂ ਦੇ ਬੈਲ ਵਾਂਗੂ ਘੁੰਮਦੇ ਰਹਿਣਾ ਆਪਾਂ ਨੇ, ਜਦ ਤੱਕ ਜਿਹੜੇ ਹੈਗੇ ਨਿਰਮਲ ਨਾਮ ਧਨ ਨਹੀਂ ਖੱਟਦੇ ਪਾਏ, ਜਦ ਤੱਕ ਗੁਰੂ ਦੀ ਮੱਤ ਨਹੀਂ ਲੈਂਦੇ, ਜਦ ਤੱਕ ਗੁਰੂ ਦੀ ਮੱਤ ਨੂੰ ਨਹੀਂ ਬੁੱਝਦੇ। ਹਾਂਜੀ ਗੋਰਖੀ ਸਾਹਿਬ। ਹਾਂਜੀ ਠੀਕ ਹੈ ਜੀ। ਫਿਰ ਦੇਖੋ ਆਪਾਂ ਨੂੰ ਸਮਝਾ ਰਹੇ ਨੇ, ਦੇਖੋ ਪਹਿਲੀ ਤੋਂ ਕਬਲ ਨਿਜਸਾ ਮਹਾਰੁਤੀ। ਹਾਂ, ਮਹਾਰੁਤੀ ਸਭ ਤੂੰ, ਘੜੀ ਮੂਰਤ ਵਿਚਾਰਾ। ਤੂੰ ਕਿਸੇ ਵੀ ਟਾਈਮ ਜਿਹੜਾ ਹੈਗਾ ਤੇਰੀ ਭਗਤੀ ਕੀਤੀ ਜਾ ਸਕਦੀ, ਕਿਸੇ ਵੀ ਮਹੀਨੇ 'ਚ, ਕਿਸੇ ਵੀ ਰੁੱਤ 'ਚ, ਕਿਸੇ ਵੀ ਘੜੀ 'ਚ। 24 ਮਿੰਟ ਦੀ ਇੱਕ ਘੜੀ ਹੁੰਦੀ ਹੈ, ਕਿਸੇ ਵੀ ਮੂਰਤ ਦੇ ਵਿੱਚ, ਕਿਸੇ ਵੀ ਮੂਰਤ, ਕੋਈ ਵੀ, ਹਰ ਟਾਈਮ। ਹਾਂਜੀ ਵੀਰ ਜੀ ਬਿਲਕੁਲ ਸਹੀ ਹੈ ਜੀ। ਉਹ ਕਹਿ ਰਹੇ ਨੇ ਕਿ ਦੇਖੋ ਸਭ ਤੋਂ ਪਹਿਲਾਂ ਜਦੋਂ ਵੀ ਕੋਈ ਸਧਾਰਨ ਮਨੁੱਖ ਜਦੋਂ ਬ੍ਰਹਮ ਗਿਆਨੀ ਬਣਦਾ ਹੈ ਨਾ, ਸਭ ਤੋਂ ਪਹਿਲਾਂ ਕੀ ਕਰਦੇ ਨੇ, ਉਹ ਜਦੋਂ ਆਤਮ ਤੱਤ ਨੂੰ ਅਨੁਭਵ ਕਰਦੇ ਨੇ, ਫਿਰ ਜਿਹੜਾ ਕਰਮ ਕਾਂਡ ਹੈ ਉਹਦਾ ਖੰਡਨ ਕਰ ਦਿੰਦੇ ਆ, ਕਿਉਂਕਿ ਉਹਨਾਂ ਨੇ ਡਿਸਕਵਰ ਕਰ ਲਿਆ। ਉਸ ਤੋਂ ਬਾਅਦ ਵੇਂਦੇ ਕਿਹਾ ਜਿਹੜੀਆਂ ਗੈਰ ਜ਼ਰੂਰੀ ਚੀਜ਼ਾਂ ਜਿਹੜੀਆਂ ਕਰਮ ਕਾਂਡ ਚੱਲ ਰਹੇ ਆ, ਇਹ ਸਭ ਫਾਲਤੂ ਦਾ ਸਮਾਂ ਵੇਸਟ ਆ। ਇਸ ਕਰਕੇ ਉਹਨਾਂ ਨੂੰ ਰਿਜੈਕਟ ਕਰਦੇ ਨੇ। ਬਿਲਕੁਲ। ਤੇ ਜੇ ਨਹੀਂ ਰਿਜੈਕਟ ਕਰਦੇ ਔਰ ਜੇ ਮੂਰਖਾਂ ਦੇ ਨਾਲ ਮੂਰਖਾਂ ਵਾਲਾ ਕੰਮ ਕਰ ਦਿੰਦੇ ਆ, ਤੇ ਫਿਰ ਤੇ ਬ੍ਰਹਮ ਗਿਆਨੀ ਦੀ ਨਾ ਹੋਏ ਨਾ। ਆਪ ਕਿਸੇ ਵੀ ਬ੍ਰਹਮ ਗਿਆਨੀ ਦੀ ਬਾਣੀ ਪੜੋ। ਸਾਧ ਸੰਗਤ ਜੀ ਇੱਕ ਚੀਜ਼ ਨੂੰ ਕਲੀਅਰ ਦੇਖੋ, ਆਪ ਕਿਸੇ ਵੀ ਬ੍ਰਹਮ ਗਿਆਨੀ ਦੀ ਬਾਣੀ ਪੜੋ, ਉਹਨਾਂ ਨੇ ਜਿੱਥੇ ਵੀ ਕਰਮ ਕਾਂਡ ਹੈ, ਜਿੱਥੇ ਅਗਿਆਨ ਹੈ, ਜਿੱਥੇ ਭਰਮ ਆ, ਉਹਦਾ ਖੰਡਨ ਕੀਤਾ ਹੈ ਔਰ ਰੱਜ ਕੇ ਕੀਤਾ ਹੈ, ਭਾਵੇਂ ਜੋ ਮਰਜ਼ੀ ਹੋ ਜਾਏ। ਬਿਲਕੁਲ ਸਹੀ ਗੱਲ ਆ। 36 ਬ੍ਰਹਮ ਗਿਆਨੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ, ਕੰਪੇਅਰ ਕਰ ਲਓ, ਕਿਸੇ ਦੀ ਵੀ ਲਾ ਲਓ ਬਾਣੀ। ਹਾਂਜੀ ਵੀਰ ਜੀ। ਹਾਂ, ਪੂਰਾ ਉਹਨਾਂ ਨੇ ਉਸ ਟਾਈਮ ਤੇ ਉਹਨਾਂ ਨੇ ਵਿਰੋਧ ਕੀਤਾ। ਤੇ ਜੇ ਕਿਸੇ ਨੇ ਹੁਣ ਇਹ ਕਹਿਣ ਕਿ ਇਹ ਪ੍ਰਮਾਤਮਾ ਹੀ ਕਰ ਰਿਹਾ, ਛੱਡੋ ਖੜਾ, ਏਦਾਂ ਨਹੀਂ ਆ। ਪ੍ਰਕਿਰਤੀ ਦਾ ਨਿਯਮ ਆ, ਜਿੱਥੇ ਸੱਚ ਹੈਗਾ ਤੁਹਾਨੂੰ ਸੱਚ ਨੂੰ ਪ੍ਰਗਟ ਕਰਨਾ ਪਊਗਾ, ਜਿੱਥੇ ਝੂਠ ਹੈਗਾ ਔਰ ਤੁਹਾਡਾ ਫਰਜ਼ ਬਣਦਾ ਹੈ ਉਹਦਾ ਵਿਰੋਧ ਕਰਨਾ। ਠੀਕ ਹੈ ਜੀ। ਹਾਂਜੀ। ਹੁਣ ਉਹ ਕਹਿ ਰਹੇ ਨੇ ਅਗਲੀ ਤੁਕ ਬੋਲੋ ਨਿਜਸਾ ਤੂੰ ਗਣਤੇ ਕਿਨੇ ਨਾ ਪਾਇਓ, ਸੱਚੇ ਅਲਖ ਅਪਾਰਾ। ਕਹਿੰਦੇ ਇਹ ਗਿਣਤੀਆਂ ਮਿਣਤੀਆਂ ਦੇ ਨਾਲ ਜਿਹੜੇ ਹੈਗੇ ਕਰਮ ਕਾਂਡਾਂ ਦੇ ਨਾਲ
ਤੈਨੂੰ ਕਿਸੇ ਨੇ ਨਹੀਂ ਪਾਇਆ, ਤੇਰਾ ਕਿਸੇ ਦੇ ਅੰਦਰ ਤੂੰ ਪ੍ਰਗਟ ਨਹੀਂ ਹੁੰਦਾ ਇਸ ਤਰੀਕੇ ਦੇ ਨਾਲ। ਹਾਂਜੀ ਵੀਰ ਜੀ। ਹਾਂ, ਹੁਣ ਕਈ ਬੰਦੇ ਕਹਿ ਦਿੰਦੇ ਨੇ, ਵੇਖਿਆ ਨਹੀਂ ਮੈਂ ਇੰਨਾ ਪਾਠ ਕੀਤਾ, ਮੈਂ ਇੰਨਾ ਆਹ ਕੀਤਾ ਤੇ ਫਲਾਨਾ ਕੀਤਾ। ਉਹ ਕਹਿੰਦੇ ਇਟ ਇਜ਼ ਨਾਟ ਮੈਟਰ ਆਫ ਮੈਜਰਮੈਂਟ। ਹਾਂ, ਕੁਆਂਟੀਟੀ ਨਹੀਂ ਮੈਟਰ ਕਰਦੀ, ਮੈਟਰ ਕਰਦੀ ਆ ਕੁਆਲਿਟੀ। ਬਾਣੀ ਕਹਿੰਦੀ ਭਾਵ ਨਹੀਂ, ਜੇ ਭਾਵ ਰੱਖੇ ਕੌਡੀ, ਜੇ ਭਾਵਨਾ ਰੱਖਦੀ ਹੈ ਨਾ ਤੇ ਤੁਹਾਡੀ ਕੌਡੀ ਵੀ ਕਬੂਲ ਆ। ਬਿਲਕੁਲ। ਤੇ ਜੇ ਤੁਹਾਡੀ ਭਾਵਨਾ ਨਹੀਂ ਹੈਗੀ, ਭਾਵੇਂ ਤੁਸੀਂ ਮਹਿਲ ਚੜਾ ਦਿਓ, ਉਹ ਵੀ ਨਹੀਂ ਕਬੂਲ। ਗੱਲ ਤੇ ਤੁਹਾਡੀ ਭਾਵਨਾ ਕੀ ਹੈ। ਤੁਸੀਂ ਜਦੋਂ ਸ਼ਬਦ ਕਰਦੇ ਜੋ ਜਾਂ ਸ਼ਬਦ ਪੜ੍ਹਦੇ ਜੋ ਜਾਂ ਤੁਸੀਂ ਭਗਤੀ ਕਰਦੇ ਜੋ, ਤੁਹਾਡੀ ਅੰਦਰ ਭਾਵਨਾ ਕੀ ਹੈ। ਜੇਕਰ ਤੁਹਾਡੀ ਭਾਵਨਾ ਵਧੀਆ ਹੈ ਤੇ ਭਾਵੇਂ ਤੁਸੀਂ ਇੱਕ ਵਾਰੀ ਵੈਗਰੂ ਕਹਿਤਾ ਨਾ ਤੇ ਬਹੁਤ ਵਾਰੀ ਹੈ, ਉਹਦੇ ਪ੍ਰਮਾਤਮਾ ਘਰ ਆਵਾਜ਼ ਪਹੁੰਚ ਜਾਂਦੀ ਹੈ। ਬਾਣੀ ਉਹ ਕਹਿੰਦੀ ਅੰਮ੍ਰਿਤ ਵੇਲੇ ਬਿਬੀਹਾ ਕੂਕਿਆ ਤਾਂ ਦਰ ਸੁਣੀ ਪੁਕਾਰ, ਮੇਘੇ ਨੂੰ ਫਰਮਾਨ ਹੋਇਆ ਬਰਸੋ ਕਿਰਪਾ ਧਾਰ। ਹਾਂ, ਬਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ, ਮੇਘੇ ਨੂੰ ਫਰਮਾਨ ਹੋਆ ਬਰਸੋ ਕਿਰਪਾ ਧਾਰ। ਹਾਂਜੀ ਹਾਂ, ਤੇ ਉਹ ਜਦੋਂ ਬੋਲਦਾ ਹੈ ਜਾਂ ਜਦੋਂ ਵੀ ਆਵਾਜ਼ ਦਿੰਦਾ ਉਸ ਤੋਂ ਬਾਅਦ ਹੀ ਉਹਦੀ ਆਵਾਜ਼ ਸੁਣੀ ਜਾਂਦੀ ਹੈ। ਬਿਲਕੁਲ, ਪੁਕਾਰਨਾ ਪਊਗਾ ਜੀ, ਪੁਕਾਰਨਾ ਪਊਗਾ। ਹਾਂ, ਤੇ ਉਹ ਫਿਰ ਮੇਘੇ ਨੂੰ ਫਰਮਾਨ ਹੋ ਜਾਂਦਾ ਹੈ ਭਈ ਉਹ ਡਿਮਾਂਡ ਐਂਡ ਸਪਲਾਈ, ਉਹਨੇ ਡਿਮਾਂਡ ਕੀਤੀ ਹੈ, ਉਹਨੂੰ ਦੋ ਜੀ। ਠੀਕ ਹੈ ਜੀ। ਫਿਰ ਅਗਲੇ ਬੰਨੇ ਦੇਖੋ ਆ ਤੁਕ ਬੋਲੋ ਨੇ ਜੈਸਾ ਪੜਿਆ ਮੂਰਖ ਆਖੀਏ ਜਿਸ ਲੱਭ ਲੋਭ ਅਹੰਕਾਰਾ। ਕਹਿੰਦੇ ਕਾਹਦਾ ਪੜਿਆ ਹੋਇਆ ਭਾਈ, ਮੂਰਖ ਹੈ ਭਾਈ, ਜਿਹਦੇ ਅੰਦਰ ਜਿਹੜਾ ਹੈਗਾ ਆ ਮੈਲ, ਜਿਹੜੇ ਅਵਗੁਣ ਜਿਹੜੇ ਹੈਗੇ, ਇਹ ਜਿਹੜੀ ਹੈ ਮੈਲ ਉਸੇ ਤਰ੍ਹਾਂ ਬਰਕਰਾਰ ਹੈਗੀ। ਹਾਂਜੀ ਵੀਰ ਜੀ। ਉਹ ਕਹਿੰਦੇ ਉਹ ਕਦਾ ਪੜਿਆ ਪਈ, ਉਹ ਤੇ ਕੜ ਗਿਆ, ਪੜਿਆ ਨਹੀਂ ਉਹ ਕੜਿਆ। ਬਿਲਕੁਲ। ਕਹਿਣ ਤੋਂ ਭਾਵ ਹੈ ਕਿ ਉਹਦੀ ਪੜ੍ਹਾਈ ਨੇ ਉਹਨੂੰ ਗਿਆਨ ਦੇਣਾ ਸੀ ਕਿ ਬਈ ਤੂੰ ਜੀਵਨ ਨੂੰ ਚੰਗੇ ਤਰੀਕੇ ਨਾਲ ਬਤੀਤ ਕਰਨੇ ਆ। ਹੁਣ ਜਿੰਨਾ ਬੰਦਾ ਪੜਿਆ ਹੋਵੇ ਨਾ ਤੇ ਜਿੰਨਾ ਉਹ ਬੰਦਾ ਬੇਈਮਾਨ ਹੋਵੇ ਨਾ, ਓਡਾ ਹੀ ਵੱਡਾ ਬੇਈਮਾਨ ਹੋ ਜਾਂਦਾ, ਕਿਉਂਕਿ ਉਹ ਪੜ੍ਹ ਗਿਆ, ਉਹਨੂੰ ਬੜੇ ਬੜੇ ਤਰੀਕਿਆਂ ਦਾ ਪਤਾ ਲੱਗ ਗਿਆ, ਕਿੱਦਾਂ ਚੀਟਿੰਗ ਕਰਨੀ ਆ, ਉਹਨੂੰ ਅੱਖਰਾਂ ਦਾ ਭੇਦ ਪਤਾ ਲੱਗ ਗਿਆ। ਪਰ ਬਾਣੀ ਕਹਿੰਦੀ ਹੈ ਕਿ ਜੇ ਤੂੰ ਪੜ੍ਹਿਆ ਨਾ ਤੇ ਇਹ ਤਾਂ ਫਾਇਦਾ ਨਹੀਂ ਹੈਗਾ ਜੇ ਤੇਰਾ ਜੀਵਨ ਵਿੱਚ ਉਚਾਈ ਨਹੀਂ ਆਉਂਦੀ। ਹਾਂ, ਤੇਰੇ ਅੰਦਰ ਲੱਭ ਲੋਭ ਅਹੰਕਾਰ ਦੇ, ਕਾਮ ਕ੍ਰੋਧ ਲੋਭ ਅਹੰਕਾਰ ਦੇ ਵਿਚਾਰ ਜਿਹੜੇ ਮੈਲ ਜਿਹੜੀ ਬਰਕਰਾਰ ਹੈ, ਤੂੰ ਤਾਂ ਮੈਲ ਇਹ ਵਿਚਾਰ ਤਾਂ ਰੋਕੇ ਹੀ ਨਹੀਂ, ਤੂੰ ਤਾਂ ਨਾਮ ਧਨ ਖੱਟੀ ਕੀਤਾ ਹੀ ਨਹੀਂ। ਹਾਂਜੀ ਵੀਰ ਜੀ। ਹਾਂ, ਇੱਥੇ ਪੜ੍ਹੇ ਤੋਂ ਭਾਵ ਜਿਹਨੂੰ ਗ੍ਰੰਥਾਂ ਦਾ ਗਿਆਨ ਆ। ਠੀਕ ਹੈ ਜੀ। ਜਿਸ ਇਨਸਾਨ ਨੇ ਜ਼ਿੰਦਗੀ ਭਰ ਗ੍ਰੰਥ ਪੜ੍ਹੇ, ਕਿਤਾਬਾਂ ਪੜ੍ਹੀਆਂ, ਪਰ ਜ਼ਿੰਦਗੀ ਚ ਉਚਾਈ ਨਹੀਂ ਲਿਆਂਦੀ, ਉਹ ਕੇਵਲ ਪੜ੍ਹਿਆ ਬਸ ਸਿਮਰਤੀ ਚ ਇਕੱਠਾ ਕਰ ਲਿਆ, ਉਲਟਾ ਪੜ੍ਹ ਕੇ ਅਗਿਆਨ ਹੋਰ ਪੈਦਾ ਹੋ ਗਿਆ ਕਿ ਮੈਨੂੰ ਕੁਛ ਪਤਾ ਲੱਗ ਗਿਆ। ਸੁਕਰਾਤ ਕਹਿੰਦੇ ਜਦੋਂ ਮਰਨ ਲੱਗਾ ਨਾ ਤੇ ਸੁਕਰਾਤ ਨੇ ਫਿਰ ਸਟੇਟਮੈਂਟ ਕੀਤੀ, ਕਹਿੰਦੇ ਕਿ ਮੈਂ ਜੋ ਵੀ ਤੁਹਾਨੂੰ ਪੜ੍ਹਾਇਆ ਨਾ ਉਹ ਸਭ ਗਲਤ ਹੈ, ਮਿੱਟੀ ਪਾਓ, ਮੈਨੂੰ ਕੁਛ ਨਹੀਂ ਪਤਾ ਹੈ। ਆਮ ਲੋਕ ਕਹਿੰਦੇ ਕਿ ਸੁਕਰਾਤ ਦਾ ਦਿਮਾਗ ਖਰਾਬ ਹੋ ਗਿਆ, ਤੇ ਜਿਨ੍ਹਾਂ ਨੂੰ ਪਤਾ ਸੀ ਉਹ ਕਹਿੰਦੇ ਸੁਕਰਾਤ ਹੋਰ ਸਿਆਣਾ ਹੋ ਗਿਆ। ਬਿਲਕੁਲ। ਗੱਲ ਤੇ ਸੋਚਣ ਦੀ ਹੈ, ਕਿਉਂਕਿ ਉਹਨੂੰ ਪਤਾ ਲੱਗ ਗਿਆ ਕਿ ਜਿਸ ਬਾਰੇ ਮੈਂ ਗੱਲ ਕਰ ਰਿਹਾ ਉਹਦੇ ਬਾਰੇ ਬਿਆਨ ਨਹੀਂ ਕੀਤਾ ਜਾ ਸਕਦਾ, ਬਹੁਤ ਬਰੀਕ ਹੈ ਉਹ। ਸਾਡੀ ਬੁੱਧੀ ਦਾ ਵਿਸ਼ਾ ਨਹੀਂ ਹੈ, ਅਸੀਂ ਕਿੱਥੋਂ ਫੜ ਲਾਂਗੇ ਇਹਨੂੰ। ਇਸੇ ਕਰਕੇ ਸੁਕਰਾਤ ਸਹੀ ਕਹਿ ਕੇ ਗਿਆ ਕਿ ਮੈਂ ਜੋ ਵੀ ਬੋਲਿਆ ਨਾ ਐਵੇਂ ਹੀ ਹਵਾ 'ਚ ਤੀਰ ਮਾਰਿਆ, ਕਿਉਂਕਿ ਜਿਹੜਾ ਦੁੱਧ ਆ, ਹੁਣ ਮੈਨੂੰ ਤੁਸੀਂ ਦੱਸੋ ਕਿ ਦੁੱਧ ਦੇ ਬਾਰੇ ਕੁਛ ਲਿਖਦੇ, ਕੀ ਲਿਖਾਂ ਮੈਂ ਦੁੱਧ ਦੇ ਬਾਰੇ? ਦੱਸੋ ਕੀ ਮੇਰੀ ਕਿਤਾਬ ਪੜ੍ਹਨ ਦੇ ਨਾਲ ਤੁਹਾਨੂੰ ਦੁੱਧ ਦੇ ਜੋ ਅੰਦਰ ਤਾਤੇ ਪ੍ਰਾਪਤ ਹੋ ਜਾਣਗੇ? ਨਹੀਂ, ਤੁਹਾਨੂੰ ਉਦੋਂ ਦੁੱਧ ਦੇ ਬਾਰੇ ਪਤਾ ਲੱਗੂਗਾ ਜਿੱਦਾਂ ਤੁਸੀਂ ਇੱਕ ਗਲਾਸ ਖੁਦ ਪੀ ਲਿਆ। ਨਿੱਜਰ ਸਾਹਿਬ, ਅਸਲੀ ਗਿਆਨ ਤੇ ਉਹ ਆ। ਬਿਲਕੁਲ ਬਿਲਕੁਲ। ਬਾਕੀ ਤੇ ਗੱਲਾਂ ਹੀ ਆ। ਹੁਣ ਦੁੱਧ ਬਾਰੇ ਮੈਂ ਲਿਖੀ ਜਾਵਾਂ, ਮੈਂ ਭਾਵੇਂ ਤੇ ਬੜਾ 500 ਪੇਜ ਦੀ ਕਿਤਾਬ ਲਿਖਦਾ, ਪਰ ਮਸਲਾ ਤੇ ਇਹ ਹੈ ਕਿ ਤੁਸੀਂ ਘੁੱਟ ਪੀ ਲਓ ਤੇ ਤੁਹਾਨੂੰ ਕਿਤਾਬ ਪੜ੍ਹਨ ਦੀ ਲੋੜ ਹੀ ਨਹੀਂ। ਉਹ ਹਿਸਾਬ ਸੁਕਰਾਤ ਵੀ ਕਹਿ ਰਿਹਾ ਹੈ, ਮੈਂ ਪ੍ਰਮਾਤਮਾ ਦੇ ਬਾਰੇ ਗੱਲਾਂ ਕਰ ਰਿਹਾ, ਪ੍ਰਮਾਤਮਾ ਗੱਲਾਂ ਦਾ ਵਿਸ਼ਾ ਹੀ ਨਹੀਂ ਹੈ। ਬਿਲਕੁਲ। ਦੇਖੋ ਦੋ ਚੀਜ਼ਾਂ। ਹਾਂ, ਬਿਲਕੁਲ ਸਹੀ ਹੈ ਜੀ, ਬਿਲਕੁਲ ਸਹੀ ਗੱਲ ਹੈ। ਬਾਣੀ ਵੀ ਇਹੀ ਗੁਰੂ ਨਾਨਕ ਸਾਹਿਬ ਇਹੀ ਕਹਿ ਰਹੇ। ਹਾਂਜੀ, ਬਾਣੀ ਕੀ ਕਹਿੰਦੀ ਆ? ਪਰਮਾਤਮਾ ਦੇ ਬਾਰੇ ਜਾਣਨਾ ਤੇ ਪਰਮਾਤਮਾ ਨੂੰ ਜਾਣਨਾ, ਇਹ ਦੋ ਚੀਜ਼ਾਂ ਲੱਗ ਜੇ। ਫਿਰ ਸੁਣ ਲਓ, ਨੁਕਤੇ ਦੀ ਗੱਲ ਹੈ। ਬਹੁਤ ਵਧੀਆ। ਪਰਮਾਤਮਾ ਦੇ ਬਾਰੇ ਜਾਣਨਾ, ਪਰਮਾਤਮਾ ਨੂੰ ਜਾਣਨਾ, ਇਹ ਦੋਨੋਂ ਚੀਜ਼ਾਂ ਫਰਕ ਆ। ਉਹ ਕਹਿੰਦੇ ਆ, ਸੁਕਰਾਤ ਇਹ ਕਹਿ ਰਿਹਾ ਮੈਂ ਪਰਮਾਤਮਾ ਦੇ ਬਾਰੇ ਗੱਲਾਂ ਕੀਤੀਆਂ ਨੇ। ਪਰਮਾਤਮਾ ਦੇ ਬਾਰੇ ਜੇਕਰ ਤੁਸੀਂ ਜਾਣਨਾ ਨਾ ਤੇ ਤੁਸੀਂ ਖੁਦ ਜਾਣ ਸਕਦੇ ਜੋ, ਮੇਰੀਆਂ ਗੱਲਾਂ ਦੀ ਲੋੜ ਨਹੀਂ ਹੈਗੀ। ਉਹ ਕੇਵਲ ਜਸਟ ਬਿਲਕੁਲ ਆਈਡੀਆ ਹੀ ਆ। ਹਾਂ, ਬਿਲਕੁਲ ਸਹੀ ਗੱਲ ਹੈ।
ਮੈਂ ਪਰਮਾਤਮਾ ਦੇ ਬਾਰੇ ਬੋਲਿਆ, ਪਰਮਾਤਮਾ ਦੇ ਬਾਰੇ ਨਹੀਂ ਬੋਲ ਸਕਿਆ। ਸੋ ਇਹ ਗੱਲਾਂ ਹੁੰਦੀਆਂ ਨੇ। ਹੁਣ ਦੇਖੋ ਬਾਣੀ ਤੇ ਉਹ ਕਹਿ ਰਹੀ ਹੈ, ਕਹਿੰਦੇ ਕਿ ਜਿਹੜਾ ਮੂਰਖ ਹੈ, ਜਿਹੜਾ ਬੰਦਾ ਪੜ੍ਹਿਆ ਵਾ ਪਰ ਉਹਨੇ ਕਿਤੇ ਵਿਚਾਰ ਹੀ ਨਹੀਂ ਕੀਤੀ, ਮੇਰੇ ਅੰਦਰ ਲੱਭ ਨਹੀਂ ਖਤਮ ਹੋਇਆ, ਲਾਲਚ ਨਹੀਂ ਖਤਮ ਹੋਇਆ, ਲੋਭ ਨਹੀਂ ਖਤਮ ਹੋਇਆ ਤੇ ਅਹੰਕਾਰ ਵੀ ਨਹੀਂ ਗਿਆ, ਫਿਰ ਫਾਇਦਾ ਕੀ ਹੋਇਆ? ਫਿਰ ਪੜ੍ਹੇ ਦਾ ਫਾਇਦਾ ਕੀ ਹੋਇਆ? ਉਹੀ ਗੱਲ ਸੁਕਰਾਤ ਵਾਲੀ ਗੱਲ ਗੋਰਖੀ ਸਾਹਿਬ, ਇਹ ਗੁਰੂ ਨਾਨਕ ਸਾਹਿਬ ਇਹਦੇ ਵਿੱਚ ਸੁਕਰਾਤ ਵਾਲੀ ਗੱਲ ਹੀ ਕਹਿ ਰਹੇ ਆ ਭਾਈ, ਕਿ ਤੂੰ ਖਾਲੀ ਗਿਆਨ ਨੂੰ ਜਿਹੜਾ ਹੈਗਾ, ਗਿਆਨ ਨੂੰ ਪੜ੍ਹਿਆ ਹੈਗਾ ਪਰ ਤੈਨੂੰ ਜਿਹੜਾ ਹੈਗਾ ਨਾਉ ਪੜ੍ਹੀਏ ਨਾਉ ਬੂਝੀਏ ਗੁਰਮਤੀ ਵਿਚਾਰਾ। ਤੂੰ ਗਿਆਨ ਨੂੰ ਜਿਹੜਾ ਹੈਗਾ, ਇਹ ਗਿਆਨ ਨੂੰ ਵਿਚਾਰ ਹੀ ਨਹੀਂ ਕੀਤੀ, ਇਹਦੇ ਤੋਂ ਜਿਹੜਾ ਹੈਗਾ ਤੂੰ ਧਿਆਨ ਸਿਮਰਨ ਵਾਲੀ ਗੱਲ ਬੁੱਝੀ ਨਹੀਂ ਹੈ, ਤੂੰ ਉਹ ਕਾਰਵਾਈ ਨਹੀਂ ਕੀਤੀ ਜਿਹਦੇ ਨਾਲ ਪਰਮਾਤਮਾ ਨੂੰ ਤੂੰ ਜਾਣ ਸਕਦਾ ਸੀਗਾ, ਉਹ ਕੰਮ ਤਾਂ ਤੂੰ ਕੀਤਾ ਹੀ ਨਹੀਂ। ਗੁਰਮਤੀ ਨਾਮ ਧਨ ਖੱਟਿਆ ਭਗਤੀ ਭਰੇ ਭੰਡਾਰਾ, ਤੂੰ ਤਾਂ ਨਾਮ ਧਨ ਖੱਟਿਆ ਹੀ ਨਹੀਂ ਕੀਤਾ, ਤੂੰ ਆਪਣੇ ਵਿਚਾਰ ਹੀ ਨਹੀਂ ਬੰਦ ਕੀਤੇ, ਭਗਤੀ ਦੇ ਭੰਡਾਰ ਹੀ ਨਹੀਂ ਭਰੇ ਪਏ ਆ, ਭਗਤੀ ਦੇ ਭੰਡਾਰ ਤੂੰ ਤਾਂ ਕੁਛ ਖੱਟਿਆ ਹੀ ਨਹੀਂ ਉਹਦੇ ਵਿੱਚੋਂ। ਹਾਂਜੀ ਵੀਰ ਜੀ। ਹਾਂ, ਉਹ ਕਹਿੰਦੇ ਨੇ ਕਿ ਨਾ ਪੜਿਆ ਨਾ ਬੁੱਝਿਆ। ਕਹਿੰਦੀ ਪਹਿਲੀ ਗੱਲ ਤੇ ਤੂੰ ਸੋਚਿਆ ਹੀ ਨਹੀਂ, ਉਹਦੇ ਬਾਰੇ ਪੜ੍ਹਿਆ ਹੀ ਨਹੀਂ। ਅਸਲ ਤੇ ਜੋ ਪੜ੍ਹਨਾ ਸੀ ਉਹ ਤੋਂ ਪੜ੍ਹਿਆ ਹੀ ਨਹੀਂ, ਜੋ ਤੂੰ ਪੜ੍ਹਿਆ ਉਹ ਤੇ ਲੋਕਾਂ ਨੇ ਤੈਨੂੰ ਕਹਿਤਾ ਤੂੰ ਪੜ੍ਹਨਾ ਸ਼ੁਰੂ ਕਰਤਾ। ਅਸਲ ਚ ਤੂੰ ਖੁਦ ਨਹੀਂ ਪੜ੍ਹਿਆ, ਨਾ ਤੂੰ ਬੁੱਝਿਆ ਮਤਲਬ ਕੀ ਲੱਭਣਾ ਸੀ। ਤੇ ਫਿਰ ਉਹ ਜਿਹੜੀ ਚੀਜ਼ ਦੇਖੋ, ਜਿਹੜੀ ਚੀਜ਼ ਨੂੰ ਲੱਭਣਾ ਹੈ, ਬੁੱਝਣਾ ਹੈ, ਬੁੱਝਣ ਦਾ ਮਤਲਬ ਬੁਝਾਰ ਤੇ ਆਓ। ਮੁਸ਼ਕਿਲ ਚੀਜ਼ ਆਸਾਨ ਨਹੀਂ ਹੈ। ਕਹਿੰਦੇ ਗੁਰਮੁਖ ਨਾਮ ਧਨ ਗੁਰਮਤੀ ਨਾਮ ਧਨ ਖੱਟਿਆ। ਅੱਗੇ ਦੇਖੋ ਆ ਖੱਟੀ ਕਰਨੀ ਸੀਗੀ, ਆ ਜਿਹੜਾ ਸੀ ਉਸ ਮਾਲਕ ਪਰਮਾਤਮਾ ਨੂੰ ਜਾਣਨਾ ਸੀਗਾ। ਗੁਰਮਤੀ ਗੁਰੂ ਦੀ ਮੱਤ ਲੈ ਕੇ ਉਹਨੂੰ ਬੁੱਝ ਕੇ ਤੇ ਆ ਖੱਟੀ ਆ ਐਕਸ਼ਨ ਕਰਨੀ ਸੀਗੀ, ਉਹ ਨਹੀਂ ਕੀਤੀ ਤੂੰ। ਭਗਤੀ ਦੇ ਤਾਂ ਭੰਡਾਰ ਭਰੇ ਪਏ ਆ, ਤੂੰ ਕੁਛ ਕੀਤਾ ਹੀ ਨਹੀਂ। ਹਾਂਜੀ ਵੀਰ ਜੀ। ਹਾਂ ਬਿਲਕੁਲ ਠੀਕ ਹੈ ਜੀ। ਉਹ ਕਹਿੰਦੇ ਕਿ ਮੇਰੇ ਵਰਗੇ ਨੂੰ ਪੁੱਛਣ ਕਿ ਚਰਨਜੀਤ ਤੂੰ ਇੰਨੇ ਸਾਲ ਕੰਮ ਕੀਤਾ ਤੇ ਕਮਾਈ ਕੀ ਕੀਤੀ, ਤੇਰੇ ਪੈਸੇ ਕਿੱਥੇ ਗਏ? ਹਾਂ ਮੈਂ ਕਹੂੰਗਾ ਤੇ ਮੇਰੇ ਕੋਲ ਤਾਂ ਹੈ ਕੁਝ ਨਹੀਂ ਹੁਣ। ਬਿਲਕੁਲ। ਉਹ ਕਹਿੰਦੇ ਫਿਰ ਤੂੰ ਕੀ ਕੀਤਾ ਓਏ, ਕੀ ਆ ਤੇਰੀ ਆਊਟਪੁੱਟ ਕੀ ਹੈ? ਉਹ ਖੱਟਿਆ ਨਹੀਂ ਤੂੰ ਕੁਛ, ਬਸ ਕੀ ਆ ਰੋਟੀ ਪਾਣੀ ਤੇ ਉਹ ਤੇ ਸਾਰੇ ਖਾਈ ਜਾਂਦੇ ਆ, ਤੂੰ ਕਿਹੜਾ ਤੀਰ ਮਾਰਤਾ? ਇਹੋ ਹਿਸਾਬ ਉਹ ਭਗਤੀ ਕਹਿੰਦੇ। ਖੱਟਿਆ ਕੀ ਭੰਡਾਰ ਭਰਿਆ ਕੋਈ ਨਾ? ਉਹ ਕਹਿੰਦੇ ਭੰਡਾਰਾ ਤੇ ਭਰਿਆ ਨਹੀਂ, ਜੋ ਕਮਾਇਆ ਮੈਂ ਸ਼ਾਮੀ ਖਾ ਲੈਣਾ, ਫਿਰ ਤੁਰ ਪੈਂਦਾ, ਉਹ ਵੀ ਕਮਾਉਣਾ ਸ਼ਾਮੀ ਫਿਰ ਖਾ ਲੈਣਾ। ਉਹ ਕਹਿੰਦੇ ਕਿੱਥੇ ਸੇਵਿੰਗ, ਕਿੱਥੇ ਤੇਰੀ? 20% ਜਮਾ ਕੀਤੇ ਆ। ਖੱਟੇ ਦਾ ਮਤਲਬ ਕਿ ਜੇ ਤੁਸੀਂ ਕਮਾਈ ਕੀਤੀ, ਮੰਨ ਲਓ ਲੱਖ ਰੁਪਏ ਕਮਾਈ ਕੀਤੀ, 20,000 ਰੁਪਏ ਜਮਾ ਕਰ ਲਓ। ਖੱਟੇ ਤੇ ਉਹੀ ਆ, 80 ਰੁਪਏ ਤੇ ਤੁਸੀਂ ਖਾ ਲਏ। ਇਹੋ ਕਹਿੰਦੇ ਭਗਤੀ ਚ ਵੀ ਖੱਟਿਆ ਕੀਤਾ, ਕੋਈ ਕਮਾਈ ਕੀਤੀ ਹੋ। ਤੇ ਜੇ ਤੂੰ ਉਹਦੇ ਕਰਮਕਾਂਡੀ ਕਰਦਾ ਰਿਹਾ, ਉਹ ਤੇ ਨਹੀਂ ਖੱਟਿਆ ਨਿਜਰ ਸਾਹਿਬ, ਉਹ ਤੇ ਕਰਮਕਾਂਡੀ ਆ। ਬਿਲਕੁਲ। ਉਹ ਤਾਂ ਕਹਿੰਦੇ ਤੈਨੂੰ ਨਿਰਮਲ ਨਾਮ ਚਾਹੀਦਾ ਸੀਗਾ, ਤੇ ਨਿਰਮਲ ਨਾਮ, ਤੇਰਾ ਮਨ ਨਿਰਮਲ ਹੋਣਾ ਚਾਹੀਦਾ ਸੀਗਾ, ਤੇਰੇ ਅੰਦਰ ਲੱਭ ਲੋਭ ਅਹੰਕਾਰ ਜਾਣਾ ਚਾਹੀਦਾ ਸੀਗਾ, ਤੇ ਤੂੰ ਪਰਮੇਸ਼ਰ ਦੇ ਦਰ ਦੇ ਉੱਤੇ ਸਚਿਆਰ ਹੋਣਾ ਚਾਹੀਦਾ ਸੀਗਾ। ਨਿਰਮਲ ਨਾਮ ਮੰਨਿਆ ਦਰ ਸੱਚੇ ਸਚਿਆਰਾ। ਕਹਿੰਦੇ ਆਹ ਤਾਂ ਹੈ ਹੀ ਨਹੀਂ ਤੇਰੇ ਕੋਲ। ਹਾਂਜੀ ਵੀਰ ਜੀ। ਬਿਲਕੁਲ ਠੀਕ ਹੈ ਜੀ। ਕਹਿੰਦੇ ਨਿਰਮਲ ਨਾਮ ਮੰਨਿਆ ਦਰ ਸੱਚੇ ਸਚਿਆਰਾ। ਤੇ ਨਾਮ ਤੇ ਬਈ ਤੇ ਪ੍ਰਮਾਤਮਾ ਦਾ ਨਾਮ ਹੀ ਨਿਰਮਲ ਹੈ ਬਸ। ਤੇ ਔਰ ਜਿਹਦੇ ਕੋਲ ਹੈਗਾ ਉਹੀ ਉਹ ਬਾਣੀ ਤੇ ਕਹਿੰਦੀ, ਜਿੰਨਾ ਨਾਮ ਤੇ ਆਇਆ ਤੇ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਤੇ ਕੇਟੀ ਸੁੱਟੀ ਨਾਲ। ਉਹ ਜਿਹਦੇ ਕੋਲ ਹੈਗਾ ਉਹਦਾ ਹੀ ਮੁਖ ਉਜਲਿਆ। ਜਿਨ੍ਹਾਂ ਨੇ ਨਾਮ ਤੇ ਆਇਆ ਵਾ, ਘਾਲਣਾ ਕੀਤੀ ਆ। ਘਾਲਣਾ ਉਹ ਨਹੀਂ ਕਹਿੰਦੇ ਬੜਾ ਆਸਾਨ ਕੰਮ ਆ, ਘਾਲਣਾ ਮਤਲਬ ਮਿਹਨਤ। ਬਿਲਕੁਲ। ਉਹ ਮੁਖ ਫਿਰ ਉਜਲੇ ਹੋ ਗਏ। ਇੱਥੇ ਵੀ ਉਹ ਕਹਿ ਰਹੇ ਨੇ ਕਿ ਜਿਨ੍ਹਾਂ ਨੇ ਰੱਬ ਦਾ ਨਾਮ ਜਪਿਆ, ਭਗਤੀ ਕੀਤੀ, ਬੰਦਗੀ ਚ ਆਪਣੀ ਜ਼ਿੰਦਗੀ ਨੂੰ ਸੋਚ। ਦੇਖੋ ਨਾਮ ਪ੍ਰਮਾਤਮਾ ਨੂੰ, ਤੁਹਾਡੇ ਨਾਮ ਨੂੰ ਦੀ ਕੋਈ ਲੋੜ ਨਹੀਂ ਆ। ਇਹ ਵੀ ਇੱਕ ਬੜੀ ਕਨਫਿਊਜ਼ਨ ਕ੍ਰੀਏਟ ਹੋ ਗਈ ਆ ਕਿ ਪ੍ਰਮਾਤਮਾ ਪਤਾ ਨਹੀਂ ਬੈਠਾ ਕਿ ਸਾਡੇ ਨਾਮ ਨੂੰ, ਸਾਡੇ ਨਾਮ ਦੀ ਨਾਮ ਨਹੀਂ ਲਵਾਂਗੇ ਤੇ ਉਹਦੀ ਇੱਥੇ ਫੈਕਟਰੀ ਬੰਦ ਹੋ ਚੱਲੀ ਆ। ਇਹ ਵੀ ਨਹੀਂ ਆ। ਨਾਮ ਦਾ ਮਤਲਬ ਇਹ ਹੈ ਕਿ ਭਗਤੀ ਅਸਲੀ ਕਰਨੀ ਹੈ ਕਿ ਜਿਹੜੀਆਂ ਮੈਂ ਬੇਵਕੂਫੀਆਂ ਕਰਦਾ ਪਿਆ ਵਾਂ, ਜਿਹੜੀਆਂ ਮੈਂ ਬੇਅਕਲੀਆਂ ਕੰਮ ਕਰਦਾ ਵਾਂ, ਉਹ ਬੰਦ ਕਰਦਾ। ਇੰਨਾ ਕੰਮ ਆ। ਇਹ ਬੜਾ ਵੱਡਾ ਨਿਜਰ ਸਾਹਿਬ, ਇਹ ਵੀ ਬੜਾ ਇੱਕ ਮਿਸ ਕਨਫਿਊਜ਼ਨ ਕ੍ਰੀਏਟ ਕਰਤੀ ਆ ਕਿ ਸ਼ਾਇਦ ਨੂੰ ਪਰਮਾਤਮਾ ਨੂੰ ਸਾਡੀ ਭਗਤੀ ਦੀ ਲੋੜ ਆ। ਪਰਮਾਤਮਾ ਨੂੰ ਸਾਡੀ ਕਿਸੇ ਭਗਤੀ ਦੀ ਲੋੜ ਨਹੀਂ ਆ।
ਭਗਤੀ ਜਿਹੜੀ ਕਰਨੀ ਆ ਅਸੀਂ ਆਪਣੇ ਆਪ ਨੂੰ ਸ਼ੁੱਧ ਕਰਨ ਵਾਸਤੇ ਕਰਨੀ ਆ। ਬਿਲਕੁਲ ਹੈਗਾ ਜੀ, ਬਿਲਕੁਲ ਸਹੀ ਗੱਲ ਹੈ, ਬਿਲਕੁਲ 100% ਸਹੀ ਹੈ। ਬਾਣੀ ਵੀ ਇਹੀ ਕਹਿ ਰਹੀ ਹੈ ਭਾਈ ਕਿ ਤੇਰੇ ਅੰਦਰ ਭਗਤੀ ਚਮਕਣੀ ਚਾਹੀਦੀ ਆ। ਹਾਂ, ਲੋਕੀ ਪਰ ਸੋਚਦੇ ਕਿ ਪਤਾ ਨਹੀਂ ਉੱਥੇ ਬਾਬੇ ਦੀ ਪਰਮਾਤਮਾ ਦੀ ਭਗਤੀ ਕਰਨੀ ਤੇ ਪਰਮਾਤਮਾ ਨੂੰ ਕੁਝ ਦੇਣ ਜਾਣਾ ਵਾ। ਪਰਮਾਤਮਾ ਨੂੰ ਕੁਝ ਨਹੀਂ ਚਾਹੀਦਾ। ਆਵੇ ਦੇਖਿਆ ਵਾ ਅਗਲੀ ਤੁਕ ਤੇ ਵੇਖ ਲਓ, ਇੱਥੇ ਲਿਖਿਆ ਵੀ ਉਹਨਾਂ ਨੇ ਕਿ ਨਿਰਮਲ ਨਾਮ ਮੰਨਿਆ ਦਰ ਸੱਚੇ ਸੱਚਿਆਰਾ। ਉਹ ਸੱਚਿਆਰਾ ਹੈਗਾ ਹੈ ਤੇ ਉਹਦੇ ਦਰ ਤੇ ਵੀ ਉਹੀ ਮੰਨਿਆ ਜਾਣਾ ਹੈ ਜੇ ਤੇਰੀ ਬੁੱਧੀ ਮਲੀਨ ਹੈਗੀ ਆ, ਨਿਰਮਲ ਨਹੀਂ ਹੈ। ਭਗਤੀ ਕਰਕੇ ਨਿਰਮਲ ਕਰ ਲਾ, ਸੱਚੇ ਦੇ ਦਰਬਾਰ ਚ ਕਬੂਲ ਹੋ ਜਾਊਗੀ। ਬਸ ਗੱਲ ਇੰਨੀ ਆ। ਹਾਂ, ਨਾਮ ਕੀ ਹੈ? ਇੱਕ ਸਾਬਣ ਆ, ਸਾਬਣ ਨੂੰ ਮਲ ਕੇ ਆਪਾਂ ਮਲੀਨਤਾ ਨੂੰ ਦੂਰ ਕਰਨਾ ਹੈ। ਇੱਥੇ ਪ੍ਰਮਾਤਮਾ ਨੂੰ ਸਾਡੀ ਭਗਤੀ ਦੀ ਕੋਈ ਲੋੜ ਨਹੀਂ ਆ। ਸਪੈਸ਼ਲ ਆਪਾਂ ਉੱਥੇ ਭਗਤੀ ਕਰਦੇ ਹਾਂ ਤੇ ਪ੍ਰਮਾਤਮਾ ਨੂੰ ਬੈਠਾ ਹੈ ਵਿਚਾਰਾ ਡੀਕਨ ਦਿਆ ਕਿ ਚਰਨਜੀਤ ਨਹੀਂ ਭਗਤੀ ਕਰ ਰਿਹਾ। ਉਹ ਭਗਤੀ ਉਹ ਪ੍ਰਮਾਤਮਾ ਲਈ ਨਹੀਂ ਕਰਨੀ, ਭਗਤੀ ਇਸ ਲਈ ਕਰਨੀ ਹੈ ਕਿ ਸਾਡੀ ਮਲੀਨਤਾ ਦੂਰ ਹੋ ਜਾਏ, ਜਿਹੜੀ ਸਾਡੀ ਕਬੁੱਧੀ ਕਮਾਨ ਚੜਾਈ ਹੈ ਨਾ ਉਹ ਖਤਮ ਹੋ ਜਾਏ ਤੇ ਸਾਡੇ ਅੰਦਰ ਵਿਵੇਕ ਪੈਦਾ ਹੋ ਜਾਏ, ਅਗਿਆਨ। ਹੁਣ ਦੇਖੋ ਮੈਂ ਨਹਾਵਾਂਗਾ ਸਾਬਣ ਦੇ ਨਾਲ ਤੇ ਮਲੀਨਤਾ ਮੇਰੀ ਦੂਰ ਹੋਣੀ ਆ, ਰੱਬ ਦੀ ਨਹੀਂ ਹੋਣੀ। ਰੱਬ ਤੇ ਨਿਰਮਲ ਹੈ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ। ਔਰ ਦੂਜੇ ਦੀ ਕਿਸੇ ਦੀ ਵੀ ਨਹੀਂ ਹੋਣੀ। ਠੀਕ ਹੈ ਨਜਰ ਸਾਹਿਬ, ਇਹ ਬਾਹਰੋਂ ਤੇ ਮੈਂ ਕਿਸੇ ਦਾ ਸਰੀਰ ਤੇ ਧੋ ਦੂੰਗਾ ਪਰ ਉਹਦਾ ਮਨ ਕਿੱਥੋਂ ਧੋ ਦੂੰਗਾ ਮੈਂ ਸਾਬਣ ਨਾਲ? ਬਿਲਕੁਲ। ਪਰ ਏਦਾਂ ਆਪਾਂ ਸੋਚਦੇ ਨਹੀਂ ਨਾ, ਆਪਾਂ ਤੇ ਹੋਰ ਤਰੀਕੇ ਨਾਲ ਸੋਚਦੇ। ਹਾਂਜੀ ਅੱਗੇ ਚੱਲੀਏ। ਅੱਗੇ ਮਹਾਰਾਜ ਕਹਿੰਦੇ ਦੇਖ ਤੇਰੀ ਮਰਜ਼ੀ ਆ ਪਿਆਰਿਆ, ਦੇਖ ਜਿਸ ਦਾ ਜੀਉ ਪ੍ਰਾਣ ਹੈ ਅੰਤਰ ਜੋਤ ਅਪਾਰਾ। ਜਿਹਦੇ ਮਾਲਕ ਪਰਮਾਤਮਾ ਦਾ ਤੇਰੇ ਅੰਦਰ ਜੀਓ ਹੈਗਾ, ਤੇਰੇ ਅੰਦਰ ਤੇਰੇ ਸਰੀਰ ਹੈਗਾ, ਤੇਰੀ ਸੁਰਤ ਮਤ ਮਨ ਬੁੱਧ ਸਾਰਾ ਕੁਛ, ਔਰ ਜੋ ਖਾ ਰਿਆਂ ਪੀ ਰਿਆਂ ਜੋ ਦੁਨੀਆ ਦੇ ਪਦਾਰਥ ਹੈ ਜਿਸ ਮਾਲਕ ਦੇ ਹੈਗੇ ਉਹਦੀ ਜੋਤ ਆ ਤੇਰੇ ਅੰਦਰ। ਉਹ ਮਾਲਕ ਪਰਮਾਤਮਾ ਦਾ ਜਿਹੜਾ ਹੈਗਾ ਉਹ ਸੱਚਾ ਸ਼ਾਹ ਹੈਗਾ। ਸੱਚਾ ਸ਼ਾਹ ਇੱਕ ਤੂੰ, ਹੋਰ ਜਗਤ ਵਣਜਾਰਾ। ਸਾਰਾ ਸੰਸਾਰ ਵਣਜਾਰਾ ਹੈ ਪਿਆਰਿਆ। ਜੇ ਤੂੰ ਸਮਝ ਲਏਗਾ ਬਈ ਆ ਤੂੰ ਇੱਥੇ ਦੁਨੀਆ ਦੇ ਵਿੱਚ ਆਇਆ ਆ, ਇੱਥੇ ਤੂੰ ਜਿਹੜਾ ਹੈਗਾ ਕਿਸੇ ਖਾਸ ਵਣਜ ਕਰਨ ਵਾਸਤੇ ਆਇਆ ਆ। ਆਪਣੇ ਅਵਗੁਣ ਦੂਰ, ਆਪਣੀ ਮੈਲ, ਆਪਣੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਨੂੰ ਦੂਰ ਕਰਨ ਵਾਸਤੇ ਆਇਆ ਦੁਨੀਆ ਦੇ ਵਿੱਚ। ਜੇ ਤਾਂ ਤੂੰ ਇਹ ਸਮਝ ਗਿਆ, ਜੇ ਤੂੰ ਆ ਵਣਜ ਕੀਤਾ ਤੇ ਸਚਿਆਰ ਹੋ ਜਾਏਗਾ, ਨਹੀਂ ਕੀਤਾ ਤੇ ਫਿਰ ਜਿਹੜਾ ਹੈਗਾ ਕੋਲੂ ਦੇ ਬੈਲ ਵਾਂਗੂ ਫਿਰ ਵਾਪਸ ਘੁੰਮੇਗਾ। ਹਾਂਜੀ ਵੀਰ ਜੀ। ਹਾਂਜੀ ਉਹ ਠੀਕ ਹੈ ਜੀ। ਉਹ ਕਹਿ ਰਹੇ ਨੇ ਜਿਸਦਾ ਜੀਉ ਪ੍ਰਾਣ ਹੈ ਅੰਤਰ ਜੋਤ ਅਪਾਰਾ, ਸੱਚਾ ਸਾਹੋ ਏਕ ਤੂੰ ਹੋਰ ਜਗਤ ਵਣਜਾਰਾ। ਇਹ ਜਗਤ ਵਣਜਾਰਾ ਹੈ ਜੀ। ਆਪਾਂ ਬਿਜ਼ਨਸਮੈਨ ਹੈਗੇ ਆ, ਆਪਾਂ ਵਣਜ ਕਰਨ ਆਏ ਆ। ਜਿਹੋ ਜੀ ਵਸਤੂ ਤੁਸੀਂ ਲੈ ਕੇ ਜਾਣੀ ਆ ਉਹੋ ਜਿਹਾ ਤੁਹਾਨੂੰ ਤੁਹਾਡੀ ਪਾਤਰਤਾ ਬਣੇਗੀ। ਔਰ ਪਾਤਰਤਾ ਮੁਤਾਬਕ ਤੁਸੀਂ ਕਿਸੇ ਦੁਕਾਨ ਤੇ ਜਾਂਦੇ ਜੋ ਜਾਂ ਤੁਹਾਡੀ ਵੀ ਕੋਈ ਦੁਕਾਨ ਆ, ਤੁਸੀਂ ਕੇਵਲ ਉਹੀ ਸੌਦਾ ਨੂੰ ਦਿੰਦੇ ਜੋ ਉਹ ਪੈਸੇ ਤੁਹਾਨੂੰ ਦਿੰਦਾ ਹੈ। ਵੱਧ ਤੇ ਨਹੀਂ ਨਾ ਦੇ ਦਿੰਦੇ ਨਾ ਨਿੱਜੇ ਸਾਹਿਬ, ਆਪਾਂ ਤੇ ਨਹੀਂ ਦਿੰਦੇ ਵੱਧ। ਗੁਰੂ ਨਾਨਕ ਹਿਸਾਬ ਨਾਲ ਥੋੜੀ ਸੀ, ਗੁਰੂ ਨਾਨਕ ਪਾਤਸ਼ਾਹ ਦੇ 13 ਤਰ੍ਹਾਂ ਤੋੜੀ ਜਾਂਦੇ। ਆਪਾਂ ਤੇ ਜੇ 100 ਰੁਪਇਆ ਦਿੱਤਾ ਹੈ ਤੇ 100 ਰੁਪਏ ਚੋਂ ਕੇਵਲ ਆਪਾਂ 70 ਰੁਪਏ ਦੀ ਵਸਤੂ ਦੇਣੀ ਹੈ, 30 ਰੁਪਏ ਆਪਾਂ ਪ੍ਰੋਫਿਟ ਕੱਢ ਲੈਣੇ ਆ। ਬਿਲਕੁਲ। ਤੇ ਫਿਰ ਪ੍ਰਮਾਤਮਾ ਘਰ ਆਪਾਂ ਕਿੱਦਾਂ ਸੋਚਦੇ ਹਾਂ ਕਿ ਆਪਾਂ ਇੱਥੇ ਰੁਪਇਆ 20 ਚੜਾਵਾਂਗੇ ਤੇ 1000 ਰੁਪਏ ਦੀ ਵਸਤੂ ਚੁੱਕ ਲਿਆਵਾਂਗੇ। ਏਦਾਂ ਪੋਸੀਬਲ ਥੋੜੀ ਹੈਗਾ। ਨਹੀਂ, ਇੱਥੇ ਤੇ ਮੈਂ ਨਹੀਂ ਵਸਤੂ ਦੇਣ ਦਿਆ, ਮੈਂ 100 ਰੁਪਏ ਲੈਣਾ, ਮੈਂ 60-70 ਰੁਪਏ ਦੀ ਵਸਤੂ ਦੇਣੇ ਆ। ਤੇ ਪ੍ਰਮਾਤਮਾ ਦੇ ਘਰ ਚ ਇਹ ਆ ਕਿ ਉਹ 100 ਰੁਪਇਆ ਦੋ ਤੇ 100 ਦੀ ਵਸਤੂ ਲੈ ਲਓ। ਉੱਥੇ ਸਾਡੇ ਵਾਲਾ ਪ੍ਰੋਫਿਟ ਸਿਸਟਮ ਨਹੀਂ ਹੈਗਾ। ਪਰ 100 ਦੀ ਵਸਤੂ ਵੀ ਤੇ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਨਾ, ਸੱਚਾ ਸੌਦਾ। ਔਰ ਗੋਰਖੀ ਸਾਹਿਬ ਇੱਕ ਹੋਰ ਚੀਜ਼ ਹੈ, ਦੇਖ ਲਓ ਕਿ ਜਿਹੜਾ ਸੱਚਾ ਸ਼ਾਹ ਹੈਗਾ ਤੇ ਉਹਦਾ ਸਿਸਟਮ ਬਿਲਕੁਲ ਸੱਚ ਹੈਗਾ। ਤੇ ਇਹੀ ਕੁਐਸਚਨ ਮਾਲਕ ਨੇ ਜਿਹੜਾ ਹੈਗਾ ਉਹ ਧਰਮਰਾਜ ਨੇ ਸਭ ਤੋਂ ਚੈੱਕ ਪੋਸਟ ਤੇ ਜਿਹੜਾ ਬੈਠਾ ਹੋਇਆ ਉਹਨੇ ਆਹੀ ਕੁਐਸਚਨ ਕਰਨਾ ਹੈ, ਮਿੱਤਰਾ ਦਿਖਾ ਦੇ ਬਿਜ਼ਨਸ ਕੀ ਕਰਕੇ ਆਇਆ। ਆਹ ਬਿਜ਼ਨਸ ਵਾਸਤੇ ਭੇਜਿਆ ਸੀਗਾ ਉਹ ਸ਼ਾਹੂਕਾਰ ਨੇ, ਮੈਨੂੰ ਬਿਠਾਇਆ ਉਹਨੇ ਚੈੱਕ ਕਰਨ ਵਾਸਤੇ। ਦੱਸ ਤੂੰ ਕੀ ਖੱਟਿਆ ਹੈ, ਇੰਨੇ ਸਵਾਸ ਲਏ ਆ ਤੂੰ, ਇੰਨੀ ਉਮਰ ਭੋਗੀ ਹੈ, ਇੰਨਾ ਸਾਰਾ ਮਾਲਕ ਦਾ ਖਾਧਾ ਪੀਤਾ ਹੈ ਸਾਰਾ ਕੁਛ, ਤੂੰ ਦੱਸ ਕੀ ਕਰਕੇ ਆਇਆ। ਆਹ ਹੈਗਾ ਭਾਈ ਚੈੱਕ ਪੋਸਟ। ਉਹ ਇਹਦੇ ਵਾਸਤੇ ਆਪਾਂ ਜਿਹੜਾ ਹੈਗਾ ਇਹ ਜਵਾਬ ਤਿਆਰ ਕਰਨਾ ਹੈ ਹਰੇਕ ਨੂੰ। ਔਰ ਉਹ ਜਿਹੜਾ ਚੈੱਕ ਪੋਸਟ ਵਾਲਾ ਆ ਉਹ ਅਵਰ ਕਰਤੂਤ ਸਗਲੀ ਜਮ ਡਾਨੇ, ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੇ। ਬਾਕੀ ਸਾਰਾ ਕੁਛ ਕਹਿੰਦਾ ਦੁਨੀਆ ਦੇ ਵਿੱਚ ਹੈਗਾ। ਭਜਨ ਕੀਤਾ ਹੈ, ਬੰਦਗੀ ਕੀਤੀ ਹੈ, ਨਾਮ ਧਨ ਖੱਟਿਆ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜਾ ਹੈਗਾ ਇਹਨੂੰ ਛੱਡਿਆ ਹੈਗਾ। ਤੇ ਤਾਂ ਪਿਆਰਿਆ ਤੂੰ ਆ ਜਾ, ਨਹੀਂ ਤਾਂ ਪਾਏ ਫਿਰ ਵਾਪਸ ਰਾਉਂਡ ਦੀ ਕਲੌਕ ਚੱਲ ਪਾ। ਹਾਂਜੀ ਵੀਰ ਜੀ। ਬਿਲਕੁਲ ਠੀਕ ਹੈ ਜੀ।
ਉਹ ਕਹਿੰਦੇ ਆ ਕਿ ਜਿਨ੍ਹਾਂ ਨੇ ਬਿਜ਼ਨਸ ਕੀਤਾ ਉਹਦੀ ਕਦਰ ਹੈ ਜੀ, ਉਹ ਮੁੱਖ ਉਜਲੇ ਜੀ। ਕਬੀਰ ਸਾਹਿਬ ਵਾਂਗੂ ਕਲੇਮ ਕਰ ਜਾਂਦੇ ਨੇ ਜਾਣ ਲੱਗਿਆ, ਜਿਸ ਮਰਨੀ ਸੇ ਜਗ ਡਰੇ ਮੇਰੇ ਮਨ ਆਨੰਦ ਮਰਨੇ ਤੇ ਪਾਈਏ ਪੂਰਨ ਪਰਮਾਨ। ਜਿਨ੍ਹਾਂ ਨੇ ਆਪਣਾ ਸਬਜੈਕਟ ਕਵਰ ਕਰ ਲਿਆ, ਜਿਨ੍ਹਾਂ ਨੇ ਪੇਪਰ ਦੀ ਤਿਆਰੀ ਕੀਤੀ ਬਈ ਉਹ ਪੇਪਰ ਤੋਂ ਘਬਰਾਉਂਦੇ ਨਹੀਂ, ਤੇ ਜਿਹੜੇ ਮੇਰੇ ਵਰਗਿਆਂ ਨੇ ਤਿਆਰੀ ਨਹੀਂ ਕੀਤੀ ਪੇਪਰ 'ਚ ਫੇਲ ਹੋਵਾਂਗੇ ਤੇ ਫਿਰ ਮੇਰੀ ਮਾਸੀ ਦਾ ਮੁੰਡਾ ਤੇ ਉੱਥੇ ਲੱਗਾ ਨਹੀਂ ਆ ਜਿਹੜਾ ਮੈਨੂੰ ਕਹੂਗਾ ਚਰਨਜੀਤ ਚੱਲ ਤੈਨੂੰ ਪਾਸ ਕਰ ਦੇਣਾ। ਉਹ ਤੇ ਬਈ ਜਿਹੜਾ ਪਾਸ ਹੋਊਗਾ ਉਹੀ ਐਕਸੈਪਟ ਹੈ। ਹੁਣ ਆਪਾਂ ਆਪਣੇ ਜੀਵਨ ਤੇ ਨਜ਼ਰ ਮਾਰੀਏ। ਹਾਂਜੀ ਮਾਫ ਕਰਨਾ ਜੀ, ਇੱਕ ਅੱਜ ਕਿਸੇ ਗੁਰਮੁਖ ਪਿਆਰੇ ਨੇ 21 ਕੁੱਲ ਉਦਾਹਰਨ ਦੀ ਗੱਲ ਕੀਤੀ ਸੀਗੀ। ਉਹ 21 ਕੁੱਲਾਂ ਹੋਣੀ ਹੈ ਵੀ ਇੱਕ ਬੰਦਾ ਤਰ ਗਿਆ, ਉਹਦੀਆਂ ਗਾਹਾਂ ਦਾਦਾ ਪੋਤਾ ਤੇ ਪੜਤੋਤਾ ਤੇ ਉਹ ਸਾਰੇ ਤਰ ਜਾਣਗੇ। ਇਹ ਕਲੀਅਰ ਕਰ ਦਿਓ। ਨਹੀਂ ਵੀਰ ਜੀ, ਉਹ 21 ਕੁਲਾਂ ਜਿਹੜੀਆਂ ਹੈਗੀਆਂ ਉਹ ਤਰਦੀ, ਹਾਂ ਸ਼ੁਭ ਅਮਲਾਂ ਵਾਜੋਂ ਦੋਨੋਂ ਰੋਈ ਤਰਦੇ ਉਹ ਹੈਗੇ ਜਿਹੜੇ ਕਿ ਉਹ ਤਾਂ ਦੇਖੋ ਹਾਲੇ ਵੀ ਜਿਹੜੇ ਆ ਕਬੀਰ ਜੀ ਹੋਏ, ਫਰੀਦ ਜੀ ਹੋਏ, ਬੇਣੀ ਜੀ ਹੋਏ, ਜਿੰਨੇ ਵੀ ਜਿਹੜੇ ਹੈਗੇ ਰਵਿਦਾਸ ਜੀ ਹੋਏ, ਉਹਨਾਂ ਦਾ ਗਿਆਨ ਲੈ ਕੇ ਹਾਲੇ ਤੱਕ ਕੁਲਾਂ ਤਰੀ ਜਾ ਰਹੀਆਂ। ਉਹਨਾਂ ਦੀ 21 ਦੀ ਜਗ੍ਹਾ ਤੇ 2100 ਤਰ ਗਈਆਂ ਕੁਲਾਂ, ਹਾਲੇ ਤਾਂ ਹੋਰ ਤਰਨਗੀਆਂ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ। ਸਾਧ ਸੰਗਤ ਜੀ ਘਰੇ ਰੋਟੀ ਪਈ ਹੈ ਨਾ, ਮੇਰੇ ਭੜੋਲੇ 'ਚ ਦਾਣੇ ਪਏ ਆ, ਢਿੱਡ ਉਹਦਾ ਭਰਨਾ ਜਿੰਨੇ ਉਹ ਖਾਣਾ ਹੈ। ਹਾਂ ਤੇ ਬਾਕੀ ਸਾਰਾ ਟੱਬਰ ਬੈਠਾ ਰਿਹਾ ਹੱਥਾਂ ਤੇ ਹੱਥ ਬੰਨ ਕੇ, ਇਹੀ ਰੋਟੀ ਪਕਾਉਣੀ ਨਹੀਂ ਹੈ ਤੇ ਉਹਦੇ ਢਿੱਡ 'ਚ ਕਿੱਥੋਂ ਰੋਟੀ ਪਹੁੰਚੂ। ਇਹ ਉਸ ਹਿਸਾਬ ਨਾਮ ਦਾ ਮਤਲਬ ਹੈ ਕਿ ਇੱਕ ਬੰਦੇ ਨੇ ਜੇ ਲੱਭਿਆ ਤੇ ਉਸ ਤੋਂ ਹੋਰ ਕਈਆਂ ਨੂੰ ਬੈਨੀਫਿਟ ਮਿਲਦਾ। ਬਾਣੀ ਤੇ ਕਹਿੰਦੀ ਆਪ ਤਰੇ ਅਵਰੇ ਤਾਰੇ, ਆਪ ਵੀ ਤਰਦਾ ਕਈਆਂ ਨੂੰ ਵੀ ਤਾਰ ਜਾਂਦਾ। ਕਿਉਂ ਤਾਰਦਾ ਹੈ? ਕਿਉਂਕਿ ਇੱਕ ਬੰਦਾ ਲੰਘ ਗਿਆ, ਉਹਨੂੰ ਵੇਖ ਕੇ ਦੂਜੇ ਵੀ ਤਰ ਜਾਣਗੇ। ਤੇ ਇਸੇ ਕਰਕੇ ਪ੍ਰਕਿਰਤੀ ਦਾ ਨਿਯਮ ਹੈ, ਜਦੋਂ ਵੀ ਕੋਈ ਬੰਦਾ ਪ੍ਰਗਟ ਹੋ ਜਾਂਦਾ ਹੈ, ਸੱਚ ਨੂੰ ਜਾਣ ਲੈਂਦਾ, ਫਿਰ ਪ੍ਰਕਿਰਤੀ ਵੀ ਤੇ ਉਸ ਟਾਈਮ ਤੇ ਆਪਸ਼ਨ ਦਿੰਦੀ ਹੈ ਕਿ ਯਾਰ ਇੱਥੇ ਹੁਣ ਕੁਛ ਬੰਦੇ ਹੋਰ ਵੀ ਕੱਢ ਦੋ, ਕਿਉਂਕਿ ਉਹ ਇੱਕ ਬੰਦਾ ਨਿਕਲ ਗਿਆ। ਬੜਾ ਫਰਕ ਜੇ। ਇੱਕ ਬੰਦੇ ਨੇ ਜਦੋਂ ਪੁਲ ਬਣਾ ਲਿਆ, ਆਪ ਜਸਟ ਦੇਖੋ ਸਾਡੇ ਲਾਗੇ ਪੁਲ ਬਣਾਇਆ ਵਾ, ਬਣਾਉਣ ਲੱਗਾ 4-5 ਸਾਲ ਲੱਗ ਗਏ ਉਹਨਾਂ ਨੂੰ, ਪਰ ਇੰਨਾ ਸੁੱਖ ਹੋ ਗਿਆ ਮਿੰਟੋ ਮਿੰਟ ਹੀ ਜਦੋਂ ਮਰਜੀ ਜਾ ਸਕਦੇ ਆ। ਹੁਣ ਜਿਹੜੇ ਬੰਦੇ ਕੋਲ ਕੋਈ ਸਾਧਨ ਨਹੀਂ ਹੈਗਾ, ਨੇਜਰ ਸਾਹਿਬ ਉਹ ਨਹਿਰ ਐਕਟੀਵਿਟੀ ਨਹਿਰ ਆ, ਨਹਿਰ ਉਹਦਾ ਥੋੜੀ ਲੰਘ ਸਕਦੇ। ਹੁਣ ਪੁਲ ਇੱਕ ਨੇ ਬਣਾਇਆ, ਮਿਹਨਤ ਇੱਕ ਨੇ ਕੀਤੀ ਆ, ਤੇ ਦੂਜੇ ਸਾਰੇ ਫਾਇਦਾ ਲਈ ਜਾਂਦੇ। ਬਿਲਕੁਲ ਉਹ ਹਿਸਾਬ ਹੈ। ਬ੍ਰਹਮ ਗਿਆਨੀ ਜਦੋਂ ਇੱਕ ਨੇ ਲੰਘ ਜਾਂਦੇ ਆ, ਉਸ ਤੋਂ ਬਾਅਦ ਕਈ ਹੋਰ ਲੰਘ ਜਾਂਦੇ, ਮੇਰੇ ਵਰਗੇ ਵੇਖ ਕੇ ਪਿੱਛੇ ਤੁਰੇ ਜਾਂਦੇ ਆ। ਸੋ ਇਹ ਆ ਤਰੀਕਾ। ਤੇ ਆਪਾਂ ਕੋਸ਼ਿਸ਼ ਇਹੋ ਹੀ ਆ ਕਿ ਮਿਹਨਤ ਕਰਿਆ ਕਰੋ। ਅੱਜ ਕਾਫੀ ਲੰਮੀ ਵਿਚਾਰ ਹੋ ਗਈ, ਉਹ ਅੱਧਾ ਘੰਟਾ ਉੱਪਰ। ਠੀਕ ਹੈ ਨਾ ਜੀ ਸਾਹਿਬ, ਅੱਜ ਦੀ ਵਿਚਾਰ ਇੱਥੇ। ਹਾਂਜੀ ਵੀਰ ਜੀ ਬਿਲਕੁਲ। ਇਹ ਅਮਰਜੀਤ ਜੀ ਕੁਝ ਕਹਿਣਾ ਚਾਹੁੰਦੇ? ਹਾਂਜੀ ਵੀਰ ਜੀ। ਹਾਂਜੀ ਹਾਂਜੀ ਵੀਰ ਜੀ। ਹਾਂਜੀ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਹਾਂਜੀ ਵੀਰ ਜੀ, ਮੈਂ ਤੁਹਾਨੂੰ ਅੱਜ ਕਿਹਾ ਸੀ ਨਾ ਤੁਹਾਨੂੰ ਕਾਲ ਕਰਨੀ ਆ। ਹਾਂ ਤੇ ਪਰ ਮੈਂ ਕਰ ਨਹੀਂ ਸਕਤੀ ਕਾਲ। ਦਾ ਤੁਹਾਡੇ ਕੋਲ ਵੀ ਟਾਈਮ ਘੱਟ ਹੀ ਹੁੰਦਾ, ਉੱਧਰ ਗਲੀ 'ਚ ਵੀ ਕੀਰਤਨ ਸੀਗਾ, ਚਲੋ ਉੱਥੇ ਵੀ ਜਾਣਾ ਜ਼ਰੂਰੀ ਸੀ। ਚਲੀ ਗਈ ਮੈਂ। ਹਾਂਜੀ ਵੀਰ ਜੀ, ਹਾਂਜੀ ਮੈਂ ਤੁਹਾਨੂੰ ਇਹ ਪੁੱਛਣਾ ਸੀ ਵੀ ਆਪਾਂ ਕਹਿੰਦੇ ਤਾਂ ਹੈਗੇ ਆ ਮਤਲਬ ਕਿ ਬੰਦਾ ਬਹੁਤ ਕੁਛ ਕਰੀ ਜਾ ਰਿਹਾ, ਇਨਸਾਨ ਸਭ ਕੁਛ ਕਰੀ ਜਾ ਰਿਹਾ, ਕਿ ਬੰਦੇ ਪਰਮਾਤਮਾ ਤਾਂ ਸਭ ਦੇ ਅੰਦਰ ਹੀ ਹੈ ਨਾ। ਚੋਰਾਂ ਦੇ ਅੰਦਰ ਵੀ ਹੈ, ਠੱਗਾਂ ਦੇ ਅੰਦਰ ਵੀ ਹੈ, ਸੰਤਾਂ ਦੇ ਅੰਦਰ ਵੀ ਹੈ, ਸਾਧੂ ਦੇ ਅੰਦਰ ਵੀ ਹੈ, ਜਿੱਥੇ ਜਿੱਥੇ ਵੀ ਕੋਈ ਬੈਠਾ ਸਭ ਦੇ ਅੰਦਰ ਪਰਮਾਤਮਾ ਹੈ। ਤੇ ਫਿਰ ਦੋਸ਼ ਬੰਦੇ ਨੂੰ ਕਿਉਂ ਦਿੱਤਾ ਜਾਂਦਾ ਕਿ ਪਰਮਾਤਮਾ ਸਭ ਦੇ ਅੰਦਰ ਹੈ? ਤਾਂ ਨਹੀਂ, ਪਰਮਾਤਮਾ ਦੇ ਦੇਖੋ ਪਰਮਾਤਮਾ ਨਹੀਂ ਏਦਾਂ ਨਹੀਂ ਆ। ਇੱਕ ਤੁਸੀਂ ਮਾਈਕ ਬੰਦ ਕਰ ਦਿਓ, ਮੈਂ ਤੁਹਾਡਾ ਜਵਾਬ ਦਿੰਦਾ। ਠੀਕ ਹੈ ਜੀ। ਮਾਈਕ ਬੰਦ ਕਰ ਦਿਓ। ਠੀਕ ਹੈ। ਦੇਖੋ ਪਰਮਾਤਮਾ ਖੁਦ ਕੁਛ ਵੀ ਨਹੀਂ ਕਰ ਰਿਹਾ, ਸਾਰਾ ਕੁਝ ਆਪਾਂ ਖੁਦ ਕਰ ਰਹੇ। ਇਹੋ ਹੀ ਤੇ ਸਾਡੀ ਇੱਕ ਮਤਲਬ ਪਰੰਪਰਾ ਹੈ ਕਿ ਪਰਮਾਤਮਾ ਨੂੰ ਕੀ ਲੋੜ ਪਈ ਕੰਮ ਕਰਨ ਦੀ। ਪਰਮਾਤਮਾ ਨਿਰਗੁਣ ਬ੍ਰਹਮ ਆ, ਉਹ ਕਿਸੇ ਗੁਣ ਨੂੰ ਗ੍ਰਹਿਣ ਨਹੀਂ ਕਰਦਾ। ਤੁਸੀਂ ਜੋ ਵੀ ਕੰਮ ਕਰਦੇ ਜੋ, ਉਹ ਤੁਸੀਂ ਖੁਦ ਜ਼ਿੰਮੇਵਾਰ ਜੋ। ਤੁਸੀਂ ਤੁਹਾਡੀ ਮਰਜ਼ੀ ਆ, ਪਾਣੀ ਪੀ ਲਓ, ਤੁਹਾਡੀ ਮਰਜ਼ੀ ਆ, ਉੱਥੇ ਜਾ ਕੇ ਠੇਕੇ ਤੇ ਜਾ ਕੇ ਸ਼ਰਾਬ ਪੀ ਲਓ, ਪਰਮਾਤਮਾ ਮਨਾ ਕਰਨ ਦੇ ਤੁਹਾਨੂੰ। ਇਹ ਤੇ ਲੋਕੀ ਤੇ ਐਵੇਂ ਪਰਮਾਤਮਾ ਤੇ ਬਦਨਾਮ ਕਰੀ ਜਾਂਦੇ ਕਿ ਪਰਮਾਤਮਾ ਦੀ ਜ਼ਿੰਮੇਵਾਰੀ ਕਰੀ ਜਾਂਦੇ। ਪਰਮਾਤਮਾ ਕਿਸੇ ਕੰਮ ਨੂੰ ਨਹੀਂ ਕਰ ਰਿਹਾ। ਹੁਣ ਮੈਂ ਇੱਥੇ ਬੈਠਾ ਵਾਂ, ਅੱਧਾ ਘੰਟਾ ਲੇਟ ਹੋਇਆ, ਇਹਦੇ ਲਈ ਪਰਮਾਤਮਾ ਥੋੜੀ ਜ਼ਿੰਮੇਵਾਰ ਆ, ਮੈਂ ਖੁਦ ਜ਼ਿੰਮੇਵਾਰ ਆ। ਇਹੋ ਹੀ ਆ, ਜਦੋਂ ਆਪਾਂ ਆਪਣੇ ਕਰਮ ਦੀ ਜ਼ਿੰਮੇਵਾਰੀ ਚੁੱਕਦੇ ਹਾਂ। ਦੇਖੋ ਕਿਰਤ ਤੇ ਕਰਮ ਦੋ ਚੀਜ਼ਾਂ ਹੈਗੀਆਂ ਨੇ, ਇਹਦੇ ਕਰਕੇ ਬੰਦਾ ਵਿਛੜਿਆ ਪਰਮਾਤਮਾ ਤੋਂ।
ਤੁਸੀਂ ਜੋ ਵੀ ਕਿਰਤ ਕਰ ਰਹੇ ਹੋ, ਤੁਸੀਂ ਚੰਗੀ ਕਿਰਤ ਕਰੋ, ਤੁਹਾਡੀ ਬੁੱਧੀ ਵਧੀਆ ਹੋਊਗੀ, ਚਮਕੂਗੀ, ਤੁਹਾਨੂੰ ਜ਼ਿਆਦਾ ਦਿਖੂਗਾ, ਤੁਹਾਨੂੰ ਪਤਾ ਲੱਗੂਗਾ ਦੁਨੀਆ ਦੇ ਬਾਰੇ। ਤੁਸੀਂ ਮਾੜਾ ਧਨ ਘਰ ਲੈ ਆਓ, ਤੁਹਾਡੀ ਬੁੱਧੀ ਨੇ ਕੰਮ ਹੀ ਨਹੀਂ ਕਰਨਾ। ਕਿਉਂ? ਕਿਉਂਕਿ ਜਿਹੜੀ ਚੀਜ਼ ਤੁਸੀਂ ਮਸ਼ੀਨ 'ਚ ਪਾਈ ਨਾ, ਅਸਰ ਉਹਦਾ ਹੋਣਾ ਹੀ ਹੋਣਾ ਵਾ। ਇਸ ਕਰਕੇ ਪ੍ਰਮਾਤਮਾ ਤੁਹਾਡੇ ਕੰਮ 'ਚ ਕੋਈ ਇੰਟਰਫੇਰੈਂਸ ਨਹੀਂ ਕਰ ਰਿਹਾ। ਜੇ ਕੋਈ ਕਹਿ ਰਿਹਾ ਨਾ ਪ੍ਰਮਾਤਮਾ ਕਰ ਰਿਹਾ ਕਰਮ, ਪ੍ਰਮਾਤਮਾ ਕੁਛ ਨਹੀਂ ਕਰਦਾ। ਪ੍ਰਮਾਤਮਾ ਨੇ ਸ੍ਰਿਸ਼ਟੀ ਦੀ ਰਚਨਾ ਜਿਹੜੀ ਕਰਤੀ ਆ, ਉਸ ਤੋਂ ਬਾਅਦ ਜਿਹੜਾ ਜੀਵ ਆ ਆਪਣੇ ਕਰਮਾਂ ਲਈ ਖੁਦ ਜ਼ਿੰਮੇਵਾਰ ਆ। ਬਿਲਕੁਲ ਸਹੀ ਗੱਲ ਆ। ਦੋ ਕਿਸਮ ਦੀ ਬਿਲਕੁਲ ਸਹੀ ਗੱਲ ਆ। ਕਿਉਂਕਿ ਦੇਖੋ, ਜੇ ਪਰਮਾਤਮਾ ਜਿਹੜਾ ਹੈਗਾ ਇੰਟਰਫੇਅਰ ਕਰੂਗਾ ਤੇ ਫਿਰ ਪਰਮਾਤਮਾ ਜਿਹੜਾ ਹੈਗਾ ਜ਼ਿੰਮੇਵਾਰ ਹੋਊਗਾ, ਕਰਮਾਂ ਦਾ ਜ਼ਿੰਮੇਵਾਰ ਪਰਮਾਤਮਾ ਹੋਊਗਾ। ਪਰਮਾਤਮਾ ਕਹਿੰਦਾ ਮੈਂ ਤੇਰੇ ਪਿੱਛੇ ਹੈਗਾ, ਤੂੰ ਇੱਛਾਧਾਰੀ ਹੈਗਾ ਆ, ਮੈਂ ਤੂੰ ਜੋ ਜਿੱਧਰ ਨੂੰ ਤੂੰ ਪੈਰ ਚੁੱਕੇਗਾ, ਜੋ ਤੂੰ ਕੰਮ ਕਰਨਾ ਚਾਹੇਗਾ, ਮੈਂ ਤੇਰੇ ਉਸ ਕੰਮ ਦੇ ਵਿੱਚ ਤੈਨੂੰ ਜਿਹੜਾ ਹੈਗਾ ਉਹਦੇ ਵਿੱਚ ਮਲਟੀਪਲਾਈ ਕਰੂੰਗਾ ਤੈਨੂੰ ਉਸ ਕੰਮ ਦੇ ਵਿੱਚ। ਬਸ ਆਹੀ ਕੰਮ ਹੈ ਪਰਮਾਤਮਾ ਦਾ। ਹਾਂ, ਜੋ ਰੂਲ ਬਣਾਏ ਨੇ, ਦੇਖੋ ਜੋ ਪ੍ਰਕਿਰਤੀ ਦੇ ਰੂਲ ਬਣੇ ਨੇ, ਪ੍ਰਕਿਰਤੀ ਉਹਦੇ ਅਨੁਸਾਰ ਹੀ ਚੱਲਣੀ ਆ। ਤੁਸੀਂ ਦੇਖੋ ਬਾਣੀ 'ਚ ਇੱਕ ਤੁਕ ਆਉਂਦੀ ਆ, ਕਹਿੰਦੇ ਆ ਫਰੀਦਾ ਤੇਰੀ ਝੋਂਪੜੀ ਗਲ ਕੱਟਿਆਂ ਕੇ ਪਾਸ, ਜੋ ਕਰਨਗੇ ਸੋ ਭਰਨਗੇ ਤੂੰ ਕੋ ਪਿਆ ਉਦਾਸ। ਕਬੀਰ ਜੀ ਦੀ ਹੈਗੀ, ਕਬੀਰ ਜੀ ਦੀ ਬਾਣੀ ਦੇ ਵਿੱਚ ਕਬੀਰ। ਹਾਂਜੀ, ਅੱਛਾ। ਲੇਕਿਨ ਲਿਖਿਆ ਫਰੀਦਾ ਜੀ ਲਿਖਿਆ ਨਾ, ਫਰੀਦਾ ਤੇ ਝੋਂਪੜੀ ਨਾ ਕਬੀਰ ਸਾਹਿਬ ਦੀ, ਕਬੀਰ ਜੀ ਦੀ ਗੁਰਬਾਣੀ 'ਚ ਨਹੀਂ ਹੈਗੀ ਸ਼ਾਇਦ, ਗੁਰਬਾਣੀ ਦੀ ਕਬੀਰ ਬਾਣੀ ਦੇ ਵਿੱਚ। ਹਾਂਜੀ ਹਾਂਜੀ, ਹਾਂ ਠੀਕ ਹੈ, ਲਿਖਿਆ ਹੈ ਕਿ ਜੋ ਇਨਸਾਨ ਕਰਦਾ ਹੈ, ਤੁਸੀਂ ਦੇਖੋ ਹਰ ਕੋਈ ਇਨਸਾਨ ਜਿਹੜਾ ਆਪਣੇ ਕਰਮਾਂ ਲਈ ਜ਼ਿੰਮੇਵਾਰ ਹੈ, ਨਾ ਕਿ ਉਹਦਾ ਪਰਿਵਾਰ। ਹੁਣ ਦੇਖੋ ਇੱਕ ਬੰਦਾ ਜੋ ਵੀ ਮਾੜੇ ਕਰਮ ਕਰਦਾ ਹੈ, ਕਾਨੂੰਨ ਕਿਹਨੂੰ ਫੜਦਾ ਹੈ? ਉਹਦੇ ਘਰਦਿਆਂ ਨੂੰ ਥੋੜੀ ਫੜਦਾ, ਉਹਨੂੰ ਫੜਦਾ ਜਿਹੜਾ ਕਰ ਰਿਹਾ। ਘਰਦਿਆਂ ਨੂੰ ਤਾਂ ਪਤਾ ਵੀ ਨਹੀਂ। ਠੀਕ ਹੈ ਜੀ। ਇਸ ਕਰਕੇ ਪਰਮਾਤਮਾ ਕੋਈ ਕੰਮ ਨਹੀਂ ਕਰਦਾ। ਪਰਮਾਤਮਾ ਨੇ ਪ੍ਰਕਿਰਤੀ ਦੀ ਰਚਨਾ ਕੀਤੀ ਹੈ, ਔਰ ਪਰਮਾਤਮਾ ਦੀ ਪ੍ਰਕਿਰਤੀ 'ਚ ਕੋਈ ਗੜਬੜ ਨਹੀਂ ਹੈ। ਉਹ ਤਾਂ ਸਾਡੇ ਜੀਵਨ ਦੇ ਹਿਸਾਬ ਨਾਲ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਉਹ ਤਾਂ ਬਿਲਕੁਲ ਨਿਸ਼ਪਕਸ਼ ਹੈ। ਸਾਹਿਬ ਜੀ, ਹਾਂਜੀ, ਗੁਰਬਾਣੀ ਦੀ ਤੁਕ ਸਾਹਿਬ ਜੀ ਇਹ ਵੀ ਹੈ ਕਿ ਸਾਹਿਬ ਹੱਥ ਵਡਿਆਈਆਂ ਜਿਸ ਭਾਵੇ ਤਿਸ ਦੇ। ਵਡਿਆਈਆਂ ਸਾਹਿਬ ਦੇ ਹੱਥ ਆ ਦੇਣੀਆਂ ਮਾਲਕ ਨੇ, ਇੱਛਾ ਆਪਾਂ ਨੇ ਕਰਨੀ ਆ, ਇੱਛਾ ਆਪਾਂ ਨੇ ਕਰਨੀ ਆ ਵਡਿਆਈ ਦੀ ਜੀ। ਹਾਂ, ਭਾਵਨਾ ਸਾਡੀ। ਭਾਜੀ ਤੁਸੀਂ ਜਿਹੜੀ ਚੀਜ਼ ਜੋ ਤੁਸੀਂ ਮੰਗੋਗੇ ਮਿਲਣਾ ਤੁਹਾਨੂੰ ਉਹੀ ਆ। ਤੁਸੀਂ ਬੇਈਮਾਨੀ ਮੰਗੋਗੇ, ਰੱਜ ਕੇ ਬੇਈਮਾਨੀ ਮਿਲੂਗੀ। ਤੁਸੀਂ ਸੱਚ ਮੰਗ ਲਓ, ਤੁਹਾਨੂੰ ਸੱਚ ਮਿਲਣਾ ਸ਼ੁਰੂ ਹੋ ਜਾਏਗਾ। ਇਹ ਸੱਚ ਹੈ। ਜੋ ਮੰਗੇ ਠਾਕੁਰ ਆਪਣੇ ਸੇ ਸੋਈ ਦੇ। ਬਾਣੀ ਇਹ ਨਹੀਂ ਕਹਿੰਦੀ। ਪਰਮਜੀਤ ਜੀ ਤੁਸੀਂ ਮਾਈਕ ਬੰਦ ਕਰ ਦਿਓ ਹੁਣ, ਬਸ ਕਰੀਏ, ਟਾਈਮ ਬੜਾ ਹੋ ਗਿਆ। ਅੱਜ ਦੀ ਜਿਹੜੀ ਕੱਲ ਕਰਾਂਗੇ ਵਿਚਾਰ। ਦੇਖੋ ਜੋ ਮੰਗੇ ਠਾਕੁਰ। ਹਾਂਜੀ ਸੰਗਤ ਜੀ। ਹਾਂਜੀ ਬੋਲੋ ਜੀ। ਹਾਂਜੀ ਬੋਲੋ ਬਲਿੰਦਰ ਜੀ। ਹਾਂਜੀ ਵੀਰ ਜੀ, ਸੌਰੀ ਹੈ ਵਿੱਚ 2 ਘੰਟੇ ਗੱਲ ਕਰਨੀ ਹੈ। ਪਰਮਾਤਮਾ ਨੇ ਆਪਾਂ ਨੂੰ ਨਰੋਲ ਭੇਜਿਆ। ਉਹ ਕਹਿੰਦਾ ਜਿਵੇਂ ਮੈਂ ਤੁਹਾਨੂੰ ਨਰੋਲ ਭੇਜਿਆ, ਮੈਂ ਗੇਮ ਪਾ ਕੇ ਭੇਜਤਾ। ਤੁਸੀਂ ਚੰਗੇ ਕਰਮ ਕਰ ਲਓ, ਤੁਸੀਂ ਬੁਰੇ ਕਰ ਲਓ, ਤੇ ਮੈਂ ਤੁਹਾਨੂੰ ਨਰੋਲ ਭੇਜਿਆ, ਤੁਸੀਂ ਨਰੋਲ ਹੀ ਮੇਰੇ ਕੋਲ ਹੋ ਕੇ ਆ ਜਾਓ। ਬਸ ਇਹ ਖੇਡ ਆ। ਬਾਣੀ ਚ ਤੁਕ ਆਉਂਦੀ ਹੈ, ਮੋਤ ਪਲੀਤੀ ਕੱਪੜ ਹੋਏ, ਦੇਈਏ ਸਾਬਨ ਲਈਏ ਧੋਏ, ਭਰੀਏ ਮਤ ਪਾਪਾਂ ਕੇ ਸੰਗ ਉਹ ਧੋਵੇ ਨਾਮੇ ਕੇ। ਹਾਂ, ਤੇ ਮੋਤ ਪਲੀਤੀ ਕੱਪੜ ਹੈ। ਉਹ ਕਹਿੰਦੇ ਕੱਪੜਾ ਗੰਦਾ ਹੈ, ਕਿਹਦੇ ਨਾਲ ਧੋਗੇ? ਸਾਬਣ ਦੇ ਨਾਲ। ਫਿਰ ਕਹਿੰਦੇ ਭਰੀਏ ਮਤ ਤੇ ਪਾਪਾਂ ਕੇ ਸੰਗ। ਇਹਦਾ ਮਤਲਬ ਭਰੀਏ ਆ, ਆਪਣੇ ਆਪ ਨਹੀਂ ਭਰਨ ਦਿਆ। ਭਰੀਏ ਮਤਲਬ ਆਪਾਂ ਨੇ ਭਰੀ, ਤੂੰ ਖੁਦ ਆਪ ਭਰਿਆ ਪਾਣੀ। ਕਿਹਦੇ ਨਾਲ? ਮੱਤ ਦੇ ਨਾਲ ਤੇ ਪਾਪਾਂ ਦੇ ਨਾਲ। ਹਾਂ ਬਿਲਕੁਲ। ਉਹ ਪ੍ਰਮਾਤਮਾ ਨਹੀਂ ਕਹਿੰਦਾ ਤੇਰਾ ਬਾਲਟਾ ਭਰ ਗਿਆ, ਖੁਦ ਭਰਿਆ ਵਾ। ਇਸ ਕਰਕੇ ਹਰ ਕੋਈ ਇਨਸਾਨ ਜਿਹੜਾ ਹੈਗਾ ਉਹ ਆਪਣੀ ਜ਼ਿੰਦਗੀ ਦਾ ਆਪਣਾ, ਤੁਹਾਡਾ ਚਿੱਤਰ ਗੁਪਤ ਆ ਤੁਹਾਡੇ ਅੰਦਰ। ਮਾਈਕ ਬੰਦ ਕਰ ਦਿਓ ਸਾਰੇ ਸੰਗਤ ਜੀ ਹੁਣ, ਬਸ ਲਾਸਟ ਹੋ ਗਿਆ, ਟਾਈਮ ਬਹੁਤ ਹੋ ਗਿਆ। ਤੁਹਾਡਾ ਚਿੱਤਰ ਗੁਪਤ ਤੁਹਾਡੇ ਨਾਲ। ਉੱਥੇ ਕਹੀ ਜਾਂਦੇ ਆ ਨਾ ਕਿ ਜਿਹੜੇ ਉੱਥੇ ਕੋਈ ਬੈਠਾ ਹੈ, ਕੋਈ ਚਿੱਤਰ ਗੁਪਤ ਉੱਥੇ ਬੈਠਾ ਹੈ, ਤੁਹਾਡਾ ਹਿਸਾਬ ਦਾ ਲਿਖ ਦਿੰਦੇ। ਨਹੀਂ, ਤੁਹਾਡਾ ਚਿੱਤਰ, ਤੁਹਾਡਾ ਹੀ ਚਿੱਤ ਉਹ ਗੁਪਤ ਚਿੱਤਰ ਰੱਖਦਾ ਹੈ। ਤੁਸੀਂ ਜੋ ਕੀਤਾ ਹੈ ਕਿਸੇ ਨੂੰ ਨਹੀਂ ਪਤਾ, ਪਰ ਤੁਹਾਨੂੰ ਪਤਾ ਹੈ। ਤੋ ਇਸ ਕਰਕੇ ਤੁਹਾਡਾ ਚਿੱਤਰ ਗੁਪਤ, ਤੁਹਾਡਾ ਲੇਖਾ ਕਰਨ ਵਾਲਾ ਤੁਹਾਡੇ ਅੰਦਰ ਬੈਠਾ ਹੋਇਆ, ਤੁਹਾਡੇ ਚਿੱਤ ਦੇ ਵਿੱਚ। ਔਰ ਜਿਹੋ ਜਿਹੀ ਚਿੱਤ ਦੀ ਕੁਆਲਿਟੀ ਹੈ, ਉਹੋ ਜਿਹਾ ਤੁਹਾਨੂੰ ਫਲ ਮਿਲ ਜਾਏਗਾ। ਜੇ ਕੋਈ ਵਧੀਆ ਕੁਆਲਿਟੀ ਦਾ ਚਿੱਤ ਹੈਗਾ ਤਾਂ ਉਹਦਾ ਵਧੀਆ ਫਲ ਮਿਲ ਜਾਏਗਾ। ਜੇ ਘਟੀਆ ਕੁਆਲਿਟੀ ਦੇ ਤੁਸੀਂ ਸੰਸਕਾਰ ਲਿਖ ਲਏ ਨੇ, ਜੋ ਤੁਹਾਡਾ ਦਿਲ ਕੀਤਾ
ਜੋ ਤੁਹਾਡੀ ਬੁੱਧੀ ਨੇ ਕਿਹਾ ਤੁਸੀਂ ਕਰ ਲਿਆ, ਤੁਸੀਂ ਸੋਚਿਆ ਹੀ ਨਹੀਂ। ਜੋ ਤੁਹਾਡੇ ਮਨ ਨੇ ਕਹਿਤਾ ਉਹਨੇ ਪਰਵਾਹ ਨਹੀਂ ਕੀਤੀ, ਤੁਸੀਂ ਉਹਦੇ ਮਗਰ ਤੁਰੇ ਫਿਰਦੇ ਜੋ। ਪਰ ਉਹ ਕਹਿੰਦੇ ਸੱਜਣਾ ਇਹ ਚੀਜ਼ ਠੀਕ ਨਹੀਂ ਹੈ, ਪਰ ਇਹ ਮੱਤ ਤੇ ਪਾਪਾਂ ਤੂੰ ਸੋਚਿਆ ਨਹੀਂ, ਤੂੰ ਵਿਚਾਰਿਆ ਨਹੀਂ, ਤੇ ਜੋ ਤੇਰਾ ਮਨ ਕਹਿ ਰਿਹਾ ਹੈ ਉਹ ਸਹੀ ਕਹਿ ਰਿਹਾ ਜੇ ਗਲਤ ਕਹਿ ਰਿਹਾ ਤੇ ਫਿਰ ਤੁਸੀਂ ਜਾਣਦੇ ਹੀ। ਮਨ ਕਈ ਵਾਰੀ ਨਹੀਂ ਕਾਫੀ ਵਾਰੀ ਗਲਤ ਕੰਮ ਕਰਨ ਵਾਸਤੇ ਕਹਿੰਦਾ ਤੇ ਤੁਸੀਂ ਕਰੀ ਜਾਓ ਤੇ ਬਾਅਦ ਚ ਕਹੋਗੇ ਮੈਨੂੰ ਪਤਾ ਨਹੀਂ ਹੈ। ਏਦਾਂ ਕਿੱਦਾਂ? ਸਾਨੂੰ ਸਭ ਪਤਾ ਹੁੰਦਾ। ਅਸੀਂ ਕੋਈ ਵੀ ਮਾੜਾ ਕਰਮ ਕਰਦੇ ਆ ਉਹਦੇ ਵਿੱਚ ਅਸੀਂ ਮੌਜੂਦ ਹੁੰਦੇ ਆ। ਸਾਨੂੰ ਸਭ ਪਤਾ ਹੈ ਮੇਰਾ ਧੀ ਪੁੱਤ, ਮੇਰਾ ਭੈਣ ਭਰਾ, ਮੇਰੇ ਮਾਂ ਬਾਪ, ਮੇਰੇ ਆਂਢ ਗੁਆਂਢ ਕੋਈ ਵੇਂਦੇ ਤੇ ਨਹੀਂ ਪਏ। ਨਜਰ ਸਾਹਿਬ ਬਿਲਕੁਲ ਬਿਲਕੁਲ ਠੀਕ ਹੈ ਜੀ, ਬਿਲਕੁਲ ਠੀਕ ਹੈ ਗੋਰਖੀ ਸਾਹਿਬ। ਉੱਥੇ ਪੂਰੀ ਚਲਾਕੀ ਚੱਲਦੀ ਹੈ, ਪੂਰੀ ਅਸੀਂ ਪਲੈਨਿੰਗ ਕਰਦੇ ਹਾਂ। ਇੱਕ ਬੰਦਾ ਰਿਸ਼ਵਤ ਲੈਂਦਾ ਹੈ, ਉਹ ਕਹਿੰਦਾ ਇੱਥੇ ਕੋਈ ਕੈਮਰਾ ਕੁਮਰਾ ਤਾਂ ਨਹੀਂ ਲੱਗਾ, ਕੋਈ ਮੇਰੀ ਰਿਕਾਰਡਿੰਗ ਤੇ ਨਹੀਂ ਬਣਾਉਂਦੇ। ਫਿਰ ਉਹ ਕਹਿੰਦਾ ਕਿ ਉਹ ਚਾਹ ਵਾਲੀ ਦੁਕਾਨ ਹੈਗੀ ਉੱਥੇ ਫੜਾਇਆ। ਬਸ ਇਹਦਾ ਮਤਲਬ ਕਿ ਉਹਨੂੰ ਪਤਾ ਹੈ ਨਾ ਕਿ ਮੈਂ ਫੜਿਆ ਜਾਊਂਗਾ। ਇਸ ਕਰਕੇ ਆਪਾਂ ਆਪਣੇ ਕਰਮਾਂ ਦੇ ਖੁਦ ਹੀ ਜ਼ਿੰਮੇਵਾਰ ਨੇ, ਕੋਈ ਦੂਜਾ ਨਹੀਂ। ਠੀਕ ਹੈ, ਆਪਣੇ ਕਰਮਾਂ ਦਾ ਧਿਆਨ ਦਿਓ ਤੇ ਬਸ ਤੁਹਾਡਾ ਜੀਵਨ ਆਪੇ ਸਹੀ ਹੋ ਜਾਣਾ। ਬਾਕੀ ਪ੍ਰਮਾਤਮਾ ਦਾ ਕੋਈ ਤੁਹਾਡੇ ਕਰਮਾਂ ਨਾਲ ਲੈਣਾ ਦੇਣਾ ਨਹੀਂ ਹੈ। ਪ੍ਰਮਾਤਮਾ ਨੇ ਇੱਕ ਰੂਲ ਬਣਾਇਆ, ਤੁਸੀਂ ਚੰਗਿਆਈ ਨੂੰ ਖਿੱਚ ਲਓ ਤੇ ਤੁਸੀਂ ਬੁਰਾਈ ਨੂੰ ਖਿੱਚ ਲਓ, ਇਹ ਤੁਹਾਡੀ ਮਰਜ਼ੀ। ਇਹ ਚ ਕੋਈ ਪ੍ਰਮਾਤਮਾ ਦੀ ਇੰਟਰਫੇਰੈਂਸ ਨਹੀਂ ਹੈ। ਪਰ ਇਹ ਆ ਕਿ ਜਿੱਦਾਂ ਮੈਂ ਥੱਕ ਜਾਂਦਾ, ਮੈਂ ਹਾਰ ਜਾਂਦਾ, ਮੇਰਾ ਜੀਵਨ ਏਡਾ ਵਧੀਆ ਨਹੀਂ ਹੈ ਤੇ ਮੈਂ ਪੁਕਾਰ ਕਰਦਾ ਪ੍ਰਮਾਤਮਾ ਦੇ ਕੋਲੋਂ ਕਿ ਮੇਰੇ ਪਿਤਾ ਮਿਹਰ ਕਰ, ਮੇਰੀ ਮਦਦ ਕਰ ਦੇ। ਦਲਦਲ ਚ ਮੈਂ ਫਸਿਆ ਤੇ ਇਹ ਵੀ ਆਪਸ਼ਨ ਹੈਗਾ। ਬਹੁਤ ਵਧੀਆ, ਪ੍ਰਮਾਤਮਾ ਤੁਹਾਡੀ ਬੁਰਾਈ ਨਹੀਂ ਵੇਂਦਾ। ਹਾਂ ਬਿਲਕੁਲ ਸਹੀ ਗੱਲ ਆ, ਬਿਲਕੁਲ ਸਹੀ ਗੱਲ ਹੈ। ਹਾਂ, ਤੁਸੀਂ ਜਦੋਂ ਮਰਜ਼ੀ ਗੇਮ ਤੋਂ ਬਾਹਰ ਆ ਸਕਦੇ ਜੋ, ਪ੍ਰਮਾਤਮਾ ਨੂੰ ਕੋਈ ਲੈਣਾ ਦੇਣਾ ਹੀ ਨਹੀਂ ਤੁਹਾਡੇ ਨਾਲ। ਬਿਲਕੁਲ, ਇਹ ਗੇਮ ਸਾਡੀ ਆ, ਤੁਸੀਂ ਇੱਛਾ ਧਾਰੀ ਜੋ। ਆ ਸਾਰਾ ਆ ਬਾਣੀ ਨਹੀਂ ਕਹਿੰਦੀ ਕਿ ਉਹ ਕੀ ਕਹਿੰਦੇ ਉਹਨੂੰ ਵਾਸਨਾਵਾਂ, ਕਾਮਨਾਵਾਂ। ਇਹ ਕਾਮਨਾਵਾਂ ਜਿਹੜੀਆਂ ਤ੍ਰਿਸ਼ਨਾਵਾਂ ਜਿਹੜੀਆਂ ਹੈਗੀਆਂ, ਤੁਸੀਂ ਖੁਦ ਹੀ ਤੇ ਇਹਨੂੰ ਅੱਗ ਨੂੰ ਪ੍ਰਚੰਡ ਕਰ ਲਿਆ। ਉਹ ਮੁੜ ਕੇ ਹੁਣ ਜਦੋਂ ਅੱਗ ਨੂੰ ਪ੍ਰਚੰਡ ਕਰ ਲੋਗੇ, ਚ ਲੱਕੜਾਂ ਪਾਈ ਜਾਓਗੇ, ਜਿੱਡੀ ਵੱਡੀ ਲਾਟ ਕਰ ਲੋਗੇ, ਓਨਾ ਹੀ ਤੁਹਾਡਾ ਜੀਵਨ ਅੱਗੇ ਤੁਰ ਪੈਣਾ। ਵੈਸੇ ਵੀ ਇਨਸਾਨ ਦੀਆਂ ਜਿੰਨੀਆਂ ਇੱਛਾਵਾਂ ਹੁੰਦੀਆਂ, ਪਤਾ ਨਹੀਂ ਕਿੰਨੇ ਕਿੰਨੇ ਜਨਮ ਲੱਗ ਜਾਣੇ, ਕਿਤੇ ਐਵੇਂ ਪੂਰੀਆਂ ਹੋ ਜਾਣੀਆਂ। ਇਸੇ ਕਰਕੇ ਬੰਦਾ ਭਟਕਦੇ ਆ। ਹਾਂਜੀ, ਅੱਜ ਦੀ ਵਿਚਾਰੇ ਇੱਥੇ ਸਮਾਪਤ ਜੀ। ਬਹੁਤ ਵਧੀਆ ਗੋਰਖੀ ਸਾਹਿਬ, ਬਹੁਤ ਵਧੀਆ ਜੀ। ਹਾਂ, ਇਹ ਤੁਸੀਂ ਪਰਮਜੀਤ ਜੀ ਇੱਕ ਚੀਜ਼ ਮੇਰੀ ਆਪ ਪਲੀਜ਼ ਨੋਟ ਕਰੋ, ਬੜੀ ਪੁਆਇੰਟ ਦੀ ਗੱਲ ਹੈ। ਇਸ ਗੇਮ ਨੂੰ ਤੁਸੀਂ ਅੱਜ ਦੇ ਅੱਜ ਖਤਮ ਕਰ ਸਕਦੇ ਜੋ। ਪਰ ਉਹਨੂੰ ਕਹਿਣਾ ਪੈਣਾ ਪ੍ਰਮਾਤਮਾ ਨੂੰ ਕਿ ਮੈਂ ਖਤਮ ਕਰਨਾ ਚਾਹੁੰਦੀ ਹਾਂ। ਪਰ ਉਹ ਖਤਮ ਕਰਨ ਵਾਸਤੇ ਕੋਈ ਤਿਆਰ ਨਹੀਂ ਹੈਗਾ। ਤੁਹਾਡਾ ਮਨ ਮੰਨਦਾ, ਤੁਸੀਂ ਕਹਿ ਕੇ ਵੇਖੋ, ਤੁਹਾਡੇ ਮਨ ਨੇ ਮੰਨਣਾ ਹੀ ਨਹੀਂ। ਉਹਨੇ ਕਹਿਣਾ ਕਿੱਦਾਂ ਤੂੰ ਬੰਦ ਕਰ ਦੇਂਗੀ ਆ ਸਿਸਟਮ, ਮੈਂ ਕਰਨਾ ਚਾਹੁੰਦਾ। ਵੀਰ ਜੀ ਇੱਛਾ ਤਾਂ ਬਹੁਤ ਹੈ, ਇੱਛਾ ਤਾਂ ਬਹੁਤ ਹੈ, ਖਾਲੀ ਇੱਛਾ ਦੇ ਨਾਲ ਨਹੀਂ ਨਾ ਬਣਨਾ, ਤੁਰਨਾ ਪੈਣਾ। ਨਹੀਂ, ਏਦਾਂ ਨਹੀਂ ਹੁੰਦਾ। ਜੇ ਵੀਰ ਜੀ ਘਰ ਦੇ ਵਿੱਚ 4 ਅਗਿਆਨੀ ਬੈਠੇ ਆ, ਇੱਕ ਬੰਦਾ ਗਿਆਨ ਵੱਲ ਤੁਰ ਰਿਹਾ ਤੇ 4 ਬੰਦੇ ਨੂੰ ਜਾਣ ਦੇਣਗੇ? ਉਹ ਕੀ ਕਹਿੰਦੇ ਹੁਣ ਉਹਨਾਂ ਨੇ ਕੀ ਕਹਿਣਾ ਹੈ? ਨਹੀਂ ਏਦਾਂ ਨਹੀਂ। ਉਹਨਾਂ ਵਿਚਾਰਿਆਂ ਦਾ ਨਾ ਬਹਾਨਾ ਬਣਾਓ, ਇਹ ਤੁਹਾਡੀ ਆਪਣੀ ਮਰਜ਼ੀ ਹੈ। ਉਹ ਤੁਸੀਂ ਨਾ ਉਹਨਾਂ ਨੂੰ ਇਸਕੀ ਉਹ ਇਹ ਨਹੀਂ ਆ। ਦੇਖੋ ਨਹੀਂ ਉਹ ਦੇਖੋ, ਉਹਨਾਂ ਨੇ ਜੋ ਕਰਨਾ ਹੀ ਕਰਨਾ। ਆਂਟੀ ਮਾਈਕ ਬੰਦ ਕਰ ਦਿਓ ਪਰਮਜੀਤ ਜੀ, ਬਹੁਤ ਰੌਲਾ। ਹਾਂ, ਇਹ ਪਤਾ ਕੀ ਹੁੰਦਾ ਹੈ, ਮੈਂ ਇੱਕ ਚੀਜ਼ ਆਪ ਜੀ ਨੂੰ ਕਹਿੰਦਾ, ਤੁਹਾਡੀ ਜ਼ਿੰਦਗੀ ਜਿੱਥੇ ਤੁਸੀਂ ਕੰਟਰੋਲ ਕਰ ਸਕਦੇ ਹੋ, ਉੱਥੇ ਤੁਸੀਂ ਉੱਥੇ ਕੰਟਰੋਲ ਕਰੋ, ਤੁਹਾਡੇ ਆਪਣੇ ਆਪ ਤੇ। ਬਾਕੀ ਘਰ ਜਿਹੜਾ ਚੱਲਦਾ ਹੈ ਉੱਥੇ ਥੋੜੀ ਰੌਲਾ ਪਾ ਸਕਦੇ ਤੁਸੀਂ ਆਪਣਾ ਜੀਵਨ ਵੇਖਣਾ। ਉੱਥੇ ਜੋ ਕਰ ਰਹੇ ਉਹਨਾਂ ਦੀ ਮਰਜ਼ੀ ਆ, ਜੋ ਕਰ ਰਹੇ ਉਹ ਜ਼ਿੰਮੇਵਾਰ ਆ। ਤੁਹਾਡੇ ਤੋਂ ਮਾੜਾ ਕੰਮ ਨਹੀਂ ਕਰਾ ਸਕਦੇ, ਇੰਨੀ ਗਰੰਟੀ ਹੈ। ਠੀਕ ਹੈ ਜੀ, ਇਹ ਵਿਚਾਰ ਅੱਜ ਦੀ ਇੱਥੇ ਸਮਾਪਤ ਕਰਦੇ। ਹਾਂਜੀ ਵੀਰ ਜੀ, ਬਹੁਤ ਵਧੀਆ ਜੀ। ਠੀਕ ਹੈ ਜੀ ਸਰ। ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜੇ ਮੇਰੇ ਪਿਤਾ ਗਰੀਬ ਨਵਾਜ ਬਾਣੀ ਪੜ੍ਹਦੇ ਆ, ਵਿਚਾਰ ਕਰਦੇ ਆ, ਬਾਣੀ ਸਰਵਣ ਕਰਦੇ ਆ, ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਤੇ ਗਲਤੀਆਂ ਹੋ ਗਈਆਂ, ਨਿਦਾਨ ਬੱਚੇ ਸਮਝ ਕੇ ਮਾਫ ਕਰੋ। ਕਿ ਤੋਂ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਆਗਿਆ ਬਖਸ਼ਣੀ। ਆਈਆਂ ਸੰਗਤਾਂ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨੀ, ਦੇਹ ਨਿਰੋਗਤਾ ਤੇ ਤੰਦਰੁਸਤੀ ਬਖਸ਼ਣੀ, ਸਮੱਤ ਬਖਸ਼ਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਆ ਸੰਗੀਤ ਤੁਸੀਂ ਚੁੱਪ ਹੋ ਜਾਓ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।